ਸਤਿ ਸ਼੍ਰੀ ਅਕਾਲ ਸਟੂਡੈਂਟਸ, ਸਵਾਗਤ ਹੈ ਆਪ ਸਭ ਦਾ ਆਪਣੇ YouTube ਦੇ ਇਸ ਚੈਨਲ ਡੈਲਚ ਲਰਨਿੰਗ ਪੁਆਇੰਟ ਦੇ ਉੱਪਰ। ਅੱਜ ਜੋ ਅਸੀਂ ਸਟਾਰਟ ਕਰਨ ਜਾ ਰਹੇ ਹਾਂ ਕਿ ਵਾਰਡ ਅਟੈਂਡੈਂਟ ETT 2364 ਜਾਂ ਪੰਜਾਬ ਪਟਵਾਰੀ ਉਸ ਦੇ ਲਈ ਮੈਜ਼ਰੇਸ਼ਨ, ਜਿਹੜਾ ਕਿ ਇੱਕ ਬੜਾ ਖਾਸ ਟੌਪਿਕ ਹੈ ਤੇ ਬੜੀ ਇੱਕ ਖਾਸ ਮਹੱਤਤਾ ਰੱਖਦਾ ਹੈ। ਖਾਸ ਕਰਕੇ ਪੰਜਾਬ ਪਟਵਾਰੀ ਦੇ ਵਿੱਚ 15 ਨੰਬਰ ਦੀ ਮੈਜ਼ਰੇਸ਼ਨ ਹੀ ਆਉਣੀ ਹੈ, ਵਾਰਡ ਅਟੈਂਡੈਂਟ ਦੇ ਵਿੱਚ 3 ਤੋਂ 5 ਨੰਬਰ ਦੀ ਮੈਜ਼ਰੇਸ਼ਨ ਆਉਣੀ ਹੈ ਤੇ ETT 2364 ਜਿਹਦੇ ਵਿੱਚ 2 ਤੋਂ 3 ਨੰਬਰ ਜਿਹੜੇ ਉਹ ਮੈਜ਼ਰੇਸ਼ਨ ਦੇ ਆ ਸਕਦੇ ਹੈ। ਠੀਕ ਹੈ ਜੀ। ਸੋ ਇਹ ਇੱਕ ਇੰਪੋਰਟੈਂਟ ਟੌਪਿਕ ਜਿਹੜਾ ਅਸੀਂ ਸਟਾਰਟ ਕਰਨ ਜਾ ਰਹੇ ਹਾਂ, ਜਿਹਦੀ 10 ਲੈਕਚਰ ਦੀ ਸੀਰੀਜ਼ ਜਿਹੜੀ ਉਹ ਸਟਾਰਟ ਹੈ ਔਰ ਅੱਜ ਫਸਟ ਲੈਕਚਰ ਜਿਹੜਾ ਹੈ ਅਪਲੋਡ ਹੋ ਰਿਹਾ ਹੈ। ਤੁਸੀਂ ਦੇਖ ਰਹੇ ਹੋ ਫਸਟ ਲੈਕਚਰ ਨੂੰ। ਸੋ ਇਹਨਾਂ ਲੈਕਚਰਸ ਨੂੰ ਬੜੇ ਧਿਆਨ ਨਾਲ ਸਮਝਣਾ ਹੈ। ਅੱਜ ਦੇ ਲੈਕਚਰ ਨੂੰ ਬੜੇ ਧਿਆਨ ਨਾਲ ਸਮਝਣਾ ਹੈ, ਕਿਉਂਕਿ ਅੱਜ ਦੇ ਲੈਕਚਰ ਨੂੰ ਜੇ ਤੁਸੀਂ ਨਹੀਂ ਸਮਝੋਗੇ ਕੱਲ ਦਾ ਲੈਕਚਰ ਬਿਲਕੁਲ ਸਮਝ ਨਹੀਂ ਆਏਗਾ। ਸੋ ਬਿਲਕੁਲ ਧਿਆਨ ਨਾਲ, ਬਿਲਕੁਲ ਐਕਟਿਵ ਹੋ ਕੇ ਇਸ ਲੈਕਚਰ ਨੂੰ ਤੁਸੀਂ ਜਿਹੜਾ ਹੈ ਸਮਝਣਾ ਹੈ। ਜੇ ਚੈਨਲ ਤੇ ਨਵੇਂ ਹੋ, ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਸ਼ੇਅਰ ਵੀ ਕਰਿਆ ਜੇ, ਵੱਧ ਤੋਂ ਵੱਧ ਲਾਈਕ ਵੀ ਕਰਿਆ ਜੇ। ਸੋ ਆਓ ਅਸੀਂ ਸਟਾਰਟ ਕਰਨ ਜਾ ਰਹੇ ਹਾਂ ਆਪਣਾ ਫਸਟ ਲੈਕਚਰ। ਹਾਂਜੀ ਸਟੂਡੈਂਟਸ, ਆਪਾਂ ਆਪਣਾ ਕੰਮ ਜਿਹੜਾ ਹੈ ਉਹ ਬੇਸਿਕ ਕਨਵਰਸ਼ਨਸ ਤੋਂ ਸਟਾਰਟ ਕਰਾਂਗੇ ਸਾਡੇ ਮੈਜ਼ਰੇਸ਼ਨ ਦਾ, ਕਿਉਂਕਿ ਮੈਜ਼ਰੇਸ਼ਨ 'ਚ ਜੇਕਰ ਤੁਹਾਨੂੰ ਬੇਸਿਕ ਕਨਵਰਜਨਸ ਨਹੀਂ ਕਰਨੇ ਆਉਂਦੇ, ਬੇਸਿਕ ਚੇਂਜਸ ਨਹੀਂ ਕਰਨੇ ਆਉਂਦੇ, ਸੋ ਸਾਨੂੰ ਮੈਜ਼ਰੇਸ਼ਨ ਕਰਨ ਦਾ ਵੀ ਕੋਈ ਫਾਇਦਾ ਨਹੀਂ ਹੋਏਗਾ। ਕਿਉਂਕਿ ਐਗਜ਼ਾਮ ਦੇ ਵਿੱਚ ਕਈ ਵਾਰ ਕੁਐਸਚਨ ਟਫ ਨਹੀਂ ਹੁੰਦੇ, ਬਟ ਕੀ ਹੁੰਦਾ ਕਿ ਸਟੇਟਮੈਂਟ ਮੀਟਰ 'ਚ ਦੇ ਕੇ ਆਨਸਰ 'ਚ ਸੈਂਟੀਮੀਟਰ ਦਿੱਤੇ ਹੁੰਦੇ ਹੈ, ਕੁਐਸਚਨ 'ਚ ਕਿਲੋਮੀਟਰ ਦੇ ਕੇ ਆਨਸਰ 'ਚ ਮਾਈਲਸ 'ਚ ਪੁੱਛੇ ਹੁੰਦੇ ਹੈ। ਸੋ ਕੁਐਸਚਨ ਸਾਰਾ ਸੋਲਵ ਹੋਣ ਤੋਂ ਬਾਅਦ ਉਹਦਾ ਆਨਸਰ ਦੇਣ ਲਈ ਸਾਨੂੰ ਐਂਡ 'ਤੇ ਕੁਝ ਕਨਵਰਸ਼ਨਸ ਕਰਨੀਆਂ ਪੈਂਦੀਆਂ, ਕੁਝ ਚੇਂਜਸ ਲਿਆਉਣੇ ਪੈਂਦੇ ਹੈ ਆਨਸਰ ਦੇ ਲਈ। ਸੋ ਬੇਸਿਕ ਕਨਵਰਸ਼ਨਸ ਲਿਖੀਆਂ ਹੋਈਆਂ ਕਿ 1 ਕਿਲੋਮੀਟਰ ਮੀਟਰ 'ਚ, ਸੈਂਟੀਮੀਟਰ 'ਚ ਜਾਂ ਮਾਈਲਸ 'ਚ, 1 ਇੰਚ ਸੈਂਟੀਮੀਟਰ 'ਚ ਹੈ ਨਾ, ਜਾਂ 1 ਮੀਲ ਫੁੱਟ 'ਚ ਕਿੰਨਾ ਹੋਏਗਾ, 1 ਲੀਟਰ 'ਚ ਕੀ ਹੋਏਗਾ, 1 ਏਕੜ 'ਚ, 1 ਹੈਕਟੇਅਰ 'ਚ, 1 ਕੁਆਂਟਲ 'ਚ ਕੀ ਹੈ। ਸੋ ਸਾਰੀਆਂ ਚੀਜ਼ਾਂ ਇੱਥੇ ਦੱਸੀਆਂ ਹੋਈਆਂ ਨੇ। ਈਜ਼ਲੀ ਤੁਹਾਨੂੰ ਇਹਦੀ PDF ਅਵੇਲੇਬਲ ਹੋ ਜਾਏਗੀ। ਮੈਂ ਇਹਦੇ ਵਿੱਚ ਮੇਨ ਚੀਜ਼ਾਂ ਡਿਸਕਸ ਕਰਾਂਗਾ ਜੋ ਸਾਡੇ ਲਈ ਜ਼ਿਆਦਾ ਇੰਪੋਰਟੈਂਟ ਹੁੰਦੀਆਂ ਨੇ। ਸੋ ਸਭ ਤੋਂ ਪਹਿਲਾਂ ਮੈਂ ਇੱਥੇ ਜਿਹੜੀ ਮੇਨ ਇੰਪੋਰਟੈਂਟ ਡਿਸਕਸ ਕਰਾਂਗਾ ਉਹ ਹੈ 1 ਸੈਂਟੀਮੀਟਰ ਇਜ਼ ਇਕੁਅਲ ਟੂ 10 ਮਿਲੀਮੀਟਰ ਹੁੰਦਾ। ਠੀਕ ਹੈ ਜੀ। ਉਸ ਤੋਂ ਬਾਅਦ 1 ਮੀਟਰ ਦੇ ਵਿੱਚ 100 ਸੈਂਟੀਮੀਟਰ ਹੁੰਦੇ ਨੇ ਤੇ ਮੈਂ ਕਹਿ ਸਕਦਾ 1000 ਮਿਲੀਮੀਟਰ ਹੋ ਗਏ, ਔਰ 1 ਕਿਲੋਮੀਟਰ 'ਚ 1000 ਮੀਟਰ। ਇਹ ਸਾਡੇ ਲਈ ਮੋਸਟ ਇੰਪੋਰਟੈਂਟ ਕਨਵਰਸ਼ਨਸ ਨੇ। ਬਾਕੀ ਦੀਆਂ ਤੁਹਾਨੂੰ PDF ਅਵੇਲੇਬਲ ਹੋ ਜਾਏਗੀ। ਅਗਰ ਤੁਸੀਂ PDF ਦੀ ਵੇਟ ਜਿਹੜਾ ਨਹੀਂ ਕਰ ਸਕਦੇ, ਸੋ ਤੁਸੀਂ ਇਸ ਦਾ ਹੁਣੇ ਸਕਰੀਨਸ਼ਾਟ ਵੀ ਲੈ ਸਕਦੇ ਹੋ। ਉਸ ਤੋਂ ਬਾਅਦ ਜਿਹੜੀ ਇੰਪੋਰਟੈਂਟ ਕਨਵਰਸ਼ਨਸ ਹੈ ਉਹ ਹੈ ਕਿ 1 ਕਿਲੋਮੀਟਰ 'ਚ ਕਿੰਨੇ ਮਾਈਲਸ ਹੁੰਦੇ ਹੈ। ਜਦੋਂ ਅਸੀਂ ਪੰਜਾਬੀ 'ਚ ਵੀ ਸੁਣਦੇ ਕਿ ਇੰਨੇ ਮੀਲ ਹੈ, ਸੋ 1 ਮੀਲ ਦਾ ਤੇ 1 ਕਿਲੋਮੀਟਰ ਦਾ ਬਹੁਤ ਜ਼ਿਆਦਾ ਫਰਕ ਹੁੰਦਾ ਹੈ। ਤੁਸੀਂ ਦੇਖੋ 1 ਕਿਲੋਮੀਟਰ ਜਿਹੜਾ ਹੈ 5/8 ਮੀਲ ਦੇ ਇਕੁਅਲ ਹੁੰਦਾ ਹੈ, ਜਾਂ ਇਹ ਕਹਿ ਲਈਏ ਕਿ 1 ਮੀਲ ਜਿਹੜਾ ਹੈ ਉਹ 1.6 ਕਿਲੋਮੀਟਰ ਯਾਨੀ ਕਿ 1.5 ਕਿਲੋਮੀਟਰ ਦੇ ਕਰੀਬ ਹੁੰਦਾ ਹੈ। ਯਾਨੀ ਕਿ 2 ਮੀਲ 3 ਕਿਲੋਮੀਟਰ ਦੇ ਅਪਰੋਕਸੀਮੇਟ ਹੋ ਜਾਏਗਾ। ਸੋ ਇਹ ਹੈ 1 ਇੰਚ ਜਿਹੜਾ ਹੈ 2.54 ਸੈਂਟੀਮੀਟਰ ਦੇ ਇਕੁਅਲ ਹੁੰਦਾ ਹੈ, ਔਰ 1 ਮੀਲ ਜਿਹੜਾ ਹੈ ਉਹ 1760 ਯਾਰਡ ਕਹਿ ਲਓ ਜਾਂ 5280 ਫੁੱਟ ਕਹਿ ਲਓ, ਇਹਦੇ ਇਕੁਅਲ ਹੁੰਦਾ ਹੈ। ਉਹ 1 ਨੌਟੀਕਲ ਮੀਲ ਨੌਟ 6080 ਫੁੱਟ। ਇਹਦੀ ਖਾਸ ਲੋੜ ਪੈਂਦੀ ਨਹੀਂ, ਬਟ ਫਿਰ ਵੀ ਮੈਂ ਤੁਹਾਡੀ ਖਾਸ ਨੌਲੇਜ ਦੇ ਲਈ ਹਰ ਇੱਕ ਚੀਜ਼ ਇੱਥੇ ਅਵੇਲੇਬਲ ਕਰਤੀ, ਚਾਹੇ ਤੁਹਾਡੀ ਯੂਜ਼ ਹੋਵੇ ਚਾਹੇ ਨਾ ਹੋਵੇ। ਉਸੇ ਤਰੀਕੇ ਨਾਲ 100 kg 1 ਕੁਆਂਟਲ ਹੁੰਦਾ ਹੈ, ਔਰ 10 ਕੁਆਂਟਲ ਯਾਨੀ ਕਿ 1 ਟਨ, ਜਾਂ ਮੈਂ ਇਹ ਕਹਾਂ ਕਿ 1000 ਕਿਲੋ ਜਿਹੜਾ ਹੈ 1 ਟਨ ਬਣ ਜਾਂਦਾ ਹੈ। ਤੇ 1 ਕਿਲੋ 'ਚ 2.2 ਪਾਊਂਡਸ ਹੁੰਦੇ ਆ ਅਪਰੋਕਸੀਮੇਟਲੀ। ਠੀਕ ਹੈ ਜੀ। 1 ਲੀਟਰ 'ਚ 1000 cc ਹੁੰਦੇ ਨੇ। ਵੈਸੇ ਜਿਵੇਂ ਅਸੀਂ 1 ਕਿਲੋ 'ਚ ਜਿਵੇਂ ਅਸੀਂ 900 ਲੀਟਰ ਵਾਲੀ ਗੱਲ ਕਰ ਲੈਂਦੇ ਹੁੰਦੇ ਹੈ ਨਾ, ਸੋ ਉਸ ਤਰੀਕੇ ਨਾਲ 1 ਏਕੜ 'ਚ 100 ਮੀਟਰ ਸਕੁਏਅਰ, 100 ਗੁਣਾ 100 ਦਾ ਜਿਹੜਾ ਹੁੰਦਾ ਹੈ 100 ਗੁਣਾ 100 ਮੀਟਰ ਦਾ ਸਕੁਏਅਰ ਹੁੰਦਾ, ਉਸਨੂੰ ਅਸੀਂ 1 ਏਕੜ ਕਹਿ ਦਿੰਦੇ ਹਾਂ। ਔਰ 1 ਹੈਕਟੇਅਰ ਕੀ ਹੈ 100 ਏਕੜ ਦੇ ਬਰਾਬਰ, ਜਾਂ ਇਹ ਕਹਿ ਲਓ ਕਿ 10,000 ਮੀਟਰ ਦਾ ਸਕੁਏਅਰ ਉਹਦਾ ਜਿਹੜਾ ਏਰੀਆ ਬਣਦਾ ਹੈ। ਸੋ ਇਹ ਬੇਸਿਕ ਕਨਵਰਸ਼ਨ ਸੀਗੀਆਂ ਜਿਹੜੀਆਂ ਮੈਨੂੰ ਸਭ ਤੋਂ ਇੰਪੋਰਟੈਂਟ ਲੱਗੀਆਂ ਕਿ ਮੈਂ ਡਿਸਕਸ ਕਰਾਂ। ਸੋ ਮੈਂ ਬਿਲਕੁਲ ਸਟਾਰਟਿੰਗ 'ਚ ਤੁਹਾਡੇ ਨਾਲ ਜੋ ਡਿਸਕਸ ਕੀਤੀ ਉਹ ਬੇਸਿਕ ਕਨਵਰਸ਼ਨਸ ਡਿਸਕਸ ਕਰਨੇ ਆ, ਤਾਂ ਕਿ ਤੁਹਾਨੂੰ ਕੱਲ੍ਹ ਨੂੰ ਕੋਈ ਇੱਦਾਂ ਦੀ ਦਿੱਕਤ ਨਾ ਹੀ ਆਵੇ ਤਾਂ ਜ਼ਿਆਦਾ ਚੰਗੀ ਗੱਲ ਹੈ। ਠੀਕ ਹੈ ਜੀ। ਆਓ ਆਪਾਂ ਨੈਕਸਟ ਵੱਧਦੇ ਹਾਂ ਆਪਣੇ ਥਿਊਰੀ ਪੋਰਸ਼ਨ ਵੱਲ। ਥਿਊਰੀ ਪੋਰਸ਼ਨ 'ਚ ਮੈਂ ਫਿਰ ਪਹਿਲਾਂ ਹੀ ਗੱਲ ਕੀਤੀ ਸੀ ਕਿ ਆਪਾਂ ਬੇਸਿਕ ਫਰੋਮ ਬੇਸਿਕਸ, ਮੈਂ ਇਹ ਮੰਨ ਕੇ ਚੱਲ ਰਿਹਾ ਕਿ ਤੁਹਾਨੂੰ ਕੁਝ ਨਹੀਂ ਆਉਂਦਾ, ਤੁਸੀਂ ਬਿਲਕੁਲ ਖਾਲੀ ਹੋ, ਤੁਸੀਂ ਇੱਕ ਬਿਲਕੁਲ ਕੋਰੀ ਸਲੇਟ ਹੋ, ਤੇ ਹੁਣ ਉਸ ਸਲੇਟ ਦੇ ਉੱਤੇ ਮੈਂ ਕੁਛ ਨਾ ਕੁਛ ਲਿਖਣ ਜਾ ਰਿਹਾ। ਸੋ ਬਿਲਕੁਲ ਬੇਸਿਕ ਤੋਂ ਸਟਾਰਟ ਕਰਾਂਗਾ।
ਚਾਹੇ ਤੁਹਾਨੂੰ ਮੈਥ ਦਾ ਊੜਾ ਐੜਾ ਏਡੀ ਨਹੀਂ ਆਉਂਦਾ, ਮੈਂ ਬਿਲਕੁਲ ਬੇਸਿਕ ਤੋਂ ਸਟਾਰਟ ਕਰ ਰਿਹਾ ਤਾਂ ਕਿ ਤੁਹਾਨੂੰ ਹਰ ਇੱਕ ਚੀਜ਼ ਸਮਝ ਆਵੇ। ਪਹਿਲੀ ਚੀਜ਼ ਹੈ ਜੀ ਪੁਆਇੰਟ, ਬਿੰਦੂ। ਜਿਵੇਂ ਮੈਂ ਆਹ ਚੀਜ਼ ਬਣਾ ਲਈ, ਇਸ ਨੂੰ ਅਸੀਂ ਪੁਆਇੰਟ ਕਹਿੰਦੇ ਹਾਂ, ਠੀਕ ਹੈ ਜੀ। ਸੋ ਪੁਆਇੰਟ ਦੀ ਡੈਫੀਨੇਸ਼ਨ ਕੀ ਹੁੰਦੀ ਹੈ ਕਿ ਨੋ ਹਾਈਟ, ਨੋ ਲੈਂਥ ਤੇ ਨੋ ਬ੍ਰੈਡਥ, ਠੀਕ ਹੈ ਜੀ। ਨਾ ਹੀ ਲੈਂਥ ਹੁੰਦੀ ਹੈ ਉਹਦੀ, ਨਾ ਹੀ ਬ੍ਰੈਡਥ ਹੁੰਦੀ ਹੈ, ਤੇ ਨਾ ਹੀ ਹਾਈਟ ਹੁੰਦੀ ਹੈ, ਨਾ ਲੰਬਾਈ, ਨਾ ਚੌੜਾਈ, ਨਾ ਉਚਾਈ। ਉਸ ਚੀਜ਼ ਨੂੰ ਅਸੀਂ ਪੁਆਇੰਟ ਕਹਿ ਦਿੰਦੇ ਹਾਂ, ਠੀਕ ਹੈ ਜੀ, ਪੁਆਇੰਟ। ਫਿਰ ਆ ਗਈ ਜੀ ਲਾਈਨ, ਰੇਖਾ। ਲਾਈਨ ਕੀ ਹੁੰਦੀ ਹੈ, ਇਸ ਨੂੰ ਅਸੀਂ ਲਾਈਨ ਕਹਿ ਦਿੰਦੇ ਹਾਂ, ਠੀਕ ਹੈ ਜੀ। ਮਤਲਬ ਉਹਦੇ ਕੋਲ ਇੱਕ ਸਟਾਰਟਿੰਗ ਪੁਆਇੰਟ ਤਾਂ ਹੈ ਪਰ ਐਂਡ ਪੁਆਇੰਟ ਨਹੀਂ ਹੁੰਦਾ, ਉਸ ਨੂੰ ਅਸੀਂ ਲਾਈਨ ਕਹਿੰਦੇ ਹਾਂ, ਠੀਕ ਹੈ ਜੀ। ਸਟਾਰਟਿੰਗ ਪੁਆਇੰਟ ਹੁੰਦਾ ਹੈ ਪਰ ਲਾਸਟ ਪੁਆਇੰਟ ਜਾਂ ਇਹ ਕਹਿ ਦਈਏ ਐਂਡ ਪੁਆਇੰਟ ਉਹ ਜਿਹੜਾ ਹੈ ਨਹੀਂ ਹੁੰਦਾ, ਠੀਕ ਹੈ ਜੀ। ਸਟਾਰਟਿੰਗ ਪੁਆਇੰਟ ਨੂੰ ਇਨੀਸ਼ੀਅਲ ਵੀ ਕਹਿ ਦਿੱਤਾ ਜਾਂਦਾ ਹੈ। ਇਨੀਸ਼ੀਅਲ ਪੁਆਇੰਟ ਤਾਂ ਹੈ ਪਰ ਟਰਮੀਨਲ ਪੁਆਇੰਟ ਨਹੀਂ ਹੈ, ਜਿੱਥੇ ਉਹਨੇ ਖਤਮ ਹੋਣਾ। ਸੋ ਟਰਮੀਨਲ ਪੁਆਇੰਟ ਜਿਹੜਾ ਉਹਦੇ ਕੋਲ ਨਹੀਂ ਹੈ ਤੇ ਇਨੀਸ਼ੀਅਲ ਪੁਆਇੰਟ ਉਹਦੇ ਕੋਲ ਹੋਏਗਾ, ਸੋ ਇਹਨੂੰ ਲਾਈਨ ਕਿਹਾ ਜਾਂਦਾ ਹੈ, ਠੀਕ ਹੈ ਜੀ। ਨੈਕਸਟ ਆਪਾਂ ਵੱਧਦੇ ਹਾਂ ਲਾਈਨ ਸੈਗਮੈਂਟ ਵੱਲ। ਲਾਈਨ ਸੈਗਮੈਂਟ ਕੀ ਹੁੰਦੀ ਹੈ ਕਿ ਤੁਹਾਡੇ ਕੋਲ ਸਟਾਰਟਿੰਗ ਪੁਆਇੰਟ ਵੀ ਹੈ ਔਰ ਟਰਮੀਨਲ ਪੁਆਇੰਟ ਵੀ ਹੈ। ਇਨੀਸ਼ੀਅਲ ਪੁਆਇੰਟ ਔਰ ਟਰਮੀਨਲ ਪੁਆਇੰਟ ਦੋਨੋਂ ਹੋਣ, ਇਸ ਨੂੰ ਅਸੀਂ ਲਾਈਨ ਕਹਿੰਦੇ ਹਾਂ, ਤੇ ਇਹਨੂੰ ਅਸੀਂ ਕਹਿੰਦੇ ਏ ਬੀ ਇੱਕ ਲਾਈਨ ਹੈ, ਏ ਬੀ ਇਜ਼ ਲਾਈਨ। ਫਿਰ ਅਸੀਂ ਕਹਿੰਦੇ ਕਿ ਏ ਬੀ ਇੱਕ ਲਾਈਨ ਹੈ, ਏ ਬੀ ਇਜ਼ ਅ ਲਾਈਨ ਸੈਗਮੈਂਟ। ਸੋ ਲਾਈਨ ਔਰ ਲਾਈਨ ਸੈਗਮੈਂਟ ਦਾ ਹੁਣ ਫਰਕ ਤੁਹਾਨੂੰ ਪਤਾ ਲੱਗਿਆ ਹੋਏਗਾ ਕੀ ਹੁੰਦਾ, ਠੀਕ ਹੈ ਜੀ। ਫਿਗਰ, ਚਿੱਤਰ, ਆਕ੍ਰਿਤੀ ਕੀ ਹੁੰਦੀਆਂ? ਫਿਗਰ ਕੀ ਹੁੰਦੀ ਹੈ? ਦੇਖੋ ਤੁਸੀਂ ਕੁਛ ਮਰਜ਼ੀ ਇਦਾਂ ਦਾ ਬਣਾ ਲਓ, ਇਹ ਫਿਗਰ ਹੁੰਦੀ ਹੈ, ਠੀਕ ਹੈ ਜੀ। ਇਹ ਰਫਲੀ ਫਿਗਰ ਹੋਊਗੀ। ਅਗਰ ਮੈਂ ਹੋਰ ਗੱਲ ਕਰਾਂ ਕਿ ਅਗਰ ਤੁਸੀਂ ਲਾਈਨ ਸੈਗਮੈਂਟ ਦੀ ਹੈਲਪ ਨਾਲ ਕੁਝ ਬਣਾਉਣਾ ਚਾਹੁੰਦੇ ਹੋ, ਇਦਾਂ ਕੁਝ ਵੀ ਹੈ ਨਾ, ਇਹ ਲਾਈਨ ਸੈਗਮੈਂਟ ਦੀ ਹੈਲਪ ਤੋਂ ਬਣਾਇਆ, ਇਹ ਵੀ ਇੱਕ ਫਿਗਰ ਹੈ, ਠੀਕ ਹੈ ਜੀ। ਸੋ ਹਰ ਇੱਕ ਚੀਜ਼ ਇੱਕ ਫਿਗਰ ਹੁੰਦੀ, ਤੁਸੀਂ ਉਸ ਨੂੰ ਕਲੋਜ਼ ਰੱਖੋ ਚਾਹੇ ਨਾ ਰੱਖੋ, ਇਹ ਵੀ ਇੱਕ ਫਿਗਰ ਬਣੇਗੀ ਲਾਈਨ ਸੈਗਮੈਂਟ ਤੋਂ। ਸੋ ਇਹ ਫਿਗਰਸ ਹੈ, ਤੁਸੀਂ ਉਸ ਫਿਗਰ ਨੂੰ ਕਲੋਜ਼ ਵੀ ਕਰ ਸਕਦੇ ਹੋ, ਮਤਲਬ ਇਸ ਤਰੀਕੇ ਨਾਲ ਬੰਦ ਵੀ ਕਰ ਸਕਦੇ ਹੋ, ਔਰ ਇਸ ਤਰੀਕੇ ਨਾਲ ਖੁੱਲੀ ਵੀ ਛੱਡ ਸਕਦੇ ਹੋ। ਹਰ ਇੱਕ ਚੀਜ਼ ਇੱਕ ਫਿਗਰ ਹੈ। ਸੋ ਫਿਗਰ ਬੇਸਿਕਲੀ ਕੀ ਹੁੰਦੀ ਹੈ, ਰਫਲੀ ਵੀ ਹੋ ਸਕਦੀ ਹੈ ਤੇ ਲਾਈਨ ਸੈਗਮੈਂਟ ਦੀ ਹੈਲਪ ਨਾਲ ਵੀ ਬਣਾਈ ਜਾ ਸਕਦੀ ਹੈ, ਠੀਕ ਹੈ ਜੀ। ਕਲੋਜ਼ਡ ਵੀ ਹੋ ਸਕਦੀ ਹੈ ਤੇ ਕੁਝ ਵੀ। ਸੋ ਕਲੋਜ਼ਡ ਫਿਗਰ ਕੀ ਹੋਏਗੀ, ਜਿਹਨੂੰ ਤੁਸੀਂ ਇਸ ਤਰੀਕੇ ਨਾਲ ਬੰਦ ਕਰ ਦਿਓ, ਮਤਲਬ ਜਿੰਨੀਆਂ ਲਾਈਨ ਸੈਗਮੈਂਟ ਤੁਸੀਂ ਯੂਜ਼ ਕਰਨੀਆਂ ਸੀ ਤੁਸੀਂ ਕਰੋ, ਉਸ 'ਚ ਕੋਈ ਪਾਬੰਦੀ ਨਹੀਂ ਹੈ, ਪਰ ਉਹ ਬੰਦ ਇੱਕ ਹੋਣੀ ਚਾਹੀਦੀ ਹੈ ਫਿਗਰ। ਸੋ ਇਹ ਚੀਜ਼ ਅਸੀਂ ਕਲੋਜ਼ਡ ਫਿਗਰ ਕਹਿ ਦਾਂਗੇ, ਇਹ ਕਲੋਜ਼ਡ ਫਿਗਰ ਕਹਿ ਲਾਂਗੇ, ਇਹ ਵਾਲੀ ਕਲੋਜ਼ਡ ਫਿਗਰ ਨਹੀਂ ਹੈ। ਪਰ ਕਲੋਜ਼ਡ ਫਿਗਰ 'ਚ ਇਹ ਲਾਈਨਸ ਤੋਂ ਬਣੀ ਹੈ ਔਰ ਇਹ ਵਿੱਚ ਅਸੀਂ ਆ ਜਿਵੇਂ ਕਰਵ ਯੂਜ਼ ਕਰ ਲਈ, ਸੋ ਇਹਦੇ ਵਿੱਚ ਲਾਈਨ ਸੈਗਮੈਂਟ ਨਹੀਂ ਯੂਜ਼ ਕੀਤੀ। ਕਈ ਵਾਰ ਲਾਈਨ ਯੂਜ਼ ਕਰ ਲਈ ਔਰ ਲਾਈਨ ਸੈਗਮੈਂਟ ਯੂਜ਼ ਕਰ ਲਈ, ਕਰਵ ਯੂਜ਼ ਕਰ ਲਈ, ਇਹਦੇ 'ਚ ਇਕੱਠਾ ਮਿਕਸਚਰ ਹੈ, ਇਹ ਸਿਰਫ ਲਾਈਨ ਸੈਗਮੈਂਟ ਤੋਂ ਬਣੀ ਹੈ। ਔਰ ਕਲੋਜ਼ਡ ਫਿਗਰ ਦਾ ਮਤਲਬ ਹੈ ਕਿ ਉਹ ਬੰਦ ਹੋਵੇ। ਕਲੀਅਰ ਹੈ ਜੀ? ਕੁਝ ਬੇਸਿਕ ਫੈਕਟਸ ਆਪਾਂ ਕੀਤੇ, ਕਲੀਅਰ ਹੈ ਜੀ। ਹੁਣ ਆ ਜਾਓ ਟ੍ਰਾਇੰਗਲ ਤੇ। ਆਪਣਾ ਮੇਨ ਜਿਹੜਾ ਹੈ ਹੁਣ ਮੈਂਜ਼ਰੇਸ਼ਨ ਸਟਾਰਟ ਹੋਣ ਜਾ ਰਹੀ ਹੈ, ਟ੍ਰਾਇੰਗਲ। ਟ੍ਰਾਇੰਗਲ ਨੂੰ ਪੰਜਾਬੀ 'ਚ ਤੁਹਾਨੂੰ ਪਤਾ ਹੀ ਹੈ ਕੀ ਕਹਿੰਦੇ ਆ ਆਪਾਂ, ਤ੍ਰਿਭੁਜ ਕਹਿ ਲੈਂਦੇ ਹਾਂ ਤੇ ਤ੍ਰਿਕੋਣ ਕਹਿ ਲੈਂਦੇ ਹਾਂ, ਠੀਕ ਹੈ ਜੀ। ਤੁਸੀਂ ਦੇਖੋ, ਮੈਂ ਇੱਕ ਚੀਜ਼ ਨਾ ਬੜੇ ਧਿਆਨ ਨਾਲ ਦੱਸਦਾ, ਤੁਸੀਂ ਸਿਰਫ ਨਾ ਕਨਸੈਪਟ ਨਹੀਂ ਸਿੱਖਣਾ ਕਿ ਟ੍ਰਾਇੰਗਲ ਦੀ ਗੱਲ ਹੋ ਰਹੀ ਹੈ, ਤੁਸੀਂ ਇਹ ਸਿੱਖਣਾ ਹੈ ਕਿ ਮੈਂ ਟ੍ਰਾਇੰਗਲ ਦੀ ਗੱਲ ਨਹੀਂ ਕਰ ਰਿਹਾ, ਮੈਂ ਗੱਲ ਕਰ ਰਿਹਾ ਇੱਕ ਤ੍ਰਿਕੋਣਾਕਾਰ ਪਾਰਕ ਦੀ। ਕਿਉਂਕਿ ਜੋ ਤੁਹਾਨੂੰ ਕੁਐਸਚਨਸ ਆਉਂਦੇ ਨੇ ਨਾ ਪੇਪਰ 'ਚ, ਉੱਥੇ ਸਿਰਫ ਟ੍ਰਾਇੰਗਲ ਨਹੀਂ ਲਿਖਿਆ ਹੁੰਦਾ ਸਿੱਧਾ, ਉੱਥੇ ਆਉਂਦਾ ਹੈ ਇੱਕ ਜੀ ਤ੍ਰਿਕੋਣਾਕਾਰ ਪਾਰਕ ਹੈਗਾ, ਠੀਕ ਹੈ ਜੀ। ਸੋ ਇਸ ਤਰੀਕੇ ਨਾਲ ਤੁਸੀਂ ਚੀਜ਼ਾਂ ਨੂੰ, ਇਹਨੂੰ ਟ੍ਰਾਇੰਗਲ ਵੀ ਨਾਲ ਸਮਝੋ ਤੇ ਨਾਲ ਇਹ ਵੀ ਸਮਝੋ ਕਿ ਇੱਕ ਤ੍ਰਿਕੋਣਾਕਾਰ ਪਾਰਕ ਦੇ ਬਾਰੇ ਦੇ ਵਿੱਚ ਤੁਹਾਨੂੰ ਗੱਲਾਂ ਸਮਝਾਈਆਂ ਜਾਣਗੀਆਂ, ਠੀਕ ਹੈ ਜੀ। ਸੋ ਟ੍ਰਾਇੰਗਲ ਕੀ ਹੈ, ਬੇਸਿਕ 3 ਲਾਈਨ ਸੈਗਮੈਂਟ ਨੇ, 3 ਲਾਈਨ ਸੈਗਮੈਂਟ ਚਾਹੀਦੀਆਂ ਨੇ, ਠੀਕ ਹੈ ਜੀ। ਉਹਦੇ ਤੋਂ ਇੱਕ ਫਿਗਰ ਚਾਹੀਦੀ ਹੈ ਜਿਹੜੀ ਕਿ ਕਲੋਜ਼ਡ ਹੋਵੇ, ਫਿਗਰ ਬਣਾਉਣੀ ਹੈ ਜਿਹੜੀ ਕਿ ਕਲੋਜ਼ਡ ਹੋਵੇ, ਯਾਨੀ ਕਿ ਉਹ 3 ਲਾਈਨਾਂ ਨੂੰ ਤੁਸੀਂ ਕਿਸੇ ਵੀ ਤਰੀਕੇ ਜੋੜੋ ਪਰ ਉਹਨਾਂ ਤੋਂ ਇੱਕ ਬੰਦ ਫਿਗਰ ਬਣਨੀ ਚਾਹੀਦੀ ਹੈ, ਠੀਕ ਹੈ ਜੀ। ਸੋ 3 ਲਾਈਨ ਸੈਗਮੈਂਟ ਵਿਦ ਅ ਕਲੋਜ਼ਡ ਫਿਗਰ, ਉਹਨੂੰ ਅਸੀਂ ਟ੍ਰਾਇੰਗਲ ਕਹਿੰਦੇ ਹਾਂ, ਉਹਨੂੰ ਅਸੀਂ ਟ੍ਰਾਇੰਗਲ ਕਹਿ ਦਿੰਦੇ ਹਾਂ। ਕਲੀਅਰ ਹੈ ਜੀ ਇਸ ਚੀਜ਼ ਦੀ ਸਾਰੀ ਗੱਲ, ਠੀਕ ਹੈ ਜੀ। ਹੁਣ ਮੈਂ ਥੋੜੀ ਜਿਹੀ ਇਹਦੇ ਵਿੱਚ ਗੱਲ ਕਰਾਂ ਕਿ ਆਲ ਐਕਸਟੀਰੀਅਰ ਐਂਡ ਇੰਟੀਰੀਅਰ ਐਂਗਲਸ। ਦੇਖੋ ਇੰਟੀਰੀਅਰ ਕੀ ਹੁੰਦਾ ਹੈ,
ਇੰਟੀਰੀਅਰ ਐਂਗਲ ਕੀ ਹੁੰਦਾ ਹੈ? ਜਿਹੜੇ ਇਹਦੇ ਅੰਦਰ ਬਣ ਰਹੇ ਆ, ਮੰਨ ਲਓ ਇਹ ਤ੍ਰਿਭੁਜ ਤੁਸੀਂ ਦੇਖਦੇ ਆ ਰਹੇ ਹੋ ਹੈ ਨਾ ਛੋਟੇ ਹੁੰਦੇ ਤੋਂ, ਮੈਂ ਉਸੇ ਤੋਂ ਹੀ ਐਗਜ਼ਾਮਪਲ ਦੇ ਦਿੰਦਾ। ਇੰਟੀਰੀਅਰ ਐਂਗਲ ਦਾ ਮਤਲਬ ਹੈ ਜੋ ਕੋਣ ਆ ਅੰਦਰ ਬਣ ਰਹੇ ਨੇ ਤਿੰਨੋਂ। ਤੇ ਐਕਸਟੀਰੀਅਰ ਐਂਗਲ ਕੀ ਹੁੰਦੇ ਆ? ਜੋ ਮੰਨ ਲਓ ਆਹ ਲਾਈਨ ਹੋ ਗਈ, ਇਹ ਹੋਰ ਵਧਾਤੀ, ਆਹ ਵਾਲਾ ਐਂਗਲ ਹੋ ਗਿਆ ਤੇ ਇਹਨੂੰ ਤੁਸੀਂ ਹੋਰ ਵਧਾਤਾ, ਯਾਨੀ ਕਿ ਆਹ ਵਾਲਾ A, ਆਹ ਵਾਲਾ B ਤੇ ਆਹ ਵਾਲਾ C। ਇਹ ਵਾਲੇ ਐਂਗਲ ਨੂੰ ਅਸੀਂ ਐਕਸਟੀਰੀਅਰ ਕਹਿੰਦੇ ਆ, ਬਾਹਰਲੇ, ਤੇ ਜਿਹੜੇ ਆ ਬਣੇ ਨੇ ਇਹ ਅੰਦਰਲੇ। ਸੋ ਇੰਟੀਰੀਅਰ ਐਂਗਲਸ ਕੀ ਹੁੰਦੇ ਨੇ? ਉਹਨਾਂ ਦਾ ਜੋ ਸਮ ਹੁੰਦਾ, ਮਤਲਬ ਮੈਂ ਇੱਥੇ ਦੱਸਦਾ, ਸਮ ਆਫ ਇੰਟੀਰੀਅਰ ਐਂਗਲਸ ਕੀ ਹੁੰਦਾ ਜੀ? 180 ਡਿਗਰੀ ਹੋਣਾ ਜ਼ਰੂਰੀ ਹੁੰਦਾ ਹੈ ਅਗਰ ਤੁਸੀਂ ਇੱਕ ਤ੍ਰਿਭੁਜ ਦੇ ਵਿੱਚ ਬੈਠੇ ਹੋ। ਅਗਰ ਤੁਸੀਂ ਇੱਕ ਤ੍ਰਿਭੁਜ ਦੀ ਗੱਲ ਕਰ ਰਹੇ ਹੋ, ਸੋ ਉਹਦੇ ਇੰਟੀਰੀਅਰ ਐਂਗਲਸ ਦਾ ਜੋੜ 180 ਹੋਣਾ ਜ਼ਰੂਰੀ ਹੈ। ਠੀਕ ਹੈ ਜੀ। ਪਰ ਜੇ ਮੈਂ ਇੱਥੇ ਗੱਲ ਕਰਾਂ ਸਮ ਆਫ ਐਕਸਟੀਰੀਅਰ ਐਂਗਲ, ਸੋ ਉਹ 360 ਉਹਨਾਂ ਦਾ ਜੋੜ ਹੋਣਾ ਜ਼ਰੂਰੀ ਹੁੰਦਾ। ਸਮ ਆਫ ਐਕਸਟੀਰੀਅਰ ਐਂਗਲਸ 360 ਹੋਣਾ ਜ਼ਰੂਰੀ ਹੁੰਦਾ ਹੈ। ਜਿਵੇਂ ਮੰਨ ਲਓ ਮੈਂ ਇਸ ਨੂੰ ਕਹਤਾ ਇਹ 60 ਹੈ ਔਰ ਇਸ ਨੂੰ ਮੈਂ ਕਹਦਾ ਕਿ 50 ਹੈ ਔਰ ਇਹਨੂੰ ਕਹਦਾ 70 ਹੈ, तो ये जोड़ 180 हो गया। उस तो बाद की हो गया 60 है तो आ वाला 120 हो जाएगा, ये 70 है तो ये 110 हो जाएगा, ये 50 है तो ये 130 हो जाएगा। सो इन्होंने तीनों तुम जोड़ोगे तो 360 हो जाएगा। क्लीयर है जी। बड़े आराम नाल बड़े ईजली कली कली चीज़ नूं समझना है तुसीं। क्लीयर है जी। उस तो बाद मैं कुछ खास गल्लां डिस्कस करनी चाहूँगा तुहाडे नाल। टर्मिनोलॉजी मैं पहले ही वर्ड लिख के बैठा कि पेपर दे विच ना बहुत वार वर्डिंग समझ नहीं आउंदी सानू कि उन्होंने दिता की सी सानू। सो मैं हुण इत्थे वो डिस्कस करन जा रहे हैं। पहला एक वर्ड हुंदा है जी परपेंडिकुलर। परपेंडिकुलर वर्ड की गल कर रहे हो। देखो कई बार जरूरी नहीं ना कि हर बारी त्रिभुज इस तरीके की ही बनेगी। मान लो कोई त्रिभुज इस तरीके की बन गई, हजे मैं त्रिभुज दियां टाइप्स डिस्कस करांगा पर मैं पहला वर्डिंग डिस्कस कर रहा सिंपल। मान लो तुहाडे कोल कोई त्रिभुज इहो जी बन गई इस टाइप की, तो इत्थे एक कोण 90 डिग्री का आ गया। कोई त्रिभुज तुहाडे कोल इस तरीके की बन गई। सो की हुंदा जदों ये 90 डिग्री का कोण बनता है ना, और इत्थे अगर तुहाडे कोल उसने कहता कोई थिटा है, इत्थों कोई बंदा है जिहड़ा देख रहा है, सो इस तरीके की कोई त्रिभुज है। मान लो इत्थे तुसीं एक ट्रायंगुलर पार्क दे विच खड़े हो कि वो ट्रायंगुलर पार्क इहो जिहा है और तुसीं इत्थे खड़े हो, मतलब तुसीं तां पूरे खेत नूं हुण इत्थों ही देखोगे ना खड़ के। सो हुण परपेंडिकुलर की हुंदा है जिहड़ा इस थिटे के अकॉर्डिंग हुंदा है। इस थिटे के अकॉर्डिंग जिहड़ा बिल्कुल सामने वाली हुंदी है इसनूं असीं परपेंडिकुलर कह दिंदे हां, लंब। ठीक है जी। और जिथे तुसीं खड़े हो तुहाडे पैर लैके ये हो जाएगा बेस, आधार। सो आ रही बेस। टर्मिनोलॉजी च जो बेस वर्ड यूज़ किया गया है वो इत्थों आया है। इस तरह की खास त्रिभुज दे विच बेस देखा जाता है। सिर्फ इस तरीके की खास त्रिभुज हुंदी है वो। और तीसरा आ गया हाइपोटेन्यूज, जिन्होंने पंजाबी च करण कहते हैं, वो इस चीज़ को क्या जाता है, ये हुंदा जी करण, हाइपोटेन्यूज। क्लीयर है जी। सो ये ट्रैंगल केड़ी है, ये हजे मैं टाइप हुण नैक्सट अगे नैक्सट आप डिस्कस करांगे, नैक्सट स्लाइड जो है अपनी, पर मैं इत्थे टर्मिनोलॉजी डिस्कस कर रहे हैं। सो 3 आप डिस्कस कीतियां। चौथा आ गया जी एल्टीट्यूड की हुंदा है। एल्टीट्यूड की है बेसिकली मैं ये समझाउणा तुहानूं। मान लो तुहाडे कोल त्रिभुज है, हुण की हुंदा इस त्रिभुज चों तुसीं इत्थों दी इत्थे जिहड़ा है एक 90 डिग्री का लंब सिੱਟता, इत्थों दी एक लाइन सिੱਟੀ, पर इस तरीके नाल सिੱਟੀ कि इस लाइन तो जदों तुसीं उहनूं देखदे हो प्रॉपर 90 डिग्री की हुंदी है। सो बेसिकली आह वाली जिहड़ी लाइन है ना ए ते डी, मान लो ए बी सी डी, सो ए डी जिहड़ा है ना इसनूं एल्टीट्यूड कहा जाता है। इसनूं एल्टीट्यूड कहा जाता है। लगी समझ एल्टीट्यूड की हुंदा है। जिवें मान लो तुसीं इस खास त्रिभुज च बैठे हो तो तुसीं इत्थों दी किवें सिੱਟोगे, तुसीं इत्थे तां सिੱਟਣਾ और आही 90 डिग्री होएगा, तो यानी कि आही परपेंडिकुलर ही जिहड़ा है एल्टीट्यूड हो जाएगा। सो तुसीं ध्यान रख सकते हो एल्टीट्यूड का मतलब 90 डिग्री वाला काम हुंदा है। ठीक है जी। सो इहदे विच एल्टीट्यूड इहनूं इत्थे एल्टीट्यूड एवें भी सिੱਟ सकते हैं, इहनूं इहदे नाल मिला दो, सो आ 90 डिग्री दे, सो असीं इहनूं ए डी इत्थे इसनूं असीं एल्टीट्यूड कह दांगे उस ट्रायंगल दा। सो एल्टीट्यूड बहुत बन सकदे, इत्थों दी भी एक बन सकदा है ते आ भी बन सकता है, यानी कि एक त्रिभुज चों तुसीं 3 एल्टीट्यूड कढ सकते हो, खिंच सकते हो। ठीक है जी, लगी समझ। उस तो बाद आ जी बाईसैक्टर। बाईसैक्टर बाईसैक्टर हुंदा 2 हिस्से कर देना। बाई माने 2 हुंदा, सैक्टर माने हिस्से। ठीक है जी। बाई माने 2, जिवें ट्राई माने 3, जिवें ट्रायंगल च ट्राई हुंदा सो मतलब 3 की गल हुंदी है, त्रिभुज है ना, 3 ट्राई। इत्थे है बाई, बाईसैक्टर 2 की गल हुंदी है।
सो दो हिस्से हो जाने। जिवें मान लो आ लाइन है, इहनूं मैं विचों कटता, चाहे इत्थों कट्टिया चाहे इत्थों कट्टिया, पर उहदे दो हिस्से हो गए। मान लो आ लाइन सी मैं इत्थों कटती, सो एक हिस्सा आ रह गया, एक हिस्सा आ रह गया, यानी कि आ इहदा बाईसैक्टर हो गया। ठीक है जी। पर इत्थे बाईसैक्टर तो मतलब बहुत ध्यान रखा जाता कि ये दो हिस्से तो हो गए, पर की ये दो इक्वली हिस्से ने, है ना। सो बाईसैक्टर ਨੂੰ ਬੇਸਿਕਲੀ ਜਿਹੜੀ ਟਰਮੀਨੋਲੋਜੀ ਹੈ ਨਾ ਉਹ ਦੋ ਇਕੁਅਲੀ ਹਿੱਸਿਆਂ 'ਚ ਵੰਡਣ ਦੇ ਲਈ ਯੂਜ਼ ਕੀਤੀ ਜਾਂਦੀ ਹੈ। ਵੈਸੇ ਤਾਂ ਬਾਈਸੈਕਟਰ ਨੂੰ ਅਗਰ ਜਨਰਲ ਪੰਜਾਬੀ 'ਚ ਮੈਂ ਗੱਲ ਕਰਾਂ ਤਾਂ ਦੋ ਹਿੱਸੇ ਦੇ ਵਿੱਚ ਹੀ ਲਿੱਤਾ ਜਾਂਦਾ, ਪਰ ਇੱਥੇ ਅਸੀਂ ਇਸ ਨੂੰ ਦੋ ਹਿੱਸਿਆਂ ਦੇ ਵਿੱਚ ਨਹੀਂ ਲੈ ਕੇ ਚੱਲਣਾ। ਅਸੀਂ ਇਹ ਲੈ ਕੇ ਚੱਲਣਾ ਦੋ ਹਿੱਸੇ ਤੇ ਪਲੱਸ ਦੋਨੋਂ ਬਰਾਬਰ ਹਿੱਸੇ, ਉਹਨੂੰ ਬਾਈਸੈਕਟਰ ਕਹਿਣਾ। ਠੀਕ ਹੈ ਜੀ। ਸੋ ਜਿਹੜੀ ਆਪਾਂ ਕਰ ਰਹੇ ਹਾਂ ਮੈਂਜ਼ਰੇਸ਼ਨ ਦੇ ਵਿੱਚ ਕੀ ਹੈ, ਬਾਈਸੈਕਟਰ ਨੂੰ ਲਾਈਨ ਦੇ ਲਈ ਯੂਜ਼ ਕੀਤਾ ਹੀ ਨਹੀਂ ਜਾਂਦਾ। ਸੋ ਬਾਈਸੈਕਟਰ ਨੂੰ ਇੱਥੇ ਯੂਜ਼ ਕਿਸ ਦੇ ਲਈ ਕੀਤਾ ਜਾਂਦਾ, ਐਂਗਲਸ ਦੇ ਵਿੱਚ ਯੂਜ਼ ਕੀਤਾ ਜਾਂਦਾ। ਜੋ ਮੰਨ ਲਓ ਇਹ ਐਂਗਲ ਤੁਹਾਡਾ 60 ਦਾ ਸੀ ਤਾਂ ਉਹ ਕਹੇਗਾ ਕਿ ਇੱਕ ਲਾਈਨ ਹੈ ਜੀ ਖਿੱਚੋ ਜਿਹੜੀ ਇਸ ਨੂੰ 30 ਦੇ ਵਿੱਚ ਵੰਡ ਜੇ। ਸੋ ਜਿਹੜੀ ਉਹ ਲਾਈਨ ਹੋਏਗੀ ਉਸ ਲਾਈਨ ਨੂੰ ਅਸੀਂ ਬਾਈਸੈਕਟਰ ਕਿਹਾ ਕਰਨਾ ਹੈ। ਸੋ ਇੱਕ ਟ੍ਰਾਇੰਗਲ ਦੇ ਵਿੱਚ ਬਾਈਸੈਕਟਰ ਹੁਣ ਤੁਹਾਨੂੰ ਸਮਝ ਲੱਗ ਗਿਆ ਹੋਏਗਾ। ਮੰਨ ਲਓ ਇਹ ਤੁਹਾਡੀ ਤ੍ਰਿਭੁਜ ਹੈ, ਇੱਥੋਂ ਦੀ 45 ਡਿਗਰੀ ਦਾ ਕੋਣ ਜਾ ਰਿਹਾ। ਸੋ ਤੁਸੀਂ ਕਹੋਗੇ ਕਿ ਜੀ ਲਾਈਨ ਕੱਢੋ ਜਿੱਥੋਂ ਦੀ 22.5 ਡਿਗਰੀ ਦਾ ਐਂਗਲ ਬਣ ਜੇ। ਸੋ ਉਸ ਲਾਈਨ ਨੂੰ ਤੁਸੀਂ ਬਾਈਸੈਕਟਰ ਕਹਿਣਾ। ਇਸ ਚੀਜ਼ ਨੂੰ ਸਮਝੋ। ਜਿਹੜੀ ਲਾਈਨ ਦੇ ਵਿੱਚ ਬਾਈਸੈਕਟਰ ਦੀ ਗੱਲ ਹੁੰਦੀ ਹੈ ਨਾ, ਉਸੇ ਚੀਜ਼ ਨੂੰ ਅਸੀਂ ਮਿਡ ਪੁਆਇੰਟ ਕਹਿ ਦਿੰਦੇ ਹਾਂ। ਮਿਡ ਪੁਆਇੰਟ, ਜਿਵੇਂ ਆ ਲਾਈਨ ਹੈ, ਇਸ ਲਾਈਨ ਦੇ ਬਿਲਕੁਲ ਮਿਡ 'ਚ ਕੀ ਹੋਏਗਾ, ਮਤਲਬ ਕਿ ਬਾਈਸੈਕਟ ਕਰਨਾ ਉਸਨੂੰ ਦੋ ਅਲੱਗ-ਅਲੱਗ ਹਿੱਸਿਆਂ 'ਚ। ਸੋ ਉਹ ਹੁਣ ਅਸੀਂ ਲਾਈਨ ਵਾਰੀ ਅਸੀਂ ਉਸ ਚੀਜ਼ ਨੂੰ ਮਿਡ ਪੁਆਇੰਟ ਦਾ ਨਾਮ ਦਿੰਦੇ ਹਾਂ, ਨਾ ਕਿ ਬਾਈਸੈਕਟਰ ਦਾ। ਇਸ ਚੀਜ਼ ਨੂੰ ਧਿਆਨ ਨਾਲ ਸਮਝੋ। ਸੋ ਲਾਈਨ ਦੇ ਲਈ ਮਿਡ ਪੁਆਇੰਟ ਯੂਜ਼ ਹੋ ਜਾਂਦਾ ਵਰਡ। ਠੀਕ ਹੈ ਜੀ। ਫਿਰ ਆ ਗਿਆ ਸੈਂਟਰੋਇਡ। ਹੁਣ ਸੈਂਟਰੋਇਡ ਕੀ ਹੁੰਦਾ ਹੈ, ਮੰਨ ਲਓ ਇਹ ਤੁਹਾਡੇ ਕੋਲ ਤ੍ਰਿਭੁਜ ਹੈ। ਠੀਕ ਹੈ ਜੀ। ਇਹ ਤੁਹਾਡੇ ਕੋਲ ਕੋਈ ਤ੍ਰਿਭੁਜ ਹੈ। ਮੈਂ ਸੈਂਟਰੋਇਡ ਦੀ ਇੱਕ ਬੇਸਿਕ ਡੈਫੀਨੇਸ਼ਨ ਦੇ ਦਿੰਦਾ ਤੁਹਾਨੂੰ, ਬੇਸਿਕ ਦੇਸੀ ਭਾਸ਼ਾ 'ਚ। ਮੰਨ ਲਓ ਤੁਸੀਂ ਇੱਕ ਤ੍ਰਿਭੁਜ ਦਾ ਪੰਨਾ ਕੱਟ ਲਓ, ਤ੍ਰਿਭੁਜ ਬਣਾ ਕੇ ਤੁਸੀਂ ਇਸ ਨੂੰ ਕੱਟ ਲਓ, ਕੈਂਚੀ ਨਾਲ ਇਸ ਨੂੰ ਕੱਟ ਲਓ। ਤੁਸੀਂ ਕੀ ਕਰਨਾ ਹੈ, ਇਸ ਨੂੰ ਜਦੋਂ ਕੱਟ ਲਿਆ ਨਾ, ਤੁਸੀਂ ਪੈਨ ਦੀ ਨਿੱਬ ਦੇ ਉੱਪਰ ਉਸ ਨੂੰ ਟਿਕਾਉਣ ਦੀ ਕੋਸ਼ਿਸ਼ ਕਰਨੀ ਹੈ, ਤੇ ਜਿਹੜੀ ਬਿਲਕੁਲ ਸਿੱਧੀ ਜਿਹੜੀ ਹੈ ਉਹ ਖੜੀ ਹੋ ਸਕੇ। ਉਹ ਜਿਹੜੇ ਵੀ ਪੁਆਇੰਟ 'ਤੇ ਉਹ ਖੜੀ ਹੋਊਗੀ ਉਸ ਪੁਆਇੰਟ ਨੂੰ ਸੈਂਟਰੋਇਡ ਕਿਹਾ ਜਾਂਦਾ। ਠੀਕ ਹੈ ਜੀ। ਸੈਂਟਰੋਇਡ ਉਸ ਤ੍ਰਿਭੁਜ ਦਾ। ਸੋ ਬੇਸਿਕਲੀ ਸੈਂਟਰੋਇਡ ਨਿਕਲਦਾ ਕਿਵੇਂ ਹੈ, ਤੁਸੀਂ ਇਹਦਾ ਬਾਈਸੈਕਟਰ ਕਰ ਦਿਓ, ਇਹਦਾ ਬਾਈਸੈਕਟਰ ਕਰ ਦਿਓ ਤੇ ਇਹਦਾ ਬਾਈਸੈਕਟਰ ਕਰ ਦਿਓ। ਆਹ ਜਿਹੜਾ ਪੁਆਇੰਟ ਮਿਲੇਗਾ ਨਾ ਤੁਹਾਨੂੰ, ਇਹਨੂੰ ਸੈਂਟਰੋਇਡ ਕਹਿੰਦੇ ਆ। ਔਰ ਅਗਰ ਤੁਸੀਂ ਇਸ ਪੁਆਇੰਟ ਦੇ ਉੱਤੇ ਉਸ ਤ੍ਰਿਭੁਜ ਨੂੰ ਇਸ ਨਿੱਬ ਦੇ ਉੱਤੇ ਰੱਖੋਗੇ ਤਾਂ ਤ੍ਰਿਭੁਜ ਬਿਲਕੁਲ ਸਟ੍ਰੇਟ ਜਿਹੜੀ ਹੈ ਖੜੀ ਹੋ ਜਾਏਗੀ। ਸੋ ਉਸ ਪੁਆਇੰਟ ਨੂੰ ਹੀ ਅਸੀਂ ਸੈਂਟਰੋਇਡ ਕਹਿੰਦੇ ਹਾਂ। ਬੇਸਿਕ ਸੈਂਟਰੋਇਡ ਦੀ ਡੈਫੀਨੇਸ਼ਨ ਇਹੀ ਹੁੰਦੀ ਹੈ। ਠੀਕ ਹੈ ਜੀ। ਮੈਂ ਸੈਂਟਰੋਇਡ ਦਾ ਫਾਰਮੂਲਾ ਵੀ ਦਿਆਂਗਾ ਟ੍ਰਾਇੰਗਲ ਦੇ ਵਿੱਚ, ਕਿ ਸੈਂਟਰੋਇਡ ਜਿਵੇਂ ਇੱਥੇ ਕੋਈ ਪੁਆਇੰਟ ਦਿੱਤੇ ਹੋਣ ਤਾਂ ਸੈਂਟਰੋਇਡ ਨਿਕਲਦਾ ਕਿਵੇਂ ਹੈ, ਮੈਂ ਉਹ ਵੀ ਚੀਜ਼ ਦੱਸ ਦਿਆਂਗਾ। ਉਸ ਤੋਂ ਬਾਅਦ ਹੈ ਜੀ ਇੰਟਰਸੈਕਸ਼ਨ ਵਰਡ ਕਿਸ ਦੇ ਲਈ ਯੂਜ਼ ਹੁੰਦਾ ਹੈ। ਇੰਟਰਸੈਕਸ਼ਨ ਦੇਖੋ ਬੜਾ ਕਾਮਨ ਜੀ ਚੀਜ਼ ਹੈ। ਜਿਵੇਂ ਦੋ ਲਾਈਨਾਂ ਨੇ, ਦੋ ਲਾਈਨਾਂ ਆਪਸ 'ਚ ਜਿੱਥੇ ਕੱਟ ਹੋ ਰਹੀਆਂ ਨਾ, ਕੱਟ ਹੋਣ ਨੂੰ ਇੰਟਰਸੈਕਸ਼ਨ ਕਿਹਾ ਜਾਂਦਾ ਹੈ। ਵੀ ਦੋ ਲਾਈਨਾਂ ਜਿੱਥੇ ਕੱਟ ਹੋ ਗਈਆਂ ਨਾ, ਕੱਟ ਹੋਣ ਨੂੰ ਹੀ ਇੰਗਲਿਸ਼ 'ਚ ਮੈਥਮੈਟਿਕਲੀ ਇੰਟਰਸੈਕਸ਼ਨ ਕਿਹਾ ਜਾਂਦਾ। ਜਿਵੇਂ ਆਪਾਂ ਕਹਿੰਦੇ ਲਾਈਨਾਂ ਕੱਟੀਆਂ ਗਈਆਂ, ਸੋ ਮੈਥਮੈਟਿਕਲੀ ਕਿਹਾ ਜਾਂਦਾ ਕਿ ਦੋ ਲਾਈਨਾਂ ਇੰਟਰਸੈਕਟ ਕਰ ਗਈਆਂ। ਇਹ ਵਰਡਿੰਗ ਹੈ ਜੀ ਇਕੱਲੀ। ਨੈਕਸਟ ਟਰਮੀਨੋਲੋਜੀ ਹੈ ਜੀ ਵਰਟਿਸਿਸ। ਵਰਟਿਸਿਸ ਕੀ ਹੁੰਦੇ ਹੈ, ਮੰਨ ਲਓ ਆ ਤ੍ਰਿਭੁਜ ਹੈ, ਆ ਏ ਹੈ, ਆ ਬੀ ਹੈ, ਆ ਸੀ ਹੈ। ਆ ਜਿਹੜੀਆਂ ਚੀਜ਼ਾਂ ਨੂੰ ਅਸੀਂ ABC ਕਹਿੰਦੇ ਆ ਨਾ, ਇਹਨਾਂ ਨੂੰ ਵਰਟਿਸਿਸ ਕਿਹਾ ਜਾਂਦਾ। A ਵਰਟਿਸਿਸ B C, ਤਿੰਨ ਵਰਟਿਸਿਸ ਹੁੰਦੇ ਆ ਟ੍ਰਾਇੰਗਲ ਦੇ। ਸੋ ਇਹ ਵਰਟਿਸਿਸ ਵਰਡਿੰਗ ਹੈ। ਠੀਕ ਹੈ ਜੀ। ਟਰਮੀਨੋਲੋਜੀ ਸਮਝ ਲੱਗ ਗਈ, ਬਿਲਕੁਲ ਕਲੀਅਰ ਕੱਟ ਸਾਰਾ ਕੁਝ। ਨੈਕਸਟ ਆਪਾਂ ਵਰਡਿੰਗ ਵੱਲ ਵੱਧਦੇ ਹਾਂ। ਪੈਰੀਮੀਟਰ ਕੀ ਹੁੰਦਾ ਤੇ ਏਰੀਆ ਕੀ ਹੁੰਦਾ। ਮੈਂ ਇੱਥੇ ਫਾਰਮੂਲਾ ਨਹੀਂ ਦੱਸਣ ਜਾ ਰਿਹਾ, ਮੈਂ ਇੱਥੇ ਵਰਡਿੰਗ ਡਿਸਕਸ ਕਰਨ ਜਾ ਰਿਹਾ ਕਿ ਪੈਰੀਮੀਟਰ ਤੇ ਏਰੀਆ ਹੁੰਦਾ ਕੀ ਹੈ। ਬੇਸਿਕਲੀ ਪੈਰੀਮੀਟਰ ਕੀ ਹੁੰਦਾ ਨਾ, ਮੰਨ ਲਓ ਜਿਵੇਂ ਮੈਂ ਤੁਹਾਨੂੰ ਇੱਥੇ ਕਿਹਾ ਸੀ ਕਿ ਤੁਸੀਂ ਤ੍ਰਿਭੁਜ ਤੋਂ ਮਤਲਬ ਕੱਲਾ ਤ੍ਰਿਭੁਜ ਨਹੀਂ ਲੈ ਕੇ ਚੱਲਣਾ, ਤੁਸੀਂ ਇਹ ਮੰਨ ਕੇ ਚੱਲਣਾ ਕਿ ਤੁਹਾਨੂੰ ਕਿਸੇ ਤ੍ਰਿਭੁਜ ਆਕਾਰ ਪਾਰਕ ਦੇ ਵਿੱਚ ਖੜਾ ਕੀਤਾ ਗਿਆ। ਸੋ ਮੰਨ ਲਓ ਤੁਸੀਂ ਆ ਤ੍ਰਿਭੁਜ ਆਕਾਰ ਪਾਰਕ ਦੇ ਵਿੱਚ ਖੜੇ ਹੋ। ਸੋ ਹੁਣ ਪੈਰੀਮੀਟਰ ਕੀ ਹੋਏਗਾ, ਤੁਸੀਂ ਉਹਦੇ ਬਿਲਕੁਲ ਨੁਕੜਾਂ ਤੇ ਐਵੇਂ ਘੁੰਮਦੇ ਹੋਏ ਗੇੜਾ ਲਗਾਉਣਾ ਹੈ। ਤੁਸੀਂ ਵਿੱਚੋਂ ਨਹੀਂ ਜਾਣਾ ਕਿਤੋਂ ਵੀ, ਬਿਲਕੁਲ ਨੁਕੜਾਂ ਤੇ ਚੱਲਣਾ ਹੈ। ਸੋ ਇੱਥੋਂ ਤੁਸੀਂ ਚੱਲੇ ਔਰ ਇੱਧਰ ਗਏ, ਫਿਰ ਇੱਧਰ ਗਏ, ਫਿਰ ਇੱਧਰ ਗਏ। ਤੁਸੀਂ ਜਿੰਨਾ ਰਾਹ ਤੈਅ ਕੀਤਾ ਉਸ ਨੂੰ ਹੀ ਪੈਰੀਮੀਟਰ ਕਿਹਾ ਜਾਂਦਾ ਹੈ। ਠੀਕ ਹੈ ਜੀ। ਕੁੱਲ ਮਿਲਾ ਕੇ ਮੈਂ ਗੱਲ ਕਰਾਂ, ਮੰਨ ਲਓ 3 ਸੈਂਟੀਮੀਟਰ ਦੀ ਸੀ, ਇਹ 5 ਦੀ ਸੀ, ਇਹ 8 ਦੀ ਸੀ। ਸੋ ਪੈਰੀਮੀਟਰ ਕੀ ਹੋਏਗਾ, 3 + 5 + 8 ਯਾਨੀ ਕਿ 16 ਸੈਂਟੀਮੀਟਰ, 16 ਕਿਲੋਮੀਟਰ ਕਹਿ ਲਓ ਜਾਂ ਸੈਂਟੀਮੀਟਰ ਕਹਿ ਲਓ, ਜੋ ਮਰਜ਼ੀ ਕਹਿ ਲਓ। ਪਰ ਅਗਰ ਇਹ ਜਿਸ ਵੀ ਟਰਮੀਨੋਲੋਜੀ 'ਚੋਂ ਦੇਖੋ ਅਲੱਗ ਗੱਲ ਹੈ। ਪਰ ਜੇ ਆ 3 ਹੈ, ਇਹ 5 ਹੈ, ਇਹ 8 ਹੈ, ਸੋ ਇਹ ਤਿੰਨਾਂ ਦਾ ਜੋੜ ਕਰਕੇ ਜੋ ਆਏਗਾ ਆਨਸਰ, ਉਸ ਨੂੰ ਅਸੀਂ ਪੈਰੀਮੀਟਰ ਕਹਿੰਦੇ ਹਾਂ। ਮਤਲਬ ਬਿਲਕੁਲ ਸਾਈਡਾਂ ਤੇ ਗੇੜਾ ਲਾਉਣੇ ਤੁਸੀਂ ਖੇਤ ਦੇ, ਸੋ ਉਹਨੂੰ ਪੈਰੀਮੀਟਰ ਕਿਹਾ ਜਾਂਦਾ। ਏਰੀਆ ਕੀ ਹੁੰਦਾ, ਏਰੀਆ ਹੁੰਦਾ ਜਿਵੇਂ
ਜਿਵੇਂ ਉਹ ਖੇਤ ਦੀ ਐਗਜ਼ਾਮਪਲ ਸੀਗੀ ਆਪਣੇ ਕੋਲ, ਪਾਰਕ ਦੀ ਐਗਜ਼ਾਮਪਲ ਲੈ ਲਈ, ਖੇਤ ਦੀ ਐਗਜ਼ਾਮਪਲ ਲੈ ਲਈ। ਏਰੀਆ ਦੇ ਲਈ ਮੈਂ ਤੁਹਾਨੂੰ ਫਰਸ਼ ਦੀ ਐਗਜ਼ਾਮਪਲ ਲੈ ਕੇ ਦੱਸ ਦਿੰਦਾ। ਜਿਵੇਂ ਮੰਨ ਲਓ ਤੁਹਾਡਾ ਫਰਸ਼ ਜਿਹੜਾ ਹੈ, ਤੁਹਾਡਾ ਕਮਰਾ ਜਿਹੜਾ ਤ੍ਰਿਕੋਣਾ ਆਕਾਰ ਹੈ ਔਰ ਉੱਥੇ ਫਰਸ਼ ਲੱਗਿਆ। ਫਰਸ਼ ਕਿਹੜਾ ਲੱਗਿਆ? ਉਹ ਟਾਈਲ ਲਾਈ ਹੈ ਜਿਨ੍ਹਾਂ ਤੇ ਰੰਗ ਹੋ ਜਾਂਦਾ ਹੈ, ਉਹ ਰੈੱਡ ਕਲਰ ਦੀਆਂ ਟਾਈਲਸ। ਸੋ ਤੁਸੀਂ ਟਾਈਲਸ ਇੱਥੇ ਲਗਾਈਆਂ। ਹੁਣ ਮੈਂ ਉਹ ਕਹਿਣਾ ਕਿ ਤੁਸੀਂ ਉਹ ਸਾਰੀਆਂ ਰੈੱਡ ਕਲਰ ਦੀਆਂ ਜਿਹੜੀਆਂ ਉਹ ਟਾਈਲ ਸੀਗੀਆਂ ਉਹਨਾਂ ਨੂੰ ਰੈੱਡ ਕਲਰ ਕਰਨਾ ਹੈ ਨਾ। ਸੋ ਏਰੀਆ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਕਲਰ ਕਰੋ ਉਸ ਨੂੰ, ਹੈ ਨਾ। ਉਹਨੂੰ ਸਾਰੇ ਨੂੰ ਕਲਰ ਕਰੋਗੇ ਤਾਂ ਮਤਲਬ ਇੱਥੇ ਕਲਰ ਹੋਏਗਾ ਨਾ। ਸੋ ਮਤਲਬ ਉਹਦੇ ਤੇ ਪੇਂਟ ਕਰਨਾ ਹੈ। ਜਿਵੇਂ ਕਿਸੇ ਕੰਧ ਦਾ ਏਰੀਆ ਪੁੱਛਿਆ ਜਾਏ ਤਾਂ ਤੁਸੀਂ ਕਹਿਣਾ ਉਸ ਕੰਧ ਤੇ ਪੇਂਟ ਕਿੰਨਾ ਹੋਏਗਾ, ਉਹ ਚੀਜ਼ ਦੱਸੋ, ਠੀਕ ਹੈ ਜੀ। ਸੋ ਏਰੀਆ ਬੇਸਿਕਲੀ ਉਹ ਚੀਜ਼ ਹੁੰਦੀ ਹੈ। ਤੇ ਪੈਰੀਮੀਟਰ ਹੁੰਦਾ ਕਿ ਜਿਹੜੀਆਂ ਸਾਈਡਾਂ ਦਾ ਜੋੜ ਕਰੋ। ਕਲੀਅਰ ਹੈ ਜੀ। ਇਹ ਮੈਂ 2D ਦੀ ਗੱਲ ਕਰ ਰਿਹਾ, ਕਿਤੇ ਤੁਸੀਂ 3D ਦੇ ਵਿੱਚ ਏਰੀਆ ਦੀ ਗੱਲ ਨਾ ਕਰ ਲਿਆ ਜੇ। 3D 'ਚ ਏਰੀਆ ਹੁੰਦਾ ਹੀ ਨਹੀਂ, 3D 'ਚ ਵੋਲੀਅਮ ਹੁੰਦਾ ਹੈ, ਠੀਕ ਹੈ ਜੀ। ਸੋ ਏਰੀਆ ਵਰਡ 2D ਦੇ ਲਈ ਹੀ ਹੁੰਦਾ ਹੈ ਇਕੱਲਾ। ਔਰ ਏਰੀਆ ਦਾ ਮਤਲਬ ਕੀ ਹੋਏਗਾ? ਤੁਸੀਂ ਪੇਂਟ ਕਰਨਾ ਹੈ। ਕਿਸੇ ਗੱਤੇ ਨੂੰ ਤੁਸੀਂ ਚੱਕਿਆ, ਜੋ ਮੰਨ ਲਓ ਤੁਹਾਡਾ ਫੋਨ ਹੈ ਜਾਂ ਮੰਨ ਲਓ ਆਹ ਚੀਜ਼ ਹੈ, ਇਹ ਵੀ ਇੱਕ 2D ਫਿਗਰ ਹੈ ਜਿਹੜੀ ਮੈਂ ਪੇਜ ਚੱਕੀ ਬੈਠਾ। ਔਰ ਇਹਦਾ ਪੈਰੀਮੀਟਰ ਕੀ ਹੋਏਗਾ? ਇੱਥੋਂ ਤੋਂ ਲੱਗੋ ਆ ਸਾਰੇ ਨੁਕੜਾ ਮਾਪ ਲਓ, ਉਹਦਾ ਪੈਰੀਮੀਟਰ ਹੈ। ਔਰ ਮੈਂ ਇੱਥੇ ਕਿੰਨਾ ਪੇਂਟ ਕਰ ਸਕਦਾ, ਇਹ ਉਹਦਾ ਏਰੀਆ ਹੋ ਜਾਏਗਾ। ਬੇਸਿਕ ਟਰਮੀਨੋਲੋਜੀ ਤੁਸੀਂ ਸਮਝੋ ਇਸ ਚੀਜ਼ ਦੀ, ਠੀਕ ਹੈ ਜੀ। ਨੈਕਸਟ ਚੀਜ਼ ਵੱਲ ਆਪਾਂ ਮੂਵ ਕਰਦੇ ਹਾਂ। ਨੈਕਸਟ ਚੀਜ਼ ਹੈ ਬੜੀ ਕਮਾਲ ਦੀ ਚੀਜ਼ ਹੈ, ਟਾਈਮ ਵੇਸਟ ਨਾ ਹੋਵੇ, ਮੈਂ ਬੜੇ ਪਹਿਲਾਂ ਹੀ ਇਸ ਨੂੰ ਲਿਖ ਕੇ ਰੱਖੇ ਹੋਏ ਆ ਤੁਹਾਡੇ ਲਈ ਕਿ ਟਾਈਪਸ ਆਫ ਟ੍ਰਾਇੰਗਲ ਵੀ ਸਾਨੂੰ ਪਤਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਪੇਪਰ 'ਚੋਂ ਕਈ ਵਾਰੀ ਤ੍ਰਿਭੁਜ ਆਕਾਰ ਤਾਂ ਕਹਿ ਦਿੰਦਾ, ਐਵੇਂ ਕਹਿ ਦਿੰਦਾ ਜੀ ਤ੍ਰਿਭੁਜ ਦੀ ਆਹ ਇਸ ਤਰੀਕੇ ਦਾ ਤ੍ਰਿਕੋਣਾਕਾਰ ਪਾਰਕ ਹੈਗਾ। ਸਾਨੂੰ ਇਹ ਵੀ ਸਮਝਣਾ ਜ਼ਰੂਰੀ ਹੈਗਾ ਕਿ ਉਹਦੀਆਂ ਟਾਈਪਸ ਕੀ ਹੋ ਸਕਦੀ ਹੈ। ਇਕੁਈਲੇਟਰਲ ਟ੍ਰਾਇੰਗਲ। ਇਕੁਈਲੇਟਰਲ ਟ੍ਰਾਇੰਗਲ ਦੇਖੋ, ਟ੍ਰਾਇੰਗਲ ਬੇਸਿਕਲੀ 6 ਟਾਈਪ ਦੀਆਂ ਹੁੰਦੀਆਂ, ਠੀਕ ਹੈ ਜੀ। 6 ਤਰ੍ਹਾਂ ਨਾਲ ਤ੍ਰਿਭੁਜ ਬਣਾਈਆਂ ਜਾ ਸਕਦੀਆਂ। ਉਹਦੇ 'ਚੋਂ 3 ਸਾਈਡ ਬੇਸ ਹੁੰਦੀਆਂ, 3 ਐਂਗਲ ਬੇਸ ਹੁੰਦੀਆਂ। ਪਹਿਲਾਂ ਆਪਾਂ ਸਾਈਡ ਬੇਸ ਵਾਲੀ ਦੀ ਗੱਲ ਕਰਦੇ ਹਾਂ। ਇਕੁਈਲੇਟਰਲ ਟ੍ਰਾਇੰਗਲ ਯਾਨੀ ਕਿ ਸਮਭੁਜੀ ਤ੍ਰਿਭੁਜ ਜਿਹਦੀਆਂ ਸਾਰੀਆਂ ਭੁਜਾਵਾਂ ਬਰਾਬਰ ਹੁੰਦੀਆਂ, ਯਾਨੀ ਕਿ ਤਿੰਨੇ ਭੁਜਾਵਾਂ ਏ ਕਹਿ ਸਕਦੇ ਹਾਂ, ਸਾਰੀਆਂ ਭੁਜਾਵਾਂ ਇਕੁਅਲ, ਆਲ ਸਾਈਡਸ ਆਰ ਇਕੁਅਲ। ਜ਼ਿਆਦਾ ਟਾਈਮ ਨਹੀਂ ਵੇਸਟ ਕਰਾਂਗਾ ਮੈਂ ਇਸ ਦੇ ਉੱਤੇ। ਆਈਸੋਸੈਲਸ ਟ੍ਰਾਇੰਗਲ ਯਾਨੀ ਕਿ ਸਮਦੋਭੁਜੀ ਤ੍ਰਿਭੁਜ ਜਿਹਦੇ ਵਿੱਚ ਕੋਈ ਵੀ 2 ਸਾਈਡਾਂ ਬਰਾਬਰ ਹੋ ਸਕਦੀਆਂ, ਯਾਨੀ ਕਿ ਇਹ 2 ਮੈਂ ਇਕੁਅਲ ਲੈ ਲਈਆਂ ਔਰ ਬੀ ਤੀਸਰੀ ਅਲੱਗ ਲੈ ਲਈ। ਸੋ ਕੋਈ ਵੀ 2 ਸਾਈਡਸ ਇਕੁਅਲ ਹੋਣ, ਉਹਨੂੰ ਅਸੀਂ ਆਈਸੋਸੈਲਸ ਟ੍ਰਾਇੰਗਲ ਵੀ ਕਹਿ ਦਿੰਦੇ ਹਾਂ। ਫਿਰ ਆ ਗਈ ਸਕੈਲਨ ਟ੍ਰਾਇੰਗਲ ਯਾਨੀ ਕਿ ਬਿਖਮਭੁਜੀ ਤ੍ਰਿਭੁਜ ਜਿਹਦੀ ਕੋਈ ਵੀ ਭੁਜਾ ਬਰਾਬਰ ਨਹੀਂ ਹੈ। ਬਿਖਮਭੁਜੀ ਯਾਨੀ ਕਿ ਵੱਖਰੀ ਭੁਜਾ ਹੈ, ਸਾਰੀਆਂ ਸਾਈਡਸ ਅਨਇਕੁਅਲ, ਇੱਕ A ਇੱਕ B ਇੱਕ C, ਠੀਕ ਹੈ ਜੀ। ਨੈਕਸਟ ਜੇ ਮੈਂ ਹੁਣ ਇੱਥੇ ਗੱਲ ਕਰਾਂ ਐਂਗਲ ਬੇਸ ਤੇ, ਤਾਂ ਕੀ ਹੁੰਦਾ? ਐਕਿਊਟ ਐਂਗਲ ਟ੍ਰਾਇੰਗਲ। ਐਕਿਊਟ ਐਂਗਲ ਕੀ ਹੁੰਦਾ ਜੀ? ਮੈਂ ਪਹਿਲਾਂ ਐਕਿਊਟ ਐਂਗਲ ਦੀ ਡੈਫੀਨੇਸ਼ਨ ਦੇ ਦਾਂ। ਐਕਿਊਟ ਐਂਗਲ ਹੁੰਦਾ 90 ਤੋਂ ਛੋਟੇ ਵਾਲਾ। ਜਿਹੜਾ ਐਂਗਲ 90 ਤੋਂ ਛੋਟਾ ਹੋਵੇ ਉਹਨੂੰ ਅਸੀਂ ਐਕਿਊਟ ਐਂਗਲ ਕਹਿੰਦੇ ਹਾਂ। ਸੋ ਐਕਿਊਟ ਐਂਗਲ ਟ੍ਰਾਇੰਗਲ ਕੀ ਹੁੰਦੀ ਹੈ ਕਿ ਉਹ ਵਾਲੀ ਤ੍ਰਿਭੁਜ, ਉਹ ਵਾਲਾ ਤ੍ਰਿਕੋਣ ਜਿਹਦੇ ਵਿੱਚ ਸਾਰੇ ਦੇ ਸਾਰੇ ਕੋਣ ਹੀ 90 ਡਿਗਰੀ ਤੋਂ ਛੋਟੇ ਹੋਣ, ਸਾਰੇ ਕੋਣ 90 ਤੋਂ ਛੋਟੇ ਹੋਣ। ਸੋ ਜਿਵੇਂ ਆਹ ਤ੍ਰਿਭੁਜ ਦੀ ਐਗਜ਼ਾਮਪਲ ਲਾਈਏ, ਮੈਂ 70 ਇੱਕ 60 ਇੱਕ 50 ਹੈ। ਸੋ ਇਸ ਤ੍ਰਿਭੁਜ ਨੂੰ ਅਸੀਂ ਜੇਕਰ ਸਾਡੇ ਅੱਗੇ ਇਸ ਤਰੀਕੇ ਦੀ ਤ੍ਰਿਭੁਜ ਰੱਖ ਦਿੱਤੀ ਜਾਏ ਤਾਂ ਅਸੀਂ ਕਹਾਂਗੇ ਐਕਿਊਟ ਐਂਗਲ ਟ੍ਰਾਇੰਗਲ ਹੈ। ਫਿਰ ਅੱਗੇ ਓਬਟਿਊਜ਼ ਐਂਗਲ ਟ੍ਰਾਇੰਗਲ। ਐਕਿਊਟ ਨੂੰ ਨਿਊਨ ਕੋਣੀ ਤ੍ਰਿਭੁਜ ਵੀ ਕਿਹਾ ਜਾਂਦਾ। ਐਕਿਊਟ ਮਾਣੇ ਨਿਊਨ ਹੁੰਦਾ ਹੈ, ਓਬਟਿਊਜ਼ ਮਾਣੇ ਅਧਿਕ ਕੋਣ ਹੁੰਦਾ ਹੈ। ਔਰ ਓਬਟਿਊਜ਼ ਐਂਗਲ ਟ੍ਰਾਇੰਗਲ ਯਾਨੀ ਕਿ ਅਧਿਕ ਕੋਣੀ ਤ੍ਰਿਭੁਜ, ਯਾਨੀ ਕਿ ਅਧਿਕ ਕੋਣੀ ਦਾ ਮਤਲਬ ਹੁੰਦਾ ਹੈ ਓਬਟਿਊਜ਼ ਐਂਗਲ ਕੀ ਹੁੰਦਾ? 90 ਤੋਂ ਵੱਡੇ ਵਾਲਾ ਤੇ 180 ਤੋਂ ਘੱਟ ਵਾਲਾ, ਇਸ ਨੂੰ ਅਸੀਂ ਓਬਟਿਊਜ਼ ਐਂਗਲ ਕਹਿੰਦੇ ਹਾਂ। ਸੋ ਓਬਟਿਊਜ਼ ਐਂਗਲ ਟ੍ਰਾਇੰਗਲ ਕੀ ਹੋਏਗੀ ਕਿ ਉਸ ਤ੍ਰਿਭੁਜ ਦੇ ਵਿੱਚ ਕੋਈ ਇੱਕ ਕੋਣ 90 ਡਿਗਰੀ ਤੋਂ ਵੱਡਾ ਹੋਣਾ ਚਾਹੀਦਾ ਹੈ। ਉਸ ਤ੍ਰਿਭੁਜ ਨੂੰ ਅਸੀਂ ਓਬਟਿਊਜ਼ ਐਂਗਲ ਟ੍ਰਾਇੰਗਲ ਕਹਿ ਦਾਂਗੇ। ਕੋਈ ਇੱਕ ਕੋਣ 90 ਤੋਂ ਵੱਡਾ ਹੋਣਾ ਚਾਹੀਦਾ, 90 ਨਹੀਂ 90 ਤੋਂ ਵੱਡਾ। ਸੋ ਜਿਵੇਂ ਇੱਥੇ ਐਗਜ਼ਾਮਪਲ ਹੈ 110 ਡਿਗਰੀ ਲਿੱਤਾ, 140 ਔਰ 31, ਠੀਕ ਹੈ ਜੀ। ਸੋ ਇਸ ਤ੍ਰਿਭੁਜ ਨੂੰ ਅਸੀਂ ਓਬਟਿਊਜ਼ ਐਂਗਲ ਟ੍ਰਾਇੰਗਲ ਜਿਹੜਾ ਉਹ ਕਹਿ ਦਾਂਗੇ। ਥਰਡ ਆ ਗਈ ਐਂਗਲ ਬੇਸ, ਰਾਈਟ ਐਂਗਲ ਟ੍ਰਾਇੰਗਲ। ਰਾਈਟ ਐਂਗਲ ਦਾ ਮਤਲਬ ਹੀ 90 ਡਿਗਰੀ ਹੁੰਦਾ ਜਾਂ ਇਸ ਨੂੰ ਕਹਿ ਦਿਓ ਸਮਕੋਣੀ ਤ੍ਰਿਭੁਜ। ਸਮਕੋਣੀ ਤ੍ਰਿਭੁਜ, ਸਮਕੋਣ ਕੀ ਹੁੰਦਾ ਜੀ? ਸਮਕੋਣ ਹੀ 90 ਡਿਗਰੀ ਹੁੰਦਾ। ਜਿਵੇਂ ਰਾਈਟ ਐਂਗਲ 90 ਡਿਗਰੀ, ਸਮਕੋਣ 90 ਡਿਗਰੀ। ਸੋ ਉਹ ਵਾਲੇ ਤ੍ਰਿਭੁਜ ਜਿਹਦੇ 'ਚ ਇੱਕ ਕੋਣ 90 ਡਿਗਰੀ ਦਾ ਹੋਵੇ, ਠੀਕ ਹੈ ਜੀ। ਸੋ ਇੱਕ ਕੋਣ 90 ਡਿਗਰੀ ਦਾ ਹੋਵੇ ਜੇਕਰ ਤ੍ਰਿਭੁਜ ਦੇ ਵਿੱਚ, ਸੋ ਅਸੀਂ ਉਸ ਤ੍ਰਿਭੁਜ ਨੂੰ ਕਹਿੰਦੇ ਹਾਂ ਉਹ ਤ੍ਰਿਭੁਜ ਰਾਈਟ ਐਂਗਲ ਟ੍ਰਾਇੰਗਲ ਹੈ, ਸਮਕੋਣੀ ਤ੍ਰਿਭੁਜ ਹੈ। ਕਲੀਅਰ ਹੈ ਜੀ, ਬਿਲਕੁਲ ਕਲੀਅਰ ਕੱਟ ਤੁਸੀਂ ਇਹਨਾਂ ਚੀਜ਼ਾਂ ਨੂੰ ਸਮਝੋ। ਮੈਂ ਇੱਥੇ ਨਾ ਇੱਕ ਚੀਜ਼ ਦੀ ਐਗਜ਼ਾਮਪਲ ਤੁਹਾਨੂੰ ਦੇਣੀ ਚਾਹੁੰਦਾ, ਇੱਕ ਚੀਜ਼ ਦੀ ਐਗਜ਼ਾਮਪਲ ਮੈਂ ਇੱਥੇ ਸਮਝਾ ਦੇਣੀ ਚਾਹੁੰਦਾ ਇੱਥੇ ਕਿ ਨਾ ਜਿਹੜੀ ਇਕੁਈਲੇਟਰ ਟ੍ਰਾਇੰਗਲ ਦੀ ਆਪਾਂ ਡੈਫੀਨੇਸ਼ਨ ਕੀਤੀ ਹੈ ਨਾ,
ਜਿੱਥੇ ਸਾਰੀਆਂ ਸਾਈਡਸ ਇਕੁਅਲ ਸੀਗੀਆਂ, ਇਕੁਈਲੇਟਰਲ ਟ੍ਰਾਇੰਗਲ, ਸਮਭੁਜੀ ਤ੍ਰਿਭੁਜ। ਇਕੁਈਲੇਟਰਲ ਟ੍ਰਾਇੰਗਲ ਦੀ ਖਾਸੀਅਤ ਇਹ ਹੈ ਕਿ ਇਹਦੀਆਂ ਸਾਈਡਸ ਤਾਂ ਇਕੁਅਲ ਹੁੰਦੀਆਂ ਹੀ ਹੁੰਦੀਆਂ, ਪਰ ਆ ਸਾਰੇ ਐਂਗਲ ਵੀ 60 ਡਿਗਰੀ ਦੇ ਬਣ ਜਾਂਦੇ ਆ, ਕਿਉਂਕਿ ਜਦੋਂ ਕਿਸੇ ਵੀ ਤ੍ਰਿਭੁਜ ਦੀਆਂ ਤਿੰਨ ਸਾਈਡਾਂ ਇਕੁਅਲ ਹੋਣਗੀਆਂ ਨਾ, ਤੁਸੀਂ ਐਕਸਪੈਰੀਮੈਂਟ ਵੀ ਘਰੇ ਕਰਕੇ ਦੇਖ ਸਕਦੇ ਹੋ ਕਿ ਜਦੋਂ ਕਿਸੇ ਤ੍ਰਿਭੁਜ ਦੀਆਂ ਤਿੰਨ ਸਾਈਡਸ ਇਕੁਅਲ ਲੈ ਕੇ ਤੁਸੀਂ ਕੋਈ ਤ੍ਰਿਭੁਜ ਬਣਾਓਗੇ ਨਾ, ਤਿੰਨੋਂ ਸਾਈਡ ਇਕੁਅਲ ਲੈ ਕੇ, ਸੋ ਉਹਨਾਂ ਨੂੰ ਜੋੜ ਕੇ ਜਦੋਂ ਵੀ ਉਹਨਾਂ ਦੇ ਐਂਗਲ ਬਣਨਗੇ 60 ਡਿਗਰੀ ਦੇ ਹੀ ਬਣਨਗੇ। ਇਹ ਥਿਊਰਮ ਹੁੰਦੀ ਹੈ। ਸੋ ਬੇਸਿਕਲੀ ਇਹਦੇ ਐਂਗਲਸ 60 ਡਿਗਰੀ ਦੇ ਹੋਣਗੇ। ਸੋ ਇਹਦਾ ਮਤਲਬ ਇਕੁਈਲੇਟਰਲ ਟ੍ਰਾਇੰਗਲ ਐਕਿਊਟ ਐਂਗਲ ਟ੍ਰਾਇੰਗਲ ਵੀ ਹੋਗੀ, ਐਕਿਊਟ ਐਂਗਲ ਟ੍ਰਾਇੰਗਲ ਵੀ ਹੋ ਗਈ। ਇਹਦਾ ਮਤਲਬ ਅਗਰ ਉਹ ਪੇਪਰ 'ਚ ਤੁਹਾਨੂੰ ਕੁਝ ਇਦਾਂ ਦਾ ਕੁਐਸਚਨ ਦੇ ਦੇਵੇ, ਮੈਂ ਸਟੇਟਮੈਂਟ ਬੋਲ ਰਿਹਾ, ਧਿਆਨ ਨਾਲ ਸਮਝੋ। ਅਗਰ ਉਹ ਪੇਪਰ 'ਚ ਤੁਹਾਨੂੰ ਕਹਿ ਦੇ ਕਿ ਇੱਕ ਐਕਿਊਟ ਐਂਗਲ ਟ੍ਰਾਇੰਗਲ ਹੈ ਜਿਹਦੇ ਸਾਰੇ ਐਂਗਲ 60 ਡਿਗਰੀ ਹੈ ਔਰ ਇੱਕ ਸਾਈਡ 3 ਸੈਂਟੀਮੀਟਰ ਦੀ ਹੈ, ਐਕਿਊਟ ਐਂਗਲ ਟ੍ਰਾਇੰਗਲ ਹੈ 60 ਡਿਗਰੀ ਹੈ ਔਰ ਇੱਕ ਸਾਈਡ ਉਹਦੀ 3 ਸੈਂਟੀਮੀਟਰ ਹੈ, ਤਾਂ ਕੱਲ ਨੂੰ ਕਹਦੇ ਏਰੀਆ ਫਾਈਂਡ ਕਰੋ। ਸੋ ਏਰੀਏ ਦਾ ਕੋਈ ਫਾਰਮੂਲਾ, ਪੂਰੇ ਦਾ ਪੂਰਾ ਫਾਰਮੂਲਾ ਐਂਗਲ ਬੇਸ ਵੀ ਨਹੀਂ ਹੈ ਸਾਡੇ ਕੋਲ, ਉਹਦੇ 'ਚ ਇੱਕ ਸਾਈਡ ਚਾਹੀਦੀ ਹੁੰਦੀ ਹੈ ਅਗਰ ਤੁਸੀਂ ਐਂਗਲ ਵਾਲਾ ਫਾਰਮੂਲਾ ਯੂਜ਼ ਕਰੀਏ। ਔਰ ਅਗਰ ਅਸੀਂ ਸਾਈਡ ਵਾਲਾ ਫਾਰਮੂਲਾ, ਹੁਣ ਮੈਂ ਤੁਹਾਨੂੰ ਕਰਵਾਵਾਂਗਾ, ਅਗਰ ਅਸੀਂ ਸਾਈਡ ਵਾਲਾ ਫਾਰਮੂਲਾ ਯੂਜ਼ ਕਰਾਂ ਤਾਂ ਸਾਨੂੰ ਸਾਰੀਆਂ ਸਾਈਡਾਂ ਪਤਾ ਹੋਣੀਆਂ ਚਾਹੀਦੀਆਂ। ਇੱਥੇ ਹੁਣ ਇੱਕ ਹੀ ਸਾਈਡ ਦਿੱਤੀ ਹੈ, ਇੱਥੋਂ ਅਸੀਂ ਹਿੰਟ ਲਗਾਉਣਾ ਹੈ ਕਿ ਅਗਰ ਉਹ ਕਹਿ ਰਿਹਾ ਸਾਰੇ ਐਂਗਲ ਹੀ 60 ਡਿਗਰੀ ਹੈ, ਯਾਨੀ ਕਿ ਇਕੁਈਲੇਟਰਲ ਟ੍ਰਾਇੰਗਲ ਦੀ ਗੱਲ ਹੋ ਰਹੀ ਹੈ, ਔਰ ਅਗਰ ਉਹਨੇ ਇੱਕ ਸਾਈਡ ਦੇ ਦਿੱਤੀ 3, ਯਾਨੀ ਕਿ ਉਹਦੀਆਂ ਸਾਰੀਆਂ ਸਾਈਡਾਂ 3 ਨੇ, ਯਾਨੀ ਕਿ ਅਸੀਂ ਏਰੀਆ ਕੱਢ ਪਾਵਾਂਗੇ ਸਾਈਡ ਵਾਲੇ ਫਾਰਮੂਲੇ ਦੀ ਹੈਲਪ ਨਾਲ। ਇਸ ਚੀਜ਼ ਨੂੰ ਬੜੇ ਧਿਆਨ ਨਾਲ ਸਮਝੋ, ਠੀਕ ਹੈ ਜੀ। ਸੋ ਅਗਰ ਕੱਲ ਨੂੰ ਕਿਤੇ ਲਿਖਿਆ ਆ ਗਿਆ ਕਿ 60 ਡਿਗਰੀ ਦੇ ਐਂਗਲ ਹੈਗੇ ਨੇ ਇੱਕ ਤ੍ਰਿਭੁਜ ਦੇ, ਸਾਰੇ ਐਂਗਲ 60 ਡਿਗਰੀ, ਯਾਨੀ ਕਿ ਉਹ ਡਾਇਰੈਕਟਲੀ ਕਹਿ ਰਿਹਾ ਹੈ ਕਿ ਇਕੁਈਲੇਟਰਲ ਟ੍ਰਾਇੰਗਲ ਦੀ ਗੱਲ ਕਰਨ ਜਾ ਰਿਹਾ ਉਹ, ਠੀਕ ਹੈ ਜੀ। ਇਸ ਚੀਜ਼ ਨੂੰ ਸਮਝੋ ਬੜੇ ਧਿਆਨ ਨਾਲ। ਨੈਕਸਟ ਹੁਣ ਆ ਜਾਓ ਆਪਾਂ ਗੱਲ ਕਰਦੇ ਹਾਂ ਪੈਰੀਮੀਟਰ ਦੀ ਤੇ ਏਰੀਆ ਦੀ ਟ੍ਰਾਇੰਗਲ ਦੀ ਖਾਸ ਕਰਕੇ, ਠੀਕ ਹੈ ਜੀ। ਸੋ ਆ ਰਹੀ ਇੱਕ ਟ੍ਰਾਇੰਗਲ ਬਣਾਈ ਹੈ ਮੈਂ, ਇੱਕ ਸਿੰਪਲ ਜੀ ਟ੍ਰਾਇੰਗਲ ਹੈ। ਸਾਈਡਸ ਤੁਸੀਂ ਦੇਖ ਸਕਦੇ ਹੋ A, B ਤੇ C ਲਿੱਤੀਆਂ ਹੋਈਆਂ। ਵੈਸੇ ਤਾਂ ਮੈਂ ਗਲਤੀ ਕਰ ਲਈ, ਇਹਨੂੰ A, ਇਹਨੂੰ B ਔਰ ਇਹਨੂੰ C ਲੈਣਾ ਹੁੰਦਾ। ਆ C ਦੇ ਸਾਹਮਣੇ C ਸਾਈਡ, A ਦੇ ਸਾਹਮਣੇ A, B ਦੇ ਸਾਹਮਣੇ B ਵਾਲੀ ਸਾਈਡ। ਇਸ ਤਰੀਕੇ ਨਾਲ ਇਹ ਜਰਨਲ ਨੋਟੇਸ਼ਨ ਹੈ। ਮਤਲਬ ਪੇਪਰ ਦੇ ਵਿੱਚ ਅਗਰ ਕਈ ਵਾਰੀ ਉਹ ਸਾਈਡਾਂ ਨਹੀਂ ਵੀ ਲੈਣ ਨੂੰ ਕਹਿੰਦੇ ਨਾ, ਔਰ ਕੁਐਸਚਨ 'ਚ ਸਾਈਡਸ ਦੇ ਉੱਪਰ ਕੁਐਸਚਨਸ ਹੁੰਦੇ ਨੇ, ਬੇਸਿਕਲੀ ਤੁਸੀਂ ਇਸ ਤਰੀਕੇ ਨਾਲ ਲਿਆ ਕਰੋ ਕਿਉਂਕਿ ਇਹ ਜਰਨਲ ਫਾਰਮੈਟ ਹੈ ਟ੍ਰਾਇੰਗਲ ਦਾ। A ਦੇ ਸਾਹਮਣੇ A, B ਦੇ ਸਾਹਮਣੇ B, C ਦੇ ਸਾਹਮਣੇ C ਹੁੰਦਾ। ਇਹ ਇੱਕ ਬੇਸਿਕ ਫਾਰਮੈਟ ਹੈ ਕਿਉਂਕਿ ਉਹਨਾਂ ਨੇ ਅਗਰ ਕੋਈ ਆਨਸਰ ਦਿੱਤਾ ਹੋਏਗਾ ਉਹ ਇਸ ਫਾਰਮੈਟ ਦੇ ਅਕੋਰਡਿੰਗ ਹੁੰਦਾ। ਔਰ ਅਗਰ ਅਸੀਂ ਸਾਈਡ ਇੱਧਰ ਉੱਧਰ ਲੈ ਕੇ ਚੱਲ ਪੈਂਦੇ ਹਾਂ, ਸੋ ਕਈ ਵਾਰ ਆਨਸਰ ਮੈਚ ਨਹੀਂ ਹੁੰਦਾ, ਬਾਅਦ ਵਿੱਚ ਅਸੀਂ ਓਬਜੈਕਸ਼ਨਸ ਦਿੰਦੇ ਹਾਂ, ਬਟ ਫਿਰ ਉਹ ਕੀ ਹੁੰਦਾ ਬਾਅਦ ਵਿੱਚ ਉਹ ਚੇਂਜਸ ਨਹੀਂ ਹੋ ਕੇ ਆਉਂਦੇ ਕਿਉਂਕਿ ਉਹਨਾਂ ਦਾ ਆਨਸਰ ਇਸ ਦੇ ਅਕੋਰਡਿੰਗਲੀ ਹੀ ਹੁੰਦਾ। ਔਰ ਇੱਕ ਜਰਨਲ ਫਾਰਮੈਟ ਹੈ, ਇਸ ਨੂੰ ਨਕਾਰਿਆ ਨਹੀਂ ਜਾ ਸਕਦਾ, ਠੀਕ ਹੈ ਜੀ। ਸੋ ਪੈਰੀਮੀਟਰ ਬੇਸਿਕਲੀ ਕੀ ਸੀ ਮੈਂ ਦੱਸ ਕੇ ਹਟਿਆ ਕਿ ਤੁਸੀਂ ਬਿਲਕੁਲ ਸਾਈਡਾਂ ਤੇ ਚੱਕਰ ਲਗਾਉਣਾ ਹੈ। ਅਗਰ ਇੱਕ ਸਾਈਡ A, B, C ਹੈ 3 ਸਾਈਡਾਂ, ਤਾਂ ਪੈਰੀਮੀਟਰ ਕੀ ਬਣੇਗਾ A + B + C। ਸੋ ਇਹਦਾ ਪੈਰੀਮੀਟਰ ਕੀ ਹੋ ਜਾਏਗਾ A + B + C ਕਰ ਦੋ, ਇਹਦਾ ਕੀ ਹੋ ਜਾਏਗਾ ਪੈਰੀਮੀਟਰ ਹੋ ਜਾਏਗਾ, ਠੀਕ ਹੈ ਜੀ। ਫਿਰ ਇੱਕ ਚੀਜ਼ ਹੁੰਦੀ ਹੈ, ਇੱਕ ਮੈਂ ਵਰਡ ਯੂਜ਼ ਕਰਾਂਗਾ ਤੇ ਸੈਮੀ ਪੈਰੀਮੀਟਰ। ਸੈਮੀ ਪੈਰੀਮੀਟਰ ਜਿਹਨੂੰ S ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਉਹ ਕੀ ਹੁੰਦਾ ਕਿ ਤੁਸੀਂ ਪੈਰੀਮੀਟਰ ਦਾ ਹਾਫ ਕਰ ਦਿਓ। ਸੈਮੀ ਮਾਣੇ ਹੁੰਦਾ ਹੀ ਹਾਫ ਹੈ, ਸੈਮੀ ਮਾਣੇ ਹੁੰਦਾ ਹੀ ਅੱਧਾ ਹੈ। ਸੋ ਯਾਨੀ ਕਿ ਤੁਸੀਂ ਜੋ ਪੈਰੀਮੀਟਰ ਕੱਢਿਆ ਉਹਦਾ ਅੱਧਾ ਕਰ ਦਿਓ, ਉਹਨੂੰ ਅਸੀਂ S ਕਹਿੰਦੇ ਹਾਂ, ਠੀਕ ਹੈ ਜੀ। ਇੱਕ ਵਰਡ ਹੋ ਗਿਆ ਪੈਰੀਮੀਟਰ, ਇੱਕ ਵਰਡ ਹੋ ਗਿਆ ਸੈਮੀ ਪੈਰੀਮੀਟਰ। ਸੋ ਪੇਪਰ 'ਚ ਧਿਆਨ ਰੱਖਣਾ ਉਹ ਕੀ ਪੁੱਛਣ ਨੂੰ ਕਹੇਗਾ, ਸੈਮੀ ਪੈਰੀਮੀਟਰ ਪੁੱਛ ਰਿਹਾ, ਪੈਰੀਮੀਟਰ ਪੁੱਛ ਰਿਹਾ, ਠੀਕ ਹੈ ਜੀ। ਹੁਣ ਅਸੀਂ ਕਰਦੇ ਹਾਂ ਏਰੀਆ, ਕਿਉਂਕਿ 2D 'ਚ ਦੋ ਹੀ ਤਾਂ ਚੀਜ਼ਾਂ ਹੁੰਦੀਆਂ, ਇੱਕ ਪੈਰੀਮੀਟਰ ਔਰ ਇੱਕ ਏਰੀਆ, ਠੀਕ ਹੈ ਜੀ। ਸੋ ਏਰੀਆ ਕੀ ਹੁੰਦਾ ਦੇਖੋ, ਏਰੀਏ ਦੇ ਪਹਿਲਾ ਫਾਰਮੂਲਾ ਹੁੰਦਾ 1/2 ਗੁਣਾ ਬੇਸ ਇੰਟੂ ਹਾਈਟ, ਠੀਕ ਹੈ ਜੀ। ਜੇ ਮੈਂ ਪੰਜਾਬੀ 'ਚ ਕਰਾਂ 1/2 ਗੁਣਾ ਆਧਾਰ ਗੁਣਾ ਉਚਾਈ, 1/2 ਗੁਣਾ ਆਧਾਰ ਗੁਣਾ ਉਚਾਈ। ਜਿਵੇਂ ਤ੍ਰਿਭੁਜ ਹੈ, ਇਸ ਤ੍ਰਿਭੁਜ 'ਚ ਇਸ ਨੂੰ ਅਸੀਂ ਆਧਾਰ ਕਵਾਂਗੇ ਔਰ ਇਸ ਨੂੰ ਉਚਾਈ ਕਹਿ ਦਾਂਗੇ, ਕਿਉਂਕਿ ਤ੍ਰਿਭੁਜ ਹੈ ਨਾ, ਅਸੀਂ ਉਚਾਈ ਇਸ ਨੂੰ ਮੰਨਾਂਗੇ। ਸੋ ਬੇਸਿਕਲੀ ਹੁੰਦਾ ਕਿ ਸਾਡੇ ਕੋਲ ਤ੍ਰਿਭੁਜ ਤਾਂ ਇਹੀ ਦਿੱਤੀ ਹੁੰਦੀ ਹੈ ਨਾ, ਸੋ ਅਸੀਂ ਇਸ ਨੂੰ ਤਾਂ ਅਸੀਂ ਆਪ ਖਿੱਚਦੇ ਹਾਂ ਤੇ ਇਹ ਸਾਨੂੰ ਕੱਢਣੀ ਵੀ ਪਏਗੀ ਜੇ ਅਸੀਂ ਆਪ ਖਿੱਚੇ, ਕਿਉਂਕਿ ਉਹ ਤਾਂ ਤ੍ਰਿਭੁਜ ਦੇ ਵਿੱਚ ਆ ਔਰ 3 ਸਾਈਡਾਂ ਦੇ ਕੇ ਭੇਜੇਗਾ ਔਰ ਉਚਾਈ ਤਾਂ ਅਸੀਂ ਆਪ ਆਪਦੇ ਮੱਥੇ ਲਾਈ ਹੈ, ਯਾਨੀ ਕਿ ਉਚਾਈ ਸਾਨੂੰ ਆਪ ਕੱਢਣੀ ਪਏਗੀ ਪਹਿਲਾਂ, ਹਨਾ। ਸੋ ਅਸੀਂ ਪਹਿਲਾਂ ਉਚਾਈ ਕੱਢਾਂਗੇ, ਫਿਰ ਅਸੀਂ ਇਸ ਫਾਰਮੂਲੇ 'ਚ ਜਾ ਕੇ ਭਰਾਂਗੇ ਕਿ 1/2 ਗੁਣਾ ਆ ਸਾਨੂੰ ਦਿੱਤਾ ਹੋਏਗਾ, ਉਚਾਈ ਅਸੀਂ ਕੱਢਾਂਗੇ ਔਰ ਉਹ ਹੋ ਜਾਏਗਾ। ਕਲੀਅਰ ਹੈ ਜੀ, ਇਸ ਚੀਜ਼ ਨੂੰ ਸਮਝੋ। ਹੁਣ ਉਚਾਈ ਨਿਕਲੇਗੀ ਕਿਵੇਂ, ਇਹ ਸਾਡੇ ਲਈ ਕੁਐਸਚਨ ਹੋ ਗਿਆ,
है ना। सो इत्थे मैं एक चीज़ नवीं तुहानूं दसदा, पाइथागोरस थ्योरम। पाइथागोरस थ्योरम हुंदी है जी, है ना। तुसीं नाम भी सुनिया होएगा 10वीं च पाइथागोरस थ्योरम करवाई जाती है, जिहदे विच मैं तुहानूं परपेंडिकुलर, हाइपोटेन्यूज ते बेस ये तीनों चीज़ां दस चुके हैं। ए वाली त्रिभुज हुंदी है समकोणी त्रिभुज, जिहदे विच आ कोण 90 डिग्री का है। सो इहनूं हाइपोटेन्यूज कहा जांदा है। लंब हमेशा थीटे के अकॉर्डिंग हुंदा है। जे थीटा तुहाडा इत्थे सी तां लंब आ हो जाएगा, जे थीटा इत्थे सी तां लंब आ हो जांदा नीचे वाला। सो हुण थीटा इत्थे तां आ परपेंडिकुलर हो गया ते आ बेस हो गया। सो बेसिकली पाइथागोरस थ्योरम की कहती है कि जी हाइपोटेन्यूज का स्क्वेयर करो, वर्ग करो तो बराबर वो लंब के वर्ग प्लस बेस के वर्ग के बराबर हुंदा है, यानी कि पी का स्क्वेयर प्लस बी का स्क्वेयर। ये हुंदी है जी पाइथागोरस थ्योरम। ठीक है जी। अगर तुसी इत्थों इत्थे तुसी हाइट बनानी चाहते हो, तुसी सिटते हो इसनूं, तो आ साइड तुहानूं गिवन होएगी। आ साइड मान लो 6 दी सी उसने, तो आधी रह गई 3 होगी और रह गई आह। सो तुसी इसनूं एवें यूज़ कर सकते हो बेसिकली। पर हर बारी ऊंचाई कढ़ पाना पॉसीबल नहीं हुंदा। जरूरी नहीं है कि ये नीचे जो डिगेगा ये बिल्कुल मिड पॉइंट ते डिगेगा। समझ लो इस चीज़ नूं। मान लो तुसी इस तरीके नाल तुसी ट्रायंगल ते इत्थे सिट्टिया, जरूरी तो नहीं अगर ये 6 सी तां इत्थे इहनूं 3 च डिवाइड किया होएगा, ये जरूरी नहीं हुंदा। सो इस करके बहुत वारी हाइट कढ़नी पॉसीबल ही नहीं हुंदी, बहुत वारी हाइट कढ़नी तो पॉसीबल ही नहीं हुंदी। इस करके आ वाला फॉर्मूला जिहड़ा है ना, एक लिमिट है इहदी बस, कि ये जो तुसी ऊंचाई कढ़ पाने के काबिल नहीं रहोगे तो यह फॉर्मूला भी व्यर्थ हो जाएगा, है ना। सो बेसिकल सानू करवाया यही जाता है, बट ये वाला फॉर्मूला भी जिहड़ा व्यर्थ हो जाता है। ठीक है जी। सो इत्थे सानू फिर एक दूसरे की लोड़ पई कि अगर उन्हें साइडां देतियां, ऊंचाई असीं कढ़ नहीं पा रहे और एरिया वो पुछ रहा, यानी कि फिर आ फार्मूला तो लग नहीं सकता। दैट मीन सानू एक होर फॉर्मूले की लोड़ सी। फिर उदों एक फार्मूला आउंदा है जिहड़ा हीरो बन के आउंदा है, उस फार्मूले नूं असीं हीरोज़ फार्मूला कह दिंदे हां। हीरो फार्मूला, हीरो फार्मूला की हुंदा है, एस माइनस ए, एस माइनस बी ते एस माइनस सी। एस की है, एस है जी सैमी पैरीमीटर। एस की है, एस है सैमी पैरीमीटर, जिहड़ा मैं इत्थे कढ़ना सिखाया सी तुहानूं, ए प्लस बी प्लस सी बटा 2 करके। सो इहनूं भी एरिया का फार्मूला कहा जाता है, एरिया ऑफ ट्रायंगल, जो 3 साइडां गिवन होण तुहानूं। ठीक है जी। जो मान लो एग्जाम्पल ले ला मैं इत्थे, एग्जाम्पल उन्हें कहता है एक ट्रायंगल है जिहदियां 3 साइड्स हैगियां 3, 4 और 5, तो एरिया फाइंड करो। ठीक है जी। हुण उन्हें सानूं ट्रायंगल देती जिहदी एक साइड 3, 4 और 5 है। हुण सानूं आ कड्ढण 'च दिक्कत आएगी, है ना, हाइट कड्ढण 'च दिक्कत आएगी सानूं। सो असीं की करते हैं, हाइट वाले चक्कर 'च पैण दी बजाए सीधा हीरो सूत्र यूज़ कर लेने। तो सब तो पहला असीं एस कड्ढांगे। एस की आएगा ए प्लस बी प्लस सी बटा 2, 4 3 7 और 5 12 बटा 2 बराबर 6 आ गया। ठीक है जी। ये आ गया साडा एस। उस तो बाद असीं फार्मूले 'च जाना है और लगाना है। एस भर लिया 6, 6 माइनस ए, 6 माइनस बी ते 6 माइनस सी। सो इसनों लगावां कि आ जाएगा 6, 6 चो 3 गए 3, 6 चो 4 गए 2, 6 चो 5 गए 1, यानी कि 6 दी 18, 18 दूना 36 और 36 हुंदा जी 6 का। सो 6 आंसर जिहड़ा वो आ जाएगा। अगर उसने मीटर च दिता सी तो आंसर च असीं मीटर स्क्वेयर कर देना है। अगर उसने सेंटीमीटर दिता है सेंटीमीटर स्क्वेयर कर देना है। ये भी खास ध्यान रखना है। लास्ट टाइम पंजाब पटवारी च एक क्वेश्चन आया सी जिस दे विच आंसर तो सारे बच्चों ने कढ़ लिया 17, पर उत्थे 4 ऑप्शन च एक च 17 मीटर सी, एक च 17 मीटर स्क्वेयर सी, एक च 17 मीटर क्यूब सी। इस तरीके नाल ऑप्शनस लाए हुए सी, तुसीं मीटर स्क्वेयर वाला लगा के आना सी। सो ये भी बड़ी दिक्कत बच्चों को हुई सी, उत्थे 4 ऑप्शन च 17 17 पिया सी। सो इस तरीके की गलती नहीं करनी, इस चीज़ का भी खास ध्यान रखना है। ठीक है जी। दूसरा तरीका मैं ये भी दस देना, 3 4 और 5 जिहड़ी चीज़ हुण मैं कर रहा एक्सपीरियंस नाल ही आउंदी है। अगर तुहानूं थोड़ा बहुत तुसीं करदे रहोगे तुहानूं भी थोड़ा बहुत एक्सपीरियंस हो जाएगा। 3 4 और 5 जिहड़ा है जी ये पाइथागोरियन ट्रिपलेट हुंदा है। पाइथागोरियन ट्रिपलेट यानी कि इहदे ते पाइथागोरस थ्योरम लागू हो जाती है। आ नंबर पाइथागोरस थ्योरम नूं वैलिड कर जाता है। किवें तुसीं 5 का स्क्वेयर करो और वो 3 का स्क्वेयर प्लस 4 के स्क्वेयर के बराबर होंदा है, यानी कि 16 प्लस 9 बराबर 25। सो ये बराबर हो जाता, यानी कि ये पाइथागोरस ट्रिपलेट है। यानी कि इहदे तो तुसीं एक समकोण त्रिभुज बना सकते हो जिहदे विच इहनूं 3, इहनूं 4 और इहनूं 5 कह सकते हो। यानी कि जेकर तुहानूं याद है कि पाइथागोरन ट्रिपलेट है तो तुहानूं ये याद हो जाएगा, सीधा ही डायरैक्ट याद आएगा कि इहदे तो मैं एक समकोण त्रिभुज बना सकदा। यानी कि मैं डायरैक्ट फार्मूला लगा सकदा 1/2 गुणा बेस इहदे विच 3 है
तो हाइट आ 90 डिग्री है, यानी कि यही एज अ हाइट यूज हो सकती है, यानी कि आ रही हाइट। सो की हो जाएगा 4 ते 12/2 बराबर 6, डायरैक्ट आंसर भी आ जाएगा। पर यह चीज़ एक्सपीरियंस नाल आएगी कि तुहानूं पता होना चाहिए कि किहड़ा नंबर एज अ पाइथागोरियन ट्रिपलेट यूज हो रहा है। सो ये बहुत ज़्यादा एक्सपीरियंस नाल, बहुत ज़्यादा प्रैक्टिस नाल चीज़ां आउणगियां कि पाइथागोरियस ट्रिपलेट अगर उसने दिता है, सो ये इन्नी भी ज़्यादा कैलकुलेशन तो तुसीं बच सकदे हो, डायरैक्ट तुहानूं याद आ जाएगा। पर मैं फिर कह रहा, बहुत ज़्यादा एक्सपीरियंस, बहुत ज़्यादा प्रैक्टिस की लोड़ है, बहुत ज़्यादा प्रैक्टिस की लोड़ है, ताकि तुहानूं याद ही हो जाए कि किहड़े-किहड़े नंबर पाइथागोरियन ट्रिपलेट का काम करते हैं। तुसीं इस चीज़ को कर भी सकते हो, तुसीं एक नूं चक्को नाल चैक करो कि किहड़े-किहड़े पाइथागोरियन ट्रिपलेट बन सकते, 2 दे नाल चैक करो कौन-कौन बन सकता है, 3 नाल चैक करो। इस तरीके नाल अगर तुसीं एक दिन घंटा भी लगा लैंदे हो ना पाइथागोरियन ट्रिपलेट लभण ते 13-15 तक काम तुसीं कर लैंदे हो, तुसीं देखोगे पेपर 'च तुहाडे तो बड़ी जल्दी कई क्वेश्चन हो सकते हैं। ठीक है जी, एक दिन का 1 घंटा लगाया, हो सकता पेपर 'च तुहाडा एक क्वेश्चन ते बहुत वधिया टाइम बचा जाए। सो इस चीज़ को ध्यान रखना है। सो हुण मैं इत्थे जो डिस्कस किया वो पैरीमीटर और एरिया डिस्कस कर लिया प्रॉपर फॉर्मूले दे नाल। हुण मैं ट्रायंगल की टाइप डिस्कस करांगा ते नाल उहदा पैरीमीटर और एरिया डिस्कस करांगा। हुण मैं होर कुछ भी नाल डिस्कस नहीं करांगा। ठीक है जी, मान लो हुण मैं आइसोसलेस ट्रायंगल की गल करदा। आइसोसलेस किहड़ी सी, 2 साइड्स इक्वल होण हुंदियां है ना, 2 साइड्स इक्वल, यानी कि आ रही ए और आ रही बी, तो इहदा पैरीमीटर की बनेगा a + b। सो यानी कि हो गया इनका पैरीमीटर 2a + b, ये हो गया पैरीमीटर। अगर मैं इहदा सैमी पैरीमीटर कढ़ना होए तो मैं कढ़ांगा 2a + b/2। सो इनका सैमी पैरीमीटर आ हो गया। अगर मैं इहदे एरिए की गल करा, ठीक है जी, अगर मैं आइसोसलेस ट्रायंगल दे एरिया की गल करा, वैसे तो तुसीं एरिया हमेशा ही इस फार्मूले नाल ही कढ़िया करो, SS - A S - B S - C नाल। पर अगर तुसीं रट्टा भी लगाना चाहते हो, सो मैं तुहानूं फार्मूला जरूर दस देना इहदा, b/4 तो इत्थे हुंदा जी 4a² - b²। मतलब जिहड़ी साइड इक्वल है उन्होंने ए कहना है, और जो अनइक्वल सी, मतलब जिहड़ी तीसरी सी वो बी। ठीक है जी, सो इहदा फॉर्मूला भी हुंदा है। अगर तुसीं डायरैक्ट फॉर्मूला हर एक ट्रायंगल का एक फॉर्मूला याद करना चाहते हो तो डायरैक्ट फॉर्मूला भी है। अगर तुसीं समझ के एक ही फार्मूला याद करना चाहते हो तुसीं उवें भी कर सकते हो। अपनी कैलकुलेशन फास्ट करो, फार्मूला एक ही याद रखो। मैं फिर इत्थे रिपीट कर रहा, कैलकुलेशन बहुत ज़्यादा फास्ट रखो, फॉर्मूला एक ही याद रखो। तुसीं फॉर्मूले एवें ज़्यादा याद करके जाओगे पेपर 'च कन्फ्यूज हो जाओगे कि ट्रायंगल किहड़ी आई सी, फार्मूला किहड़ा सी, की लगना सी, की नहीं लगना सी। सो इहो जिहियां चीज़ों तो बचो। ठीक है जी, पर मैं दसता पैरीमीटर आ रहा, सैमी पैरीमीटर आ रहा और एरिया आ रहा। आइसोसलेस ट्रायंगल सम 2 भुजी। ठीक है जी, फिर मैं गल करदा इक्विलेटरल ट्रायंगल की, जिहदियां सारियां भुजावां बराबर, यानी कि समभुजी त्रिभुज। ठीक है जी, सारियां भुजावां बराबर समभुजी त्रिभुज, यानी कि ए और ए। तो पैरीमीटर की होएगा 3a, ए नूं 3 बारी जोड़ लिया। सैमी पैरीमीटर की होएगा 3a/2। ठीक है जी, और एरिया इहदा की आएगा, इहदा एरिया मैं तुहानूं रिक्वेस्ट करूँगा कि इहदा एरिया डायरैक्ट तुसीं याद कर लो। इहदा एरिया हुंदा √3/4 × a²। इक्विलेटर ट्रायंगल इन्नी ज़्यादा वारी पूछी जाती है, इन्नी ज़्यादा वारी कि तुसीं डायरैक्ट इहदा फार्मूला यूज़ कर लो, √3/4 × a²। नॉर्मली टैट एग्जाम, नॉर्मली बैंकिंग दे विच भी ईवन बहुत ज़्यादा वारी सीधा ही इक्विलेटर ट्रायंगल का एरिया पुछ लिता जाता है। कह दिता जाता है जी, जो मैं तुहानूं पिछे एग्जाम्पल दे के हटिया सी कि जी 60 डिग्री के कोण ने सारे, एक साइड 3 है तो एरिया दसो। सो डायरैक्ट तुसीं यूज़ कर सकते सी कि सारे कोण 60 डिग्री है, यानी कि डायरैक्ट इक्विलेटरल 3 सेंटीमीटर, यानी कि सारियां साइडां 3, डायरैक्ट आके इत्थे पुट कर दो √3/4 × 3², यानी कि 9 √3/4। तुहाडा आंसर हो गया डायरैक्ट, तुहानूं कुछ करन दी लोड़ नहीं पई, है ना। सो इहो जे क्वेश्चनस बैंक PO के लैवल तक आ रहे हैं। सो तुहाडा तो फिर पटवारी है। ठीक है जी, क्लीयर है जी सारी गल। और मैं तुहानूं दसदा ट्रायंगल दे विच एंगल्स बेसिस ट्रायंगल ते कोई मैजरेशन च क्वेश्चन नहीं हुंदा, हमेशा साइड्स बेसिस वालियां ते ही हुंदा है। सो इक्विलेटरली कर लिया, 2 साइड्स इक्वली कर लिया। अगर तीनों ही अनइक्वल होन तो मैं पहला ही एग्जाम्पल इतने डिस्कस कर चुका, 3 4 5 तीनों साइड्स अनइक्वल ने, उनके लिए असीं डायरैक्ट SS - A S - B S - C वाला फार्मूला लगा सकते हैं। एंगल बेसिस ट्रायंगल के उत्ते कोई फार्मूला नहीं हुंदा। ठीक है जी, फिर भी मैं इत्थे आवली ट्रायंगल डिस्कस कर लेना जिथे एक 90 डिग्री का एंगल है, वो फिर भी मैं पिछे क्वेश्चन करवाई चुके हैं तुहानूं, बेस इंटू परपेंडिकुलर। मतलब कि ये जो परपेंडिकुलर है इसे इसी हाइट की तरह यूज़ कर चुके हैं। सो ये तो मैं क्वेश्चन ही करवाता, सो ये तो डिस्कस करना मतलब व्यर्थ ही है अपना टाइम। क्लीयर है जी, ट्रायंगल तक का अपना फॉर्मैट प्रॉपर क्लीयर हो चुका है। अगर तुहानूं मेजरेशन दे विच ट्रायंगल
त्रिकोणाकार पार्क के उपर कोई भी क्वेश्चन आता है मैं गारंटी नाल लिख के देने नूं तैयार हाँ कि तुहाडे तो क्वेश्चन पक्का होएगा, पक्का होएगा, पक्का। क्लीयर है जी। सो आओ हुण आपां नैक्सट ट्राई मारते हैं क्वाड्रीलेटरल वाल। ठीक है जी, क्वाड्रीलेटरल। हाँ जी, क्वाड्रीलेटरल। क्वाड्रीलेटरल माने चतुर्भुज। हुण चतुर्भुज की फिर असीं परिभाषा किवें करांगे? असीं देखो मैजरेशन च एक चीज़ असीं गल कर रहे हैं कि क्लोज्ड फिगर चाहिए सानूं, असीं क्लोज्ड फिगर तो बिना कोई काम नहीं करते। और इहदे विच भी की होएगा, मतलब कि 4 साइड्स ते प्लस क्लोज्ड फिगर, मतलब 4 साइडां तो कोई क्लोज्ड फिगर अगर तुसी बना पा रहे हो तो तुसी उसनूं जो कहोगे उहनूं कह दोगे जी वो क्वाड्रीलेटरल है। क्लीयर है जी। बिल्कुल आराम नाल चीज़ नूं समझो कि क्वाड्रीलेटरल असीं किस नूं कहना है, 4 साइड्स प्लस क्लोज्ड फिगर असीं उसनूं कह दांगे कि यह क्वाड्रीलेटरल है, इसनूं असीं चतुर्भुज जिहड़ा है वो कह दांगे। ठीक है जी। ਇਹਦੇ ऑल इंटीरियर एंड एक्सटीरियर एंगल की जे मैं गल कर ਲਾਂ, इंटीरियर एंगल की जेकर मैं इत्थे गल करां तो इंटीरियर एंगल्स का जोड़ सम ऑफ इंटीरियर एंगल 360 डिग्री हुंदा है। जो मान लो ये तुहाडे कोल कोई चतुर्भुज है, सो आ जिन्ने भी एंगल होणगे अंदरले इन्हां सारिਆਂ ਦਾ जोड़ 360 डिग्री होना चाहिए। और सम ऑफ एक्सटीरियर एंगल मैं तुहानूं दस देना चाहना, तुसीं चाहे त्रिभुज बनाओ, चाहे चतुर्भुज बनाओ, चाहे 5 भुज 6 भुज 7 भुज 8 भुज जो मर्जी भुज बनाई चलो, बाहरले कोना का जोड़ एक्सटीरियर एंगल का जोड़ हमेशा ही 360 डिग्री रहिंदा है। बस यही वधदा रहिंदा है, ये अलग अलग हुंदा है। इंटीरियर एंगल्स हर एक फिगर के लिए अलग अलग होणगे, पर एक्सटीरियर एंगल हमेशा ही 360 डिग्री रहिंदा है। पर यह ध्यान रखना है कि वो फिगर जिहड़ी है क्लोज्ड फिगर होवे और उनदियां सारियां साइड्स इक्वल होण, इदां ना होवे कुछ गड़बड़ होवे। मतलब जिवें 5 भुज है तो ओवली की गल हो रही है, तो स्टैंडर्ड भी जिहदियां 5 साइड्स इक्वल होण, जिवें ट्रायंगल की गल हुंदी है सो 3 साइड्स इक्वल होण, चतुर्भुज की गल होएगी 4 साइड्स इक्वल होण, उन्हां दी गल हो रही है कि उत्थे उन्हां दे एक्सटीरियर एंगल पक्का 360 डिग्री होणगे ही होणगे बाहरले। क्लीयर है जी। फिर गल आ गई टर्मिनोलॉजी की। इत्थे टर्मिनोलॉजी बड़ी घट है, एक ही है, ये तो मेरे तो वैसे ही लिखी गई। एक है डायगनल। डायगनल की हुंदा? सो डायगनल बेसिकली की हुंदा, जिवें मान लो तुहाडे कोल चतुर्भुज है, सो बेसिकली आवली लाइन ते आवली लाइन ये 2 डायगनल कहे जाते हैं। डायगनल या पंजाबी च विकरण क्या आ जाता इन्हां नूं। ठीक है जी। सो टर्मिनोलॉजी है मीनिंग ऑफ एरिया इन रियल लाइफ। रियल लाइफ दे विच जिहड़ी मैं एग्जांपल दी है, जिवें आ पेज एक चतुर्भुज है, पेज एक चतुर्भुज है। ठीक है जी, क्योंकि दी 4 साइडा ने, और इसनों अगर मैं आखां कि मैं पेंट करना है, बस वो उहदा एरिया होएगा। और पैरीमीटर तुहानूं पता ही है कि 4 साइडा का जोड़ इट्स उहदा पैरीमीटर। क्लीयर है जी। बिल्कुल ईजी तो क्लीयर कट चीज़, सिंपल। उम्मीद है तुहानूं ये सारी चीज़ समझ आई होगी। इत्थे सानूं इहदे एरिया और पैरीमीटर की गल जिहड़ी डिस्कस करनी नहीं बनती। नैक्सट आ जाओ टाइप्स के उत्ते। क्वाड्रीलेटरल दी टाइप्स की हुंदियां, बड़ी जल्दी इहनूं करांगे। टाइप ऑफ क्वाड्रीलेटरल, पहली एक टाइप है स्क्वेयर की मान लो चारों ही साइड्स इक्वल हो गई। स्क्वेयर हुंदा जिहदियां चारों साइडां इक्वल होण, यानी कि वर्ग जिहदियां चारों ही भुजावां बराबर होण, ए। सो इहदी प्रॉपर्टीज़ की है? प्रॉपर्टीज़ नूं बहुत ज़्यादा ध्यान च रखो। पहला प्रॉपर्टी है कि ऑल साइड्स इक्वल, सारियां साइड्स इक्वल होणगियां। दूसरी हुंदी ऑल एंगल्स आर 90 डिग्री, जिन्ने भी कोण ने सारे दे सारे 90 डिग्री दे होणगे। डायगनल्स इक्वल, यानी कि ਜਿਹੜੇ ਤੁਸੀਂ ਆ डायगनल बनाओगे ना ये इस तरीके नाल, ਉਹ ਦੋਨਾਂ ਦੀ ਲੈਂਥ ਇਕੁਅਲ ਹੁੰਦੀ ਹੈ, ਇਧਰੋਂ ਵੀ ਤੇ ਇਧਰੋਂ ਵੀ ਲੈਂਥ ਇਕੁਅਲ ਹੋਏਗੀ। ਐਂਡ ਬਾਈਸੈਕਟ ਐਟ 90 डिग्री, यानी कि ਉਹ ਜਦੋਂ ਇੱਕ ਦੂਜੇ ਨੂੰ ਇਸ ਤਰੀਕੇ ਨਾਲ ਕੱਟਣਗੇ ਵੀ ਨਾ, ਸੋ ਆ ਇੱਥੇ ਵੀ ਐਂਗਲ 90 डिग्री ਦੇ ਬਣਨਗੇ। ਇਹ ਕਹਿ ਰਹੇ ਹੋ ਬੇਸਿਕਲੀ ਉਹ ਵਾਲੇ ਐਂਗਲ ਵੀ 90 डिग्री ਦੇ ਹੋਣਗੇ। ਬਾਈਸੈਕਟ ਇਨਟੂ 2 ਆਈਸੋਸੈਲਸ ਟ੍ਰਾਇੰਗਲ, ਉਹ ਕਹਿੰਦੇ ਡਾਇਗਨਲ ਜਿਹੜੇ ਨੇ ਨਾ, ਜਿਵੇਂ ਮੰਨ ਲਓ ਆ ਤੁਸੀਂ ਇੱਕ ਡਾਇਗਨਲ ਬਣਾ ਲਿਆ ਆਵਲਾ, ਸੋ ਇਹਨੇ ਕੀ ਕੀਤਾ, ਉਸ ਪੂਰੀ ਦੀ ਪੂਰੀ ਵਰਗ ਨੂੰ एक आइसोसेलेस ट्रायंगल च बदलता। क्योंकि देखो आ साइड ए है, आ भी ए है, तो आ एक डायगनल आ गया, यानी कि ए एक हाइपोटेन्यूज का काम करेगा, क्योंकि यह 90 डिग्री का है। ये समकोण त्रिभुज है, ये हाइपोटेन्यूज का काम करेगा, यानी कि ए और ए 2 साइडा इक्वल ने, यानी कि जी त्रिभुज बनी वो आइसोसेलेस त्रिभुज बन गई। सो इसका मतलब वो ये कह रहे हैं कि जो डायगनल है वो इसनों 2 आइसोसेलेस ट्रायंगल च बाइसेक्ट कर देता। एक इधर रह गई ट्रायंगल, एक ऊपर रह गई, इस तरीके नाल। क्लीयर है जी। फिर आ गई गल रैक्टेंगल की, आयत जिसनों असीं कहने हैं। सेम गल आयत नाल हुंदी है, बस आयत च कहते आमो सामने दियां भुजावां बराबर हुंदी है। ए आवली ए, आ बी है और आ बी है, तो की हुंदा ओपोजिट साइड्स आर इक्वल, आमो सामने दियां भुजावां बराबर।
ऑल एंगल 90 डिग्री, सारे ਦੇ ਸਾਰੇ ਕੋਨ 90 डिग्री ਹੋਣਗੇ। डायगोनल बाइसैक्ट ईच अदर, डायगोनल बाइसैक्ट करते हैं यानी कि एवें और एवें, यानी कि ये एक दूजे ਨੂੰ बिल्कुल इधर आदर है इधर आद है, जिन्ना इधर है उन्ना ही इधर है, इस तरीके ਨਾਲ कह रहे हैं बाइसैक्ट करते हैं। ठीक है जी। रोम्बस, रोम्बस की ਹੁੰਦਾ है, जिवें ताश ਦੇ ਵਿੱਚ ਤੁਸੀਂ ਇੱਟ ਦਾ ਪੱਤਾ ਦੇਖਦੇ ਹੋ ਨਾ, ਉਹ रोम्बस ਬਣਾਏ ਹੁੰਦੇ ਆ। ਉੱਥੇ ਕੀ ਹੁੰਦਾ ਕਿ ਸਾਰੀਆਂ ਸਾਈਡਸ ਇਕੁਅਲ, ਸਾਰੀਆਂ ਸਾਈਡਸ ਇਕੁਅਲ। ਹੁਣ ਜੇ ਸਾਰੀਆਂ ਸਾਈਡ ਇਕੁਅਲ ਹੈ ਤਾਂ ਵਰਗ ਦੀਆਂ ਵੀ ਹੁੰਦੀਆਂ ਜਾਂਦੀਆਂ ਵੀ ਨੇ, ਫਿਰ ਫਰਕ ਕੀ ਹੈ? ਫਰਕ ਇਹ ਹੈ ਕਿ ਰੋਮਬਸ ਜੋ ਹੁੰਦਾ ਹੈ ਇਹਦੇ ਸਾਰੇ ਐਂਗਲ 90 ਡਿਗਰੀ ਦੇ ਨਹੀਂ ਹੁੰਦੇ, ਇਹਦੇ ਐਂਗਲ 90 ਡਿਗਰੀ ਜਿਹੜੇ ਹੈ ਉਹ ਨਹੀਂ ਹੁੰਦੇ। ਪਰ ਸਕੁਅਰ ਦੇ ਵਿੱਚ ਕੀ ਹੁੰਦਾ, ਸਾਰੀਆਂ ਸਾਈਡਸ ਇਕੁਅਲ ਦੇ ਹੋਣ ਦੇ ਨਾਲ ਨਾਲ ਉਹਦੀਆਂ ਸਾਰੇ ਦੇ ਸਾਰੇ ਐਂਗਲ ਜਿਹੜੇ 90 ਡਿਗਰੀ ਹੁੰਦੇ ਆ, ਇੱਥੇ ਸਾਰੇ ਐਂਗਲ 90 ਡਿਗਰੀ ਨਹੀਂ ਹੁੰਦੇ। ਇਹ ਫਰਕ ਹੈ। ਪੈਰਲੈਲੋਗ੍ਰਾਮ, ਪੈਰਲੈਲੋਗ੍ਰਾਮ ਕੀ ਹੁੰਦਾ ਹੈ ਕਿ ਆਮੋ ਸਾਹਮਣੇ ਦੀਆਂ ਭੁਜਾਵਾਂ ਬਰਾਬਰ, ਓਪੋਜ਼ਿਟ ਸਾਈਡਸ ਆਰ ਇਕੁਅਲ। पर फिर इत्थे फिर जे सारियां आमो सामने दी भुजावां बराबर तो रैक्टेंगल हो जाएगी, नहीं। इत्थे नाल कि सारे एंगल 90 डिग्री नहीं हुंदे। ठीक है जी। सो पैरलैलोग्राम दा बेसिक की हुंदा कि समानांतर हुंदियां। पैरलैलोग्राम यानी कि लाइनां पैरलल ने, पैरलल माने समानांतर, कि एवें एवें समानांतर ने और ये वालियां दो भुजावां समानांतर ने। सो ये लाइनां पैरलल हुंदियां ने, हुंदियां रैक्टेंगल च भी पैरलल ने क्योंकि ये भी पैरलल ने, पर इत्थे कहता पैरलल भी ने, ओपोजिट साइड्स इक्वल भी ने। मेन है कि 90 डिग्री नहीं है, बस उहदे नाल ही ये पैरलैलोग्राम हो जाती है। अगर ओपोजिट साइड इक्वल सारे एंगल 90 डिग्री और पैरलल हों तो रैक्टेंगल भी बन जाएगी। ठीक है जी। सो पेपर च क्वेश्चन भी आ सकता है कि रोम्बस कदे स्क्वेयर बन सकती है कि नहीं, तो असीं कहना हाँ बन सकती है अगर वो 90 डिग्री का एंगल होया सारे। एक पैरलैलोग्राम रैक्टेंगल बन सकती है, जरूर बन सकती है, पर एक रैक्टेंगल कदे भी पैरलैलोग्राम नहीं बन सकती क्योंकि पैरलैलोग्राम की खासियत ये है कि 90 डिग्री नहीं होंगे। अगर 90 हो गए तो वो रैक्टेंगल ही बन जाएगी। क्लीयर है जी। फिर गल आ गई ट्रैपेजियम की। ट्रैपेजियम, ट्रैपेजियम की हुंदा है कि इहदियां दो भुजावां तो हुंदी समानांतर, जिहड़ियां उपरलियां मैं बनाईयां ये तो हो गई जी समानांतर। सो दूसरियां दो जिहड़ियां एवें इन्हां नूं जोड़ के बना लियां जांदियां। इहदी हाइट एवें यूज़ की जाती कि इत्थों तो आ जिहड़ा लंब सिੱਟਦੇ इनू एज अ हाइट यूज़ करते हैं। आ दो लेंथ हमेशा दे के भेजते हैं। ठीक है जी। इस तरीके नाल अगर मान लो आ हाइट, अगर वो हाइट नहीं भी दे के भेजते ना सानू, सो एक आ साइड दे के भेजणगे ये 8 है, आ साइड दे के भेज देंगे जी ये 4 है ना। सो असी की करना हुंदा है, सानू आ भी दस के भेजणगे कि आ किन्नी होएगी, या वो हाइट दे के भेजणगे, फिर आ वाली पूजा सानू नाल दे के भेजा करनगे। सो असी इहदे तो इहनू यूज़ करके आ कढ लिया करांगे विद दी हैल्प ऑफ पाइथागोरस, क्योंकि यह 90 डिग्री का कोण है और एक त्रिभुज बनती है। क्वेश्चन जो आप करांगे, क्वेश्चन हर एक चीज़ डिस्कस करांगे कि क्वेश्चन किवें आ सकता, किवें नहीं आ सकता। ट्रैपेजियम च इदां भी असीं गल कर सकते हैं। सेम फिगर है बट मैं हाइट इहदी बिल्कुल सेंटर च यूज़ कर ली। ठीक है जी। क्योंकि फॉर्मूले सानू हाइट एक बारी ही यूज़ करनी पैंदी है, फोर कई बारी मतलब इस तरीके नाल बना लेंदे ने वो। ठीक है जी। मतलब कई बारी इस तरीके नाल भी इसनूं भी ट्रैपेजियम ही कह लेंदे वो। सो बेसिकली इनू भी असीं एज अ हाइट यूज़ कर सकते होवांगे, है ना। सो ये क्वेश्चन से डिपेंड करेगा कि उनकी फिगर वो किस तरीके नाल दे के भेजदा है। सो मैनी थिंग्स डिपेंड ऑन क्वेश्चनस। ठीक है जी। सो ट्रैपेजियम की कोई खास होर गल नहीं होंदी, बस ये होंदा कि दो भुजावां समानांतर होंदियां, बाकी का कुछ नहीं कह सकते। हाइट भी सानू खुद बनानी पैंदी है हर एक चीज़। सो इस करके इहदी कोई खास प्रॉपर्टी की गल नहीं होंदी। एक अग जी इररेगुलर क्वाड्रिलेटरल। इररेगुलर यानी कि क्वाड्रिलेटरल तो है पर इररेगुलर है। इररेगुलर का माने जिवें इन्हां च कोई ना कोई पैटर्न हुंदा सी कि सारियां साइड इक्वल 90 डिग्री, सारियां साइड ओपोजिट साइड्स इक्वल 90 डिग्री, सारियां साइड इक्वल कोई 90 डिग्री नहीं, सारियां पैरलल बट 90 डिग्री नहीं, इहदे दो समानांतर इदां। हुण कुछ इदां दा भी तो हो सकदा कोई इक्वल ही ना होवे, है ना। इस तरीके दी इहो जिहां नूं इररेगुलर क्वाड्रिलेटरल कहा जांदा है। फिर इन्हां नूं असीं इस तरीके नाल बना के और इत्थों दी लंब खिच के असीं जिहड़ा है क्वेश्चन अपने करने शुरू करते हैं। सो इहनूं कहते इररेगुलर क्वाड्रिलेटरल। एक टाइप है, ये क्वेश्चन बहुत ज़्यादा घट होंगे इररेगुलर क्वाड्रिलेटरल ते। एक आगे जी काइट। काइट साडे इंडियन सिस्टम दे विच नहीं हुंदी, काइट फॉरन सिस्टम दी है। और काइट भी एक क्वाड्रिलेटरल की टाइप होंदी है, जिवें असीं पतंग उड़ाने हैं। सो बेसिकली आवली चीज़ ये साडी काइट होगी। सो काइट च की हुंदा है, आवलियां दो भुजावां बराबर हुंदियां ने ते आवलियां दो भुजावां आपस च बराबर हुंदियां ने। इहनूं बेसिकली काइट कह लैंदे आ असीं। हालांकि काइट दे उपर क्वेश्चन नहीं आते क्योंकि वो इंडियन सिस्टम दे विच नहीं हैगी, ये फॉरन सिस्टम च पढ़ाई जाती है काइट। क्लीयर है जी। बिल्कुल टाइप्स मैं जिहड़ियां इहदियां डिस्कस कर चुके हैं और उम्मीद है तुहानूं समझ भी आईयां होणगियां। क्लीयर है जी। सो आओ हुण असीं क्वेश्चन डिस्कस फॉर्मूले डिस्कस करते हैं क्वाड्रिलेटरल्स दे। सब तो पहली चीज़ मैं डिस्कस करूँगा स्क्वेयर। स्क्वेयर दी सारियां साइड्स इक्वल,
ਸਾਰੇ ਕੋਣ 90 ਡਿਗਰੀ ਦੇ ਔਰ ਆ ਡਾਇਗਨਲ ਮੈਂ ਡੀ ਬਣਾਇਆ ਹੋਇਆ ਹੈ। ਕਲੀਅਰ ਹੈ ਜੀ। ਤੁਸੀਂ ਨਾ ਬੜੇ ਧਿਆਨ ਨਾਲ ਸਮਝਿਆ ਜੇ। ਮੈਂ ਇੱਥੇ ਨੀਚੇ ਇੱਕ ਕੁਐਸਚਨ ਲਿਖਿਆ ਪੰਜਾਬ ਪਟਵਾਰੀ 2016 ਦਾ, ਉਹ ਬਿਲਕੁਲ ਇਸੇ ਕਨਸੈਪਟ ਤੇ ਯੂਜ਼ ਹੋਏਗਾ। ਤੁਸੀਂ ਦੇਖੋ ਤੁਹਾਨੂੰ ਮੈਂਜ਼ਰੇਸ਼ਨ ਬਿਲਕੁਲ ਟਫ ਆਉਂਦੀ ਹੈ ਨਹੀਂ ਆਉਂਦੀ ਉਹ ਇੱਕ ਅਲੱਗ ਗੱਲ ਹੈ, ਪਰ ਦੇਖੋ ਤੁਸੀਂ ਬਿਲਕੁਲ ਈਜ਼ੀ ਕਨਸੈਪਟ, ਮੈਂ ਹਜੇ 2D ਸ਼ੁਰੂ ਹੀ ਕੀਤੀ ਹੈ, ਉਹਦੇ ਵਿੱਚ ਕੁਆਡਰੀਲੇਟਰ ਸਟਾਰਟ ਹੀ ਕੀਤੀ ਹੈ, ਹਜੇ ਤੱਕ ਮੈਂ ਕੋਈ ਫਾਰਮੂਲਾ ਵੀ ਨਹੀਂ ਕੀਤਾ, ਸਿਰਫ ਇੱਕ ਪਹਿਲਾ ਫਾਰਮੂਲਾ ਡਿਸਕਸ ਕਰਾਂਗਾ। ਤੇ ਤੁਸੀਂ ਦੇਖੋ ਪੰਜਾਬ ਪਟਵਾਰੀ 'ਚ ਕੁਐਸਚਨ ਉਹਦੇ ਬੇਸ ਤੇ ਹੀ ਆਇਆ ਹੋਇਆ ਸੀ। ਠੀਕ ਹੈ ਜੀ, ਧਿਆਨ ਨਾਲ ਸਮਝੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਿ ਕੁਐਸਚਨ ਉਹਦੇ ਬੇਸ ਦੇ ਉੱਤੇ ਆਇਆ ਹੋਇਆ ਸੀਗਾ ਸਾਡੇ ਕੋਲ। ਸੋ ਆਓ ਆਪਾਂ ਸਮਝੀਏ ਇਸ ਚੀਜ਼ ਨੂੰ ਕਿ ਸਕੁਏਅਰ ਦੇ ਉੱਪਰ ਜਿਹੜਾ ਕੁਐਸਚਨ ਹੈ ਸਾਡਾ ਉਹ ਕਿਵੇਂ ਬਣਿਆ ਹੋਇਆ ਹੈ। ਪੈਰੀਮੀਟਰ ਕੀ ਬਣੇਗਾ? ਪੈਰੀਮੀਟਰ ਕੀ ਹੁੰਦਾ? ਬਿਲਕੁਲ ਸਾਈਡਾਂ ਦਾ ਤੁਸੀਂ ਜੋੜ ਕਰ ਲਓ। ਸੋ ਇੱਥੇ ਸਾਈਡਾਂ ਕੀ ਨੇ? A + A + A + A। ਕਲੀਅਰ ਹੈ ਜੀ। ਸੋ ਇਹ ਸਾਡੀਆਂ ਸਾਈਡਸ ਆ ਗਈਆਂ ਇੱਥੇ। ਠੀਕ ਹੈ ਜੀ। ਸੋ ਇਹ ਸਾਡੀਆਂ ਸਾਈਡਸ ਆ ਗਈਆਂ A + A + A + A। ਸੋ ਇਹ ਬੇਸਿਕਲੀ ਸਾਡਾ ਪੈਰੀਮੀਟਰ ਹੋ ਗਿਆ। ਪੈਰੀਮੀਟਰ ਕੀ ਹੋ ਗਿਆ? 4A। ਸੋ ਸਾਡਾ ਸਕੁਏਅਰ ਦਾ ਜਿਹੜਾ ਪੈਰੀਮੀਟਰ ਹੈ ਉਹ ਹੋ ਗਿਆ 4A। ਉਸ ਤੋਂ ਬਾਅਦ ਗੱਲ ਆ ਗਈ ਡਾਇਗਨਲ ਦੀ। ਡਾਇਗਨਲ ਕੀ ਹੋਊਗਾ? ਬੇਸਿਕ ਦੇਖੋ, ਜਿਵੇਂ ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕਿਆ, ਡਾਇਗਨਲ ਜੋ ਹੈ ਐਜ਼ ਅ ਹਾਈਪੋਟੇਨਿਊਜ਼ ਯੂਜ਼ ਹੋ ਸਕਦਾ ਪਾਈਥਾਗੋਰਸ ਥਿਊਰਮ ਦੇ ਲਈ, ਹੈ ਨਾ, ਪਾਈਥਾਗੋਰਸ ਥਿਊਰਮ ਦੇ ਲਈ। ਸੋ ਅਗਰ ਮੈਂ ਇੱਥੇ ਪਾਈਥਾਗੋਰਸ ਲਗਾਉਣੀ ਵੀ ਚਾਹਾਂ ਤਾਂ ਕੀ ਲਗਾਵਾਂਗਾ? D ਦਾ ਸਕੁਏਅਰ ਬਰਾਬਰ ਪਰਪੈਂਡੀਕੂਲਰ ਦਾ ਸਕੁਏਅਰ, ਆ ਪਰਪੈਂਡੀਕੂਲਰ ਮੰਨ ਲਿਆ, ਇਹਨੂੰ ਬੇਸ ਮੰਨ ਲਿਆ। ਸੋ A ਦਾ ਸਕੁਏਅਰ + A ਦਾ ਸਕੁਏਅਰ। ਸੋ ਕੀ ਹੋ ਜਾਏਗਾ? A ਦਾ ਸਕੁਏਅਰ + A ਦਾ ਸਕੁਏਅਰ ਇਕੁਅਲ ਟੂ ਹੋ ਗਿਆ 2A ਦਾ ਸਕੁਏਅਰ। ਸੋ ਬੇਸਿਕਲੀ D ਸਕੁਏਅਰ। तो D अगर मैं लैके आना चाहवां तो मैं की करांगा? अंडर रूट कर दांगा, √2A ਸਕੁਏਅਰ उरे बन जाएगा √2 A ਦਾ ਸਕੁਏਅਰ ਦਾ ਜਦੋਂ ਅੰਡਰ रूट ਹੋਏਗਾ ਸੋ A ਹੀ ਆ ਜਾਏਗਾ। ਸੋ ਬੇਸਿਕਲੀ ਡਾਇਗਨਲ ਕੀ ਹੁੰਦਾ? √2 × A, √2 × A ਇਹ ਡਾਇਗਨਲ ਹੁੰਦਾ ਹੈ। ਸੋ ਡਾਇਰੈਕਟ ਵੀ ਤੁਹਾਨੂੰ ਡਾਇਗਨਲ ਪੁੱਛਿਆ ਜਾ ਸਕਦਾ ਹੈ ਇੱਕ ਪੈਰੀਮੀਟਰ ਦਾ। ਠੀਕ ਹੈ ਜੀ। ਮੈਂ ਰਿਕੁਐਸਟ ਕਰੂੰਗਾ ਪਲੀਜ਼ ਕੁਐਸਚਨ ਨੂੰ ਨਾ ਪੜੋ, ਨਾਲ ਨਾਲ ਇੱਕ ਵਾਰੀ ਪਹਿਲਾਂ ਕਨਸੈਪਟ ਸਮਝ ਲਓ, ਫਿਰ ਮੈਂ ਕੁਐਸਚਨ ਵੀ ਡਿਸਕਸ ਕਰ ਲਾਂਗਾ। ਡਾਇਗਨਲ ਕੀ ਹੋ ਗਿਆ ਜੀ? √2A। ਠੀਕ ਹੈ ਜੀ। ਮਤਲਬ A ਜੋ ਵੀ ਸਾਈਡ ਉਹ ਗਿਵਨ ਕਰੇਗਾ ਨਾਲ ਉਹਦੇ √2 ਗੁਣਾ ਕਰ ਦਿਓ, ਉਹ ਤੁਹਾਡੀ ਡਾਇਗਨਲ ਦੀ ਲੈਂਥ ਆ ਜਾਂਦੀ ਹੈ। ਡਾਇਰੈਕਟ ਫਾਰਮੂਲਾ ਯਾਦ ਕਰ ਸਕਦੇ ਹੋ। ਏਰੀਆ ਕੀ ਹੁੰਦਾ ਜੀ? ਏਰੀਆ ਤੁਸੀਂ ਜਿਵੇਂ ਪੜ੍ਹਿਆ ਹੀ ਹੋਇਆ ਲੰਬਾਈ ਗੁਣਾ ਚੌੜਾਈ। ਇੱਥੇ ਦੀ ਲੰਬਾਈ ਵੀ A ਹੈ ਤੇ ਚੌੜਾਈ ਵੀ A ਹੈ। ਸੋ A ਗੁਣਾ A ਅਸੀਂ ਕੀਤਾ ਤਾਂ ਉਹ ਆ ਗਿਆ A ਦਾ ਸਕੁਏਅਰ, ਯਾਨੀ ਕਿ ਸਾਈਡ ਦਾ ਸਕੁਏਅਰ ਕਰ ਦਿਓ, ਉਹੀ ਇੱਕ ਸਕੁਏਅਰ ਦਾ ਏਰੀਆ ਹੋ ਜਾਂਦਾ ਹੈ। ਠੀਕ ਹੈ ਜੀ। ਪਰ ਇਹ ਇੱਕ ਜਨਰਲ ਫਾਰਮੂਲਾ। ਮੈਂ ਇੱਕ ਹੋਰ ਫਾਰਮੂਲਾ ਦੇਣ ਲੱਗਿਆ, ਏਰੀਆ ਔਨ ਡਾਇਗਨਲ ਬੇਸ। ਡਾਇਗਨਲ ਦੇ ਬੇਸ ਤੇ ਵੀ ਮੈਂ ਇੱਕ ਫਾਰਮੂਲਾ ਦੇਣਾ ਚਾਹੁੰਦਾ। ਉਦੋਂ ਏਰੀਆ ਕਿਵੇਂ ਨਿਕਲਦਾ? ਤੁਸੀਂ ਡਾਇਗਨਲ ਦਾ ਸਕੁਏਅਰ ਕਰਕੇ ਬਟਾ 2 ਕਰ ਦਿਓ, ਇਹ ਵੀ ਏਰੀਏ ਦਾ ਫਾਰਮੂਲਾ ਹੁੰਦਾ ਹੈ। ਡਾਇਗਨਲ ਦਾ ਸਕੁਏਅਰ ਬਟਾ 2 ਕਰ ਦਿਓ, ਇਹ ਵੀ ਏਰੀਏ ਦਾ ਹੀ ਫਾਰਮੂਲਾ ਹੁੰਦਾ ਹੈ। ਠੀਕ ਹੈ ਜੀ, ਲੱਗੀ ਸਮਝ ਇਸ ਚੀਜ਼ ਦੀ? ਸੋ ਦੋ ਫਾਰਮੂਲੇ ਹੁੰਦੇ ਏਰੀਏ ਦੇ, ਇੱਕ ਤਾਂ ਹੁੰਦਾ A ਸਕੁਏਅਰ ਔਰ ਇੱਕ ਫਾਰਮੂਲਾ ਹੁੰਦਾ D ਸਕੁਏਅਰ ਬਟਾ 2। ਇਹ ਦੋਨੋਂ ਹੀ ਫਾਰਮੂਲੇ ਏਰੀਏ ਦੇ ਨੇ, ਯਾਦ ਕਰ ਲਓ। ਇਹ ਤੋਂ ਤੁਹਾਨੂੰ ਇਹ ਵੀ ਪਤਾ ਲੱਗ ਗਿਆ ਕਿ ਡਾਇਗਨਲ ਦਾ ਔਰ ਏਰੀਏ ਦਾ ਡਾਇਰੈਕਟ ਲਿੰਕ ਹੁੰਦਾ ਹੈ। ਏਰੀਏ ਦਾ ਔਰ ਡਾਇਗਨਲ ਦਾ ਇੱਕ ਡਾਇਰੈਕਟ ਲਿੰਕ ਹੁੰਦਾ ਹੈ। ਕਿਵੇਂ ਹੁੰਦਾ ਹੁਣ ਮੈਂ ਇੱਥੇ ਦੱਸਦਾ। ਪੰਜਾਬ ਪਟਵਾਰੀ 2016 ਚ ਕੁਐਸਚਨ ਆਇਆ ਸੀ, ਕਹਿੰਦੇ ਕਿ ਇਫ ਡਾਇਗਨਲ ਆਫ ਸਕੁਏਅਰ, ਅਗਰ ਸਕੁਏਅਰ ਦਾ ਡਾਇਗਨਲ ਜਿਹੜਾ ਹੈ R/1/2, ਕਿ ਉਹਦਾ ਜਿਹੜਾ ਡਾਇਗਨਲ ਹੈ ਨਾ ਸਕੁਏਅਰ ਦਾ ਉਹ 1/2 ਚ ਹੈਗਾ, ਦੈਨ ਵਟ ਇਜ਼ ਦਾ ਰੇਸ਼ੋ ਆਫ देयर ਏਰੀਆਜ਼। ਸਕੁਏਅਰਸ ਹੈ ਜੀ, ਦੋ ਸਕੁਏਅਰਸ ਦੀ ਗੱਲ ਕੀਤੀ ਗਈ ਹੈ, ਇੱਕ ਆਹ ਵਾਲਾ ਸਕੁਏਅਰ ਹੈ, ਇੱਕ ਆਹ ਵਾਲਾ ਸਕੁਏਅਰ ਹੈ। ਸੋ ਕਹਿੰਦਾ ਜਿਹੜਾ ਇਹਦਾ ਡਾਇਗਨਲ ਹੈ ਜੋ ਜਿਹੜਾ ਇਹਦਾ ਡਾਇਗਨਲ ਹੈ ਉਹ 1/2 ਚ ਹੈ, ਯਾਨੀ ਕਿ ਕਹਿੰਦਾ ਅਗਰ ਇਹਦੇ ਡਾਇਗਨਲ ਦੀ ਲੈਂਥ 2 ਹੈ ਤਾਂ ਇਹਦੇ ਡਾਇਗਨਲ ਦੀ ਲੈਂਥ 4 ਹੋਏਗੀ। ਇਹ ਕਹਿਣਾ ਚਾਹ ਰਿਹਾ ਬੇਸਿਕਲੀ ਉਹ, ਇਹਨੂੰ ਰੇਸ਼ੋ 1/2 ਹੋਗੀ ਨਾ, ਵੀ ਇਹਦੀ ਰੇਸ਼ੋ ਜਿੰਨੀ ਉਹ ਜਿੰਨਾ ਹੈ ਉਹਦਾ ਡਬਲ ਹੈ। ਅਗਰ ਇਹ 2 ਸੀ ਇੱਥੇ ਡਾਇਗਨਲ, ਤਾਂ ਇਸ ਵਾਲੀ ਸਕੁਏਅਰ ਦਾ ਡਾਇਗਨਲ 4 ਹੈ। ਸੋ ਕਹਿੰਦਾ ਅਗਰ ਇਹਦੇ ਏਰੀਏ ਦੀ ਤੇ ਇਹਦੇ ਏਰੀਏ ਦੀ ਵੀ ਮੈਨੂੰ ਰੇਸ਼ੋ ਦੱਸੋ ਕੀ ਹੋਏਗੀ। ਅਗਰ ਤੁਹਾਨੂੰ ਇਹ ਫਾਰਮੂਲਾ ਹੀ ਨਹੀਂ ਪਤਾ ਕਿ ਡਾਇਗਨਲ ਦੇ ਬੇਸ ਤੇ ਵੀ ਏਰੀਆ ਕੱਢਿਆ ਜਾ ਸਕਦਾ ਹੈ, ਸੋ ਇਹਦਾ ਮਤਲਬ ਤੁਹਾਡਾ ਇਹ ਕੁਐਸਚਨ ਮਰ ਗਿਆ ਪੇਪਰ 'ਚ। ਠੀਕ ਹੈ ਜੀ। ਸੋ ਇਹ ਵਾਲਾ ਕੁਐਸਚਨ ਡਾਇਰੈਕਟ ਇਸ ਫਾਰਮੂਲੇ ਦੇ ਬੇਸ ਤੇ ਸੀਗਾ। ਤੁਸੀਂ ਕੀ ਕਰਨਾ ਹੈ, ਉਸਨੇ ਅਗਰ ਤੁਹਾਨੂੰ ਡਾਇਗਨਲ ਦਿੱਤਾ ਸੀ ਇੱਥੇ 1/2 ਦਾ, ਸੋ ਤੁਸੀਂ ਕੀ ਕਰੋ, ਇੱਥੇ ਫਾਰਮੂਲਾ ਲਗਾ ਲਓ ਬੇਸਿਕ ਸਿੱਧਾ। ਤੁਸੀਂ ਕੀ ਕਰੋ, 1 ਦਾ ਸਕੁਏਅਰ ਬਟਾ 2 ਕਰ ਦਿਓ ਔਰ ਰੇਸ਼ੋ ਜੋ ਉਸਨੇ 2 ਦਾ ਸਕੁਏਅਰ ਬਟਾ 2 ਕਰ ਦਿਓ। 2 ਨਾਲ 2 ਤਾਂ ਵੈਸੇ ਹੀ ਕੱਟਿਆ ਗਿਆ, ਤਾਂ ਬਚਿਆ ਕਿ 1 ਦਾ ਸਕੁਏਅਰ 1, 2 ਦਾ ਸਕੁਏਅਰ 4। ਸੋ ਉਹਦੇ ਏਰੀਆ ਦਾ ਜਿਹੜਾ ਰੇਸ਼ੋ ਆਏਗੀ ਉਹ ਆਏਗੀ 1/4। ਆਨਸਰ ਖਤਮ।
ਸੋ ਬਿਲਕੁਲ 10 ਸੈਕਿੰਡ ਵੀ ਨਹੀਂ ਲੱਗੇ ਅਗਰ ਤੁਹਾਨੂੰ ਇਹ ਡਾਇਰੈਕਟ ਫਾਰਮੂਲਾ ਯਾਦ ਸੀਗਾ ਉਸ ਪੇਪਰ 'ਚ, ਨਹੀਂ ਤਾਂ ਅਦਰਵਾਈਜ਼ ਉਹ ਪੰਜਾਬ ਪਟਵਾਰੀ 'ਚ ਦੇਖੋ ਤੁਹਾਡੇ ਤੋਂ ਕੀ ਕਰਵਾਉਂਦੇ, ਪਹਿਲਾਂ ਡਾਇਗਨਲ ਦਿੱਤਾ ਉਸਨੇ, ਤੁਸੀਂ ਡਾਇਗਨਲ ਮੰਨ ਕੇ ਚੱਲਦੇ 2 ਔਰ 4 ਜਾਂ 1 ਔਰ 2 ਮੰਨ ਕੇ ਚੱਲਦੇ, ਫਿਰ ਤੁਸੀਂ ਉਸ ਡਾਇਗਨਲ ਦੀ ਹੈਲਪ ਨਾਲ ਪਹਿਲਾਂ ਸਾਈਡਸ ਕੱਢਣ ਦੀ ਟਰਾਈ ਕਰਦੇ ਔਰ ਤੁਸੀਂ ਉਹਨੂੰ ਕੱਢਣ ਦੀ ਟਰਾਈ ਕਰਦੇ ਪਹਿਲਾਂ ਸਾਈਡਸ, ਫਿਰ ਸਾਈਡਸ ਦੇ ਬੇਸ 'ਤੇ ਫਾਰਮੂਲਾ ਲਗਾਉਣ ਦੀ ਟਰਾਈ ਕਰਦੇ। ਸੋ ਇਹ ਜਿਹੀਆਂ ਚੀਜ਼ਾਂ ਤੋਂ ਬਚੋ। ਡਾਇਗਨਲ ਬੇਸ ਤੇ ਏਰੀਆ ਦਾ ਫਾਰਮੂਲਾ ਹੁੰਦਾ d²/2। ਔਰ ਮੈਂ ਤੇ ਦੱਸ ਦੇਣਾ ਚਾਹਣਾ, ਪੇਪਰ 'ਚੋਂ ਕਦੇ ਵੀ ਤੁਹਾਨੂੰ ਡਾਇਗਨਲ ਦੇ ਦੇਵੇ ਨਾ, ਕਿੰਨੀ ਵੀ ਰੇਸ਼ੋ ਦੇ ਦੇ, ਤੁਸੀਂ ਉਹਦਾ ਸਕੁਏਅਰ ਕਰ ਦਿਓ, ਉਹੀ ਉਹਦਾ ਏਰੀਆ ਦਾ ਰੇਸ਼ੋ ਹੁੰਦੀ ਹੈ, ਸਿੱਧਾ ਸਕੁਏਅਰ ਕਰ ਦਿਓ। ਆ ਕੁਝ ਵੀ ਹੋਰ ਵੀ ਝੰਜਟ ਕਰਨ ਦੀ ਲੋੜ ਨਹੀਂ, ਔਰ ਉਹ ਤੁਹਾਨੂੰ ਡਾਇਰੈਕਟ ਹੀ ਪਤਾ ਲੱਗਿਆ ਕਿਉਂਕਿ ਇੱਥੇ d²/2 ਹੁੰਦਾ ਫਾਰਮੂਲਾ। ਰੇਸ਼ੋ ਕਰਾਂਗੇ 2 ਨਾਲ 2 ਕੱਟਿਆ ਜਾਏਗਾ, ਮਤਲਬ ਸਿੱਧਾ ਸਕੁਏਅਰ ਕਰਨ ਨਾਲ ਤੁਹਾਨੂੰ ਏਰੀਆ ਮਿਲ ਸਕਦਾ ਹੈ। ਅਗਰ ਉਹ ਰੇਸ਼ੋ ਦੇ ਰਿਹਾ ਤਾਂ ਉਸ ਰੇਸ਼ੋ ਦਾ ਸਿੱਧਾ ਸਕੁਏਅਰ ਕਰੋ। ਅਗਰ ਉਹ ਕੱਲ ਨੂੰ ਕਹਿ ਦੇ ਕਿ ਜੀ ਡਾਇਗਨਲ 2:3 ਚ ਹੈ ਤਾਂ ਏਰੀਆ ਕਿਸ ਰੇਸ਼ੋ 'ਚ ਹੋਣਗੇ, ਤੁਸੀਂ ਡਾਇਰੈਕਟ ਕਹਿਣਾ 4:9 ਚ ਉਹਦਾ ਏਰੀਆ ਹੋਏਗਾ। ਡਾਇਰੈਕਟ ਆਨਸਰ ਚੁਟਕੀਆਂ 'ਚ। ਕਲੀਅਰ ਹੈ ਜੀ? ਸਮਝੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਬੜੇ ਧਿਆਨ ਨਾਲ। ਸੋ ਸਕੁਏਅਰ ਆਪਣਾ ਜਿਹੜਾ ਪੂਰਾ ਡਿਸਕਸ ਹੋ ਗਿਆ। ਤੁਸੀਂ ਦੇਖੋ ਸਿਰਫ ਇੰਨੇ ਕੁ ਪੋਰਸ਼ਨ ਨੂੰ ਕਰਨ ਦੇ ਨਾਲ ਤੁਹਾਡਾ ਪੰਜਾਬ ਪਟਵਾਰੀ ਦਾ ਕੁਐਸਚਨ ਬਣ ਰਿਹਾ ਹੈ, ਪੰਜਾਬ ਪਟਵਾਰੀ ਦਾ ਕੁਐਸਚਨ ਬਣ ਰਿਹਾ ਹੈ। ਸੋ ਇਹ ਜਿਹੀਆਂ ਚੀਜ਼ਾਂ ਨੂੰ ਧਿਆਨ ਨਾਲ ਸਮਝੋ। ਅੱਜ ਦਾ ਲੈਕਚਰ ਵੇਸਟ ਨਾ ਜਾਣ ਦਿਓ, ਬਹੁਤ ਇੰਪੋਰਟੈਂਟ ਲੈਕਚਰ ਹੈ। ਨੈਕਸਟ ਆ ਜਾਓ ਆਪਾਂ ਡਿਸਕਸ ਕਰਦੇ ਹਾਂ ਰੈਕਟੈਂਗਲ। ਰੈਕਟੈਂਗਲ ਬੇਸਿਕਲੀ ਫਿਰ ਮੈਂ ਤੇ ਫਿਗਰ ਡਰਾ ਕਰ ਲੈਣਾ ਰੈਕਟੈਂਗਲ ਦੀ। ਆ ਰਹੀ ਰੈਕਟੈਂਗਲ ਆਪਣੀ। ਸੋ ਆਹ ਵਾਲੀ A ਹੈ ਤਾਂ ਆ A ਹੈ, ਆ B ਹੈ ਤਾਂ ਆ B ਹੈ, ਸਾਰੇ ਐਂਗਲ ਹੈਗੇ 90 ਡਿਗਰੀ ਦੇ। ਸੋ ਬੇਸਿਕ ਇਹਦਾ ਪੈਰੀਮੀਟਰ ਕੀ ਬਣੇਗਾ ਫਿਰ A + A + A, ਸੌਰੀ A ਪਲਸ ਪਹਿਲਾਂ A + A + B + B। ਠੀਕ ਹੈ ਜੀ। ਸੋ ਬੇਸਿਕਲੀ ਕੀ ਬਣ ਗਿਆ 2A + 2B, ਇਹ ਇਹਦਾ ਬਣ ਗਿਆ ਪੈਰੀਮੀਟਰ। ਠੀਕ ਹੈ ਜੀ, ਇਹ ਬਣ ਗਿਆ ਇਹਦਾ ਪੈਰੀਮੀਟਰ। ਏਰੀਆ ਕੀ ਹੁੰਦਾ ਲੈਂਥ ਇਨਟੂ ਬ੍ਰੈਡਥ, ਲੰਬਾਈ ਗੁਣਾ ਚੌੜਾਈ, ਤਾਂ ਲੰਬਾਈ A ਹੈ ਚੌੜਾਈ B ਹੈ, ਸੋ ਉਹ ਆ ਗਿਆ ਜੀ AB ਬੇਸਿਕਲੀ। ਠੀਕ ਹੈ ਜੀ, ਇਹ ਹੋ ਗਿਆ ਰੈਕਟੈਂਗਲ ਦਾ ਪੈਰੀਮੀਟਰ ਤੇ ਇਹ ਹੋ ਗਿਆ ਏਰੀਆ। ਫਿਰ ਗੱਲ ਆ ਗਈ ਇਹਦੇ ਡਾਇਗਨਲ ਕੱਢਣ ਦੀ। ਡਾਇਗਨਲ ਦਾ ਫਾਰਮੂਲਾ ਫਿਰ ਉਹੀ ਹੋਏਗਾ ਕਿਉਂਕਿ ਇਹ 90 ਡਿਗਰੀ ਹੈ ਤੇ ਦੋ ਸਾਈਡਾਂ ਨੇ ਇਹ ਹਾਈਪੋਟੇਨਿਊਸ, ਤਾਂ ਅਸੀਂ ਪਾਈਥਾਗੋਰਸ ਲਗਾ ਸਕਦੇ ਹਾਂ। ਤਾਂ ਡਾਇਗਨਲ ਕੱਢਣ ਦਾ ਫਾਰਮੂਲਾ ਵੀ ਬੇਸਿਕਲੀ ਸਿੱਧਾ ਹੈ, ਡਾਇਗਨਲ ਬਰਾਬਰ ਬੇਸ ਦਾ ਸਕੁਏਅਰ, ਲੰਬ ਦਾ ਸਕੁਏਅਰ ਪਲੱਸ ਬੇਸ ਦਾ ਸਕੁਏਅਰ। ਸੋ ਕੀ ਆ ਗਿਆ A² + B² = D²। ਸੋ ਡਾਇਗਨਲ ਕੀ ਆ ਜਾਏਗਾ √A² + B²। ਠੀਕ ਹੈ ਜੀ। ਇੱਥੇ ਡਾਇਗਨਲ ਦਾ ਲਿੰਕ ਏਰੀਆ ਨਾਲ ਨਹੀਂ ਹੈਗਾ ਕਿਉਂਕਿ ਇੱਥੇ ਡਾਇਗਨਲ ਥੋੜਾ ਜਿਹਾ ਟੇਢਾ ਮੇਢਾ ਜਿਹਾ ਹੋ ਜਾਂਦਾ ਹੈ। ਸੋ ਇੱਥੇ ਉਹਦਾ ਲਿੰਕ ਜਿਹੜਾ ਨਹੀਂ ਹੈਗਾ, ਸਕੁਏਅਰ ਦੇ ਵਿੱਚ ਜ਼ਰੂਰ ਹੈਗਾ। ਔਰ ਤੁਸੀਂ ਦੇਖੋ ਸਕੁਏਅਰ 'ਚ ਹੀ ਲਿੰਕ ਸੀਗਾ ਔਰ ਸਕੁਏਅਰ 'ਚ ਹੀ ਕੁਐਸਚਨ ਬਣ ਕੇ ਆ ਗਿਆ ਪਟਵਾਰੀ 'ਚ। ਇੱਥੇ ਲਿੰਕ ਨਹੀਂ ਹੁੰਦਾ, ਇਹਦਾ ਕੁਐਸਚਨ ਵੀ ਨਹੀਂ ਆਇਆ। ਸੋ ਜਿੱਥੇ ਇਹੋ ਜਿਹੀਆਂ ਪੁੱਠੀਆਂ ਸਿੱਧੀਆਂ ਚੀਜ਼ਾਂ ਦੇ ਲਿੰਕ ਹੁੰਦੇ ਆ ਜ਼ਰੂਰ ਉਸ ਨੂੰ ਯਾਦ ਰੱਖੋ। ਕਲੀਅਰ ਹੈ ਜੀ। ਪੈਰੀਮੀਟਰ ਹੋ ਗਿਆ 2A + 2B, ਏਰੀਆ ਹੋ ਗਿਆ A × B ਤੇ ਡਾਇਗਨਲ √A² + B²। ਡਾਇਰੈਕਟ। ਤੀਸਰਾ ਆ ਗਿਆ ਜੀ ਆਪਣਾ ਪੈਰਲੈਲੋਗ੍ਰਾਮ ਕੀ ਹੁੰਦੀ ਹੈ ਜੀ? ਵੀ ਆਮੋ ਸਾਹਮਣੇ ਦੀਆਂ ਭੁਜਾਵਾਂ ਬਰਾਬਰ ਤੇ ਪੈਰਲਲ ਵੀ ਹੋਣਗੀਆਂ ਸਾਰੀਆਂ। ਸੋ ਉਹਦਾ ਪੈਰੀਮੀਟਰ ਕੀ ਹੋਏਗਾ? ਮੰਨ ਲਓ ਆਹ ਸਾਈਡ L ਹੈ ਸਾਰੀ ਔਰ ਆ B ਸੀ, ਯਾਨੀ ਕਿ ਆ ਵੀ L ਹੈ ਔਰ ਆ ਵੀ B ਹੈ। ਸੋ ਕੀ ਬਣੇਗਾ ਪੈਰੀਮੀਟਰ? L + L + B + B। ਸੋ 2 × L + B ਹੈ ਨਾ, 2 ਬਾਰ ਕੱਢ ਲਿਆ। ਇਹ ਕੀ ਬਣ ਗਿਆ 2L + 2B। ਸੋ ਇਹ ਬਣ ਗਿਆ 2 × L + B। ਪੈਰੀਮੀਟਰ ਇਹ ਹੋ ਗਿਆ ਸਿੰਪਲ। ਏਰੀਆ ਕਿਵੇਂ ਨਿਕਲਦਾ ਹੈ ਮੈਂ ਫਿਰ ਇੱਥੇ ਰਿਪੀਟ ਕਰ ਰਿਹਾ। ਤੁਸੀਂ ਕੀ ਕਰਨਾ ਹੈ, ਇਹ ਵਾਲੇ ਵਰਟਿਸਿਸ ਤੋਂ ਇੱਧਰ ਇੱਕ ਪਰਪੈਂਡੀਕੂਲਰ ਸਿੱਟ ਦਿਓ, ਮਤਲਬ ਇੱਥੇ 90 ਡਿਗਰੀ ਦਾ ਕੋਣ ਸਿੱਟ ਦਿਓ। ਇਸ ਤੋਂ ਇੱਧਰ ਇੱਕ ਪਰਪੈਂਡੀਕੂਲਰ ਸਿੱਟ ਦਿਓ, ਜਿਵੇਂ ਮਰਜ਼ੀ, ਜਿਵੇਂ ਤੁਹਾਡੀ ਇੱਛਾ ਹੈ। ਅਗਰ ਤੁਸੀਂ ਇੱਥੇ ਪਰਪੈਂਡੀਕੂਲਰ ਸਿੱਟੋਗੇ ਯਾਨੀ ਕਿ ਇਹਨੂੰ ਐਜ਼ ਆ ਬੇਸ ਮੰਨ ਲੈਣਾ, ਇਹਨੂੰ ਪਰਪੈਂਡੀਕੂਲਰ। ਅਗਰ ਇੱਥੇ ਸਿੱਟੋਗੇ ਇਹਨੂੰ ਬੇਸ ਔਰ ਇਹਨੂੰ ਪਰਪੈਂਡੀਕੂਲਰ। ਸੋ ਪੈਰਲੈਲੋਗ੍ਰਾਮ ਦਾ ਏਰੀਆ ਦਾ ਫਾਰਮੂਲਾ ਹੁੰਦਾ ਬੇਸ × ਹਾਈਟ ਯਾਨੀ ਕਿ ਪਰਪੈਂਡੀਕੂਲਰ ਜੋ ਤੁਸੀਂ ਸਿੱਟਿਆ। ਸੋ ਕੀ ਕਰਨਾ ਬੇਸ, ਅਗਰ ਤੁਸੀਂ ਇਹਨੂੰ ਸਿੱਟਿਆ ਸੀ ਤੁਸੀਂ ਕਹਿਣਾ ਬੇਸ L × P1, ਜਾਂ ਅਗਰ ਤੁਸੀਂ ਇੱਧਰ ਸਿੱਟਿਆ ਤੁਸੀਂ ਕਹਿਣਾ B × P2। ਸੋ ਇਹ ਦੋਨੇ ਫਾਰਮੂਲੇ ਸੇਮ ਨੇ ਔਰ ਇਹਨਾਂ ਨਾਲ ਏਰੀਆ ਨਿਕਲ ਜਾਂਦਾ ਹੈ। ਤੁਸੀਂ ਟੈਨਸ਼ਨ ਨਾ ਲਓ ਇਸ ਚੀਜ਼ ਦੀ ਕਿ ਇਹਦੇ ਵਿੱਚ ਸਾਨੂੰ ਹਾਈਟ ਕੱਢਣੀ ਪਏਗੀ। ਅਸਲ 'ਚ ਇੱਦਾਂ ਨਹੀਂ ਹੁੰਦਾ। ਉਹ ਸਾਨੂੰ ਜਦੋਂ ਵੀ ਪੈਰਲੈਲੋਗ੍ਰਾਮ ਦੇ ਕੇ ਭੇਜੇਗਾ ਸਾਨੂੰ ਹਾਈਟ ਨਾਲ ਦੇ ਕੇ ਭੇਜੇਗਾ, ਜਾਂ ਇਹੋ ਜਿਹਾ ਕੁਛ ਨਾ ਕੁਛ ਲਿਖ ਕੇ ਭੇਜੇਗਾ ਜਿਹਦੀ ਹੈਲਪ ਨਾਲ ਅਸੀਂ ਜਿਹੜੀ ਉਹਦੀ ਚੀਜ਼ ਨਹੀਂ ਪਤਾ ਉਹ ਕੱਢ ਸਕਦੇ ਹੋਵਾਂਗੇ। ਔਰ ਉਹ ਚੀਜ਼ਾਂ ਅਸੀਂ ਪਹਿਲਾਂ ਕਰ ਚੁੱਕੇ ਹਾਂ ਕਿਉਂਕਿ ਅਗਰ ਉਹ ਕੁਛ ਵੀ ਇੱਦਾਂ ਦਾ ਦੇਗਾ ਤਾਂ ਟ੍ਰਾਇੰਗਲ ਬਣੇਗੀ। ਟ੍ਰਾਇੰਗਲ 'ਤੇ ਸਾਨੂੰ ਵੈਸੇ ਕੁਛ ਨਾ ਕੁਛ ਲਾਗੂ ਕਰਨਾ ਆਉਂਦਾ ਹੀ ਹੈ। ਪਰ ਤੁਸੀਂ ਜੋ ਬੇਸਿਕ ਚੀਜ਼ ਯਾਦ ਰੱਖਣੀ ਉਹ ਇਹੀ ਰੱਖਣੀ ਹੈ ਕਿ ਬੇਸ × ਹਾਈਟ। ਉਹ ਪੇਪਰ 'ਚ ਕਿਤੇ ਬੇਸ ਤੇ ਹਾਈਟ ਦੇ ਤੁਸੀਂ ਪੈਰਲੈਲੋਗ੍ਰਾਮ ਪੜ੍ਹ ਕੇ ਨਾ ਜਾਓ, ਉੱਥੇ ਤੁਹਾਡਾ ਕੁਐਸਚਨ ਮਰ ਜੇ। ਇੱਦਾਂ ਨਹੀਂ ਕਰਨਾ। ਸੋ ਏਰੀਆ ਦਾ ਫਾਰਮੂਲਾ ਬੇਸ × ਹਾਈਟ ਔਰ ਪੈਰੀਮੀਟਰ ਹੋਏਗਾ 2 × L + B। ਬੜੇ ਆਰਾਮ ਨਾਲ ਸਿੰਪਲ ਯਾਦ ਕਰ ਲਓ ਚੀਜ਼ਾਂ ਨੂੰ। ਠੀਕ ਹੈ ਜੀ। ਸੋ ਆਪਣਾ ਇਹ ਵੀ ਕੰਮ ਜਿਹੜਾ ਹੈ ਹੋ ਗਿਆ। ਨੈਕਸਟ ਆ ਗਿਆ ਜੀ ਰੋਮਬਸ।
ਰੋਮਬਸ ਮੈਂ ਦੱਸ ਹੀ ਚੁੱਕਿਆ ਤੁਹਾਨੂੰ ਕਿ ਸਾਰੀਆਂ ਭੁਜਾਵਾਂ ਬਰਾਬਰ ਪਰ ਕੋਣ 90 ਡਿਗਰੀ ਨਹੀਂ ਹੁੰਦੇ, ਪਰ ਇਹਦੇ ਜਿਹੜੇ ਡਾਇਗਨਲ ਨੇ ਉਹ ਆਪਸ 'ਚ ਬਾਈਸੈਕਟ ਵੀ ਕਰਦੇ ਆ ਔਰ ਕੋਣ ਵੀ 90 ਡਿਗਰੀ ਦੇ ਬਣਦੇ ਆ। ਇਸ ਚੀਜ਼ ਨੂੰ ਵੀ ਧਿਆਨ ਰੱਖਣਾ ਹੈ ਤੁਸੀਂ। ਸੋ ਇਹਦੇ 'ਚ ਤੁਸੀਂ ਕੀ ਕਰਨਾ, ਡਾਇਗਨਲ ਤਾਂ ਤੁਹਾਡੇ ਕੋਲ ਹੈਗੀ ਹੈ, ਤੁਸੀਂ ਇੱਕ ਪਰਪੈਂਡੀਕੂਲਰ ਸੈੱਟ ਲੈਣਾ ਹੈ ਇਸ ਤਰੀਕੇ ਨਾਲ, ਜਾਂ ਇੱਧਰ ਵੀ ਇੱਕ ਪਰਪੈਂਡੀਕੂਲਰ ਸੈੱਟ ਸਕਦੇ ਹੋ, ਤੁਹਾਡੀ ਇੱਛਾ ਹੈ। ਪਹਿਲਾਂ ਮੈਂ ਗੱਲ ਕਰਾਂਗਾ ਪੈਰੀਮੀਟਰ ਦੀ। ਪੈਰੀਮੀਟਰ ਕੀ ਹੋਏਗਾ, ਏ। ਸੋ ਸਾਰੀਆਂ ਭੁਜਾਵਾਂ ਜੋੜਤੀਆਂ ਤਾਂ ਕੀ ਬਣ ਗਿਆ 4a, ਜੋ ਇਹਦਾ ਪੈਰੀਮੀਟਰ ਹੋ ਗਿਆ 4a। ਏਰੀਆ ਕੀ ਹੁੰਦਾ ਜੀ ਇਹਦਾ, ਏਰੀਆ ਮੈਂ ਦੱਸ ਦੇਣਾ ਚਾਹੁੰਦਾ, ਹਾਫ ਇੰਟੂ d1 ਕ੍ਰੋਸ d2। ਤੁਸੀਂ ਦੋਨੋਂ ਡਾਇਗਨਲਸ ਦੀ ਲੈਂਥ ਜਿਹੜੀ ਹੈ ਨਾ, ਇਹ ਪੇਪਰ 'ਚੋਂ ਦੇ ਕੇ ਭੇਜਿਆ ਕਰੇਗਾ। ਮੈਂ ਫਿਰ ਗੱਲ ਕਰ ਰਿਹਾ ਕਿ ਕੋਈ ਵੀ ਡਾਟਾ ਇਦਾਂ ਨਹੀਂ ਹੁੰਦਾ, ਜੋ ਫਾਰਮੂਲਾ ਜਿਹੜਾ ਬਣਿਆ ਨਾ ਪੇਪਰ 'ਚੋਂ ਫਾਰਮੂਲੇ ਦੇ ਅਕੋਰਡਿੰਗ ਹੀ ਡਾਟਾ ਗਿਵਨ ਕੀਤਾ ਜਾਂਦਾ ਹੈ, ਠੀਕ ਹੈ ਜੀ। ਸੋ ਕੀ ਕਰੇਗਾ, ਦੋ ਡਾਇਗਨਲਸ ਦੀ ਲੈਂਥ ਜਿਹੜੀ ਹੋਏਗੀ ਉਹ ਹੋਏਗੀ d1 ਇੰਟੂ d2 ਤੇ ਉਹਦੀ ਨਾਲ ਗੁਣਾ ਕਰ ਦਿਓ 1/2 ਨਾਲ, ਉਹਦੇ ਨਾਲ ਏਰੀਆ ਨਿਕਲ ਆਉਂਦਾ ਹੈ, ਠੀਕ ਹੈ ਜੀ। ਉਹ ਪੇਪਰ 'ਚ ਮੈਂ ਤੁਹਾਨੂੰ ਕੁਐਸਚਨ ਦੱਸ ਦੇਣਾ, ਪੇਪਰ 'ਚੋਂ ਕੀ ਕਰਦੇ ਆ, ਇੱਕ ਡਾਇਗਨਲ ਦੇ ਦੇਗਾ। ਮੈਂ ਤੁਹਾਨੂੰ ਜਦੋਂ MCQ ਡਿਸਕਸ ਕਰਾਂਗਾ ਨਾ, ਕੱਲ ਜਿਹੜੀ ਆਪਣੀ ਵੀਡੀਓ ਆਏਗੀ ਉਹ ਹੋਏਗੀ MCQ ਸੈਸ਼ਨ ਹੋਏਗਾ, ਉਹਦੇ ਵਿੱਚ ਆਪਾਂ ਇਹਦੇ ਸਾਰੇ ਕੁਐਸਚਨ ਡਿਸਕਸ ਕਰਨੇ ਆ। ਉਦੋਂ ਤੁਹਾਨੂੰ ਪਤਾ ਚੱਲੇਗਾ ਕਿ ਕਿਵੇਂ ਕੁਐਸਚਨ ਹੋਣਗੇ ਇਹਨਾਂ ਦੇ। ਉਹ ਕੀ ਕਰੇਗਾ, ਇੱਕ ਡਾਇਗਨਲ ਦੇ ਦੇਗਾ ਔਰ ਇੱਕ ਸਾਈਡ ਵੀ ਨਾਲ ਭੇਜ ਦੇਗਾ। ਸਾਈਡ ਤਾਂ ਸਾਰੀਆਂ ਇਕੁਅਲ ਹੀ ਨਾ, ਤਾਂ ਸਾਈਡ ਵੀ ਦੇ ਦੇਗਾ ਔਰ ਸਾਨੂੰ ਪੁੱਛੇਗਾ ਏਰੀਆ ਦੱਸੋ। ਹੁਣ ਏਰੀਆ 'ਚ ਕਿਤੇ ਸਾਈਡ ਤਾਂ ਯੂਜ਼ ਹੁੰਦੀ ਨਹੀਂ, ਏਰੀਆ ਦੇ ਵਿੱਚ ਦੋਨੋਂ ਡਾਇਗਨਲ ਯੂਜ਼ ਹੁੰਦੇ ਆ, ਪਰ ਸਾਡੇ ਕੋਲ ਇੱਕ ਲਿੰਕ ਹੈ ਦੋਨਾਂ ਚੀਜ਼ਾਂ ਦਾ ਆ ਰਿਹਾ ਕਿ ਦੋਨੋਂ ਡਾਇਗਨਲਸ ਦਾ ਸਕੁਅਰ ਕਰਕੇ ਉਹਨਾਂ ਨੂੰ ਜੋੜ ਦੋ ਤਾਂ ਉਹ ਬਰਾਬਰ ਹੁੰਦਾ 4a² ਦੇ, ਮਤਲਬ ਸਾਈਡ ਦਾ ਸਕੁਅਰ ਕਰੋ ਗੁਣਾ 4। ਇਹ ਲਿੰਕ ਹੈ ਉਹਨਾਂ ਦੇ ਵਿੱਚ। ਅਗਰ ਉਹ ਇੱਕ ਡਾਇਗਨਲ ਦੇਗਾ ਔਰ ਇੱਕ ਸਾਈਡ ਦੇਗਾ, ਤੁਸੀਂ ਇੱਕ ਡਾਇਗਨਲ ਇੱਥੇ ਭਰ ਦਿਓ, ਸਾਈਡ ਇੱਥੇ ਭਰ ਲਓ, ਤਾਂ ਤੁਹਾਨੂੰ d2 ਮਿਲ ਜਾਏਗਾ। ਸੋ ਤੁਸੀਂ ਪਹਿਲਾਂ d2 ਕੱਢੋਗੇ ਔਰ ਬਾਅਦ 'ਚ ਤੁਸੀਂ ਏਰੀਆ 'ਚ ਜਾ ਕੇ ਪੁੱਟ ਕਰ ਦੋਗੇ, ਏਰੀਆ ਨਿਕਲ ਜਾਏਗਾ। ਸੋ ਇੰਨਾ ਵੀ ਡਾਇਰੈਕਟ ਕੁਐਸਚਨ ਨਹੀਂ ਦੇਗਾ ਤੁਹਾਨੂੰ, ਕਿਸੇ ਦਾ ਡਾਇਗਨਲ ਦੇ ਕੇ ਔਰ ਏਰੀਆ ਪੁੱਛ ਲੇਗਾ। ਇੰਨੇ ਬੱਚਿਆਂ ਵਾਲੇ ਕੁਐਸਚਨ ਵੀ ਨਹੀਂ ਪੁੱਛੇ ਜਾਣਗੇ, ਪਰ ਯੈਸ ਇਹ ਕੁਐਸਚਨ ਪੁੱਛਿਆ ਜਾ ਸਕਦਾ ਹੈ। ਇੱਕ ਡਾਇਗਨਲ ਦੇ ਕੇ ਔਰ ਇੱਕ ਸਾਈਡ ਦੇ ਕੇ, ਉਹ ਪਹਿਲਾਂ ਦੂਜਾ ਡਾਇਗਨਲ ਤੁਹਾਡੇ ਤੋਂ ਇਸ ਫਾਰਮੂਲੇ ਦੀ ਹੈਲਪ ਨਾਲ ਕਢਵਾਏਗਾ, ਫਿਰ ਜਾ ਕੇ ਏਰੀਆ ਕਢਵਾਏਗਾ। ਇਹੋ ਜਿਹੀਆਂ ਚੀਜ਼ਾਂ ਨੂੰ ਯਾਦ ਰੱਖੋ। ਕਲੀਅਰ ਹੈ ਜੀ, ਇਹੋ ਜਿਹੀਆਂ ਚੀਜ਼ਾਂ ਨੂੰ ਯਾਦ ਰੱਖੋ। ਸੋ ਇਹ ਸੀ ਰੋਮਬਸ ਦੇ ਉੱਪਰ, ਏਰੀਆ ਮੈਂ ਦੱਸ ਚੁੱਕਿਆ। ਆ ਇੱਕ ਨੋਟ ਤੁਸੀਂ ਜ਼ਰੂਰ ਯਾਦ ਕਰ ਲਓ ਕਿ ਡਾਇਗਨਲਸ ਦਾ ਸਾਈਡ ਦੇ ਨਾਲ ਲਿੰਕ ਕਿਵੇਂ ਹੁੰਦਾ ਰੋਮਬਸ ਦੇ ਵਿੱਚ। ਸੋ ਇਹ ਲਿੰਕ ਹੈ। ਉਹ ਪੇਪਰ 'ਚ ਕੋਈ ਵੀ ਚੀਜ਼ ਮਿਸ ਕਰੇਗਾ ਨਾ, ਕੋਈ ਵੀ ਚੀਜ਼ ਅਗਰ ਉਹ ਮਿਸ ਕਰੇਗਾ, ਸੋ ਉਹ ਸਾਨੂੰ ਇੱਥੋਂ ਪਤਾ ਲੱਗੇਗੀ। ਮੰਨ ਲਓ ਦੋਨੋਂ ਡਾਇਗਨਲ ਦੇ ਕੇ ਸਾਡੇ ਤੋਂ ਸਾਈਡ ਪੁੱਛ ਲੇ, ਏਰੀਆ ਪੁੱਛੇ ਹੀ ਨਾ। ਮੰਨ ਲਓ ਉਹ ਦੋਨੋਂ ਡਾਇਗਨਲ ਦੇ ਕੇ ਸਾਡੇ ਤੋਂ ਸਾਈਡ ਪੁੱਛ ਲੇ, ਤਾਂ ਸਾਨੂੰ ਕੀ ਕਰਨਾ ਪਏਗਾ, ਦੋਨੋਂ ਡਾਇਗਨਲ ਇੱਥੇ ਭਰਾਂਗੇ, ਬਰਾਬਰ 4a²। ਬਾਅਦ 'ਚ ਉਸ ਨੂੰ 4 ਨਾਲ ਭਾਗ ਕਰਾਂਗੇ, ਫਿਰ a², ਫਿਰ ਉਹਦਾ ਵਰਗ ਕਰਾਂਗੇ, ਸਕੁਅਰ ਰੂਟ ਕਰਾਂਗੇ, ਫਿਰ a ਨਿਕਲ ਆਏਗਾ। ਸੋ ਕੁਛ ਵੀ ਪੁੱਛ ਸਕਦਾ ਉਹ ਤੁਹਾਡੇ ਤੋਂ, ਕੁਛ ਵੀ। ਤੁਹਾਡੇ ਕੋਲ ਹਰ ਇੱਕ ਚੀਜ਼ ਦਾ ਫਾਰਮੂਲਾ ਅਵੇਲੇਬਲ ਹੋਣਾ ਚਾਹੀਦਾ ਪੇਪਰ 'ਚ, ਹੈ ਨਾ। ਦੇਖੋ ਜੇ ਮੈਂ ਕਹਿ ਰਿਹਾ ਹਾਂ ਏਰੀਆ ਪੁੱਛੇਗਾ ਤਾਂ ਕੀ ਕਰੇਗਾ, ਇੱਕ ਡਾਇਗਨਲ ਇੱਕ ਸਾਈਡ ਦੇ ਕੇ ਤੁਹਾਡੇ ਤੋਂ ਇਸ ਫਾਰਮੂਲੇ ਨੂੰ ਹੈਲਪ ਦੀ ਨਾਲ ਏਰੀਆ ਕਢਵਾਏਗਾ, ਜਾਂ ਉਹ ਕਰਵਾਏਗਾ ਇਸੇ ਫਾਰਮੂਲੇ ਤੋਂ ਦੋਨੋਂ ਡਾਇਗਨਲ ਦੇ ਕੇ ਕਹੇਗਾ ਮੈਨੂੰ ਸਾਈਡ ਦੱਸੋ। ਸੋ ਫਿਰ ਵੀ ਤੁਹਾਡਾ ਏਰੀਆ ਦਾ ਫਾਰਮੂਲਾ ਯਾਦ ਕੀਤੇ ਦਾ ਕੋਈ ਫਾਇਦਾ ਨਹੀਂ, ਕਿਉਂਕਿ ਇਸ ਦਾ ਲਿੰਕ ਹੈ ਉੱਥੇ। ਸੋ ਹਰ ਇੱਕ ਚੀਜ਼ ਨੂੰ ਯਾਦ ਰੱਖੋ। ਕਲੀਅਰ ਹੈ ਜੀ। ਨੈਕਸਟ ਆ ਜਾਓ ਟ੍ਰੈਪੀਜ਼ੀਅਮ ਤੇ। ਟ੍ਰੈਪੀਜ਼ੀਅਮ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ, ਦੋ ਭੁਜਾਵਾਂ ਸਮਾਨਾਂਤਰ, ਬਾਕੀ ਇਸ ਤਰੀਕੇ ਨਾਲ ਇਹ ਹਾਈਟ ਯੂਜ਼ ਕਰ ਸਕਦੇ ਹੋ ਤੁਸੀਂ, ਹੈ ਨਾ। ਸੋ ਕੀ ਇਹਦਾ ਫਿਰ ਪੈਰੀਮੀਟਰ ਕੀ ਬਣੇਗਾ, ਪੈਰੀਮੀਟਰ ਕੀ ਹੋ ਜਾਏਗਾ, AB ਪਲੱਸ BC ਪਲੱਸ CD ਤੇ ਪਲੱਸ DA। ਉਹ ਜੋ ਵੀ ਭੁਜਾਵਾਂ ਦੇ ਕੇ ਭੇਜਿਆ ਕਰੇਗਾ, ਤੁਸੀਂ ਬਸ ਚਾਰਾਂ ਦਾ ਜੋੜ ਕਰ ਦੇਣਾ, ਉਹ ਉਹਦਾ ਪੈਰੀਮੀਟਰ ਹੋ ਜਾਇਆ ਕਰੇਗਾ, ਠੀਕ ਹੈ ਜੀ। ਏਰੀਆ ਕਿਵੇਂ ਨਿਕਲਦਾ ਹੈ, ਏਰੀਆ ਕੀ ਹੁੰਦਾ ਹੈ, ਹਾਫ ਇੰਟੂ ਜਿਹੜੀਆਂ ਵੀ ਦੋ ਭੁਜਾਵਾਂ ਸਮਾਨਾਂਤਰ ਸੀਗੀਆਂ ਨਾ, ਉਹਨਾਂ ਦੋਨਾਂ ਦਾ ਜੋੜ ਕਰ ਦਿਓ, A ਪਲੱਸ B ਕਰੋ ਤੇ ਇੰਟੂ ਹਾਈਟ, ਜਿਹੜੀ ਤੁਹਾਨੂੰ ਉਹ ਜਾਂ ਤਾਂ ਹਾਈਟ ਗਿਵਨ ਕਰਿਆ ਕਰੇਗਾ, ਜਾਂ ਤੁਹਾਨੂੰ ਦੱਸ ਰਿਹਾ ਕਿ ਆਹ ਸਾਈਡ ਦਿਆ ਕਰੇਗਾ, ਆਹ ਸਾਈਡ ਦਾ ਹਿੰਟ ਦਿਆ ਕਰੇਗਾ, ਔਰ H ਅਸੀਂ ਪਾਈਥਾਗੋਰਸ ਨਾਲ ਕੱਢ ਸਕਦੇ ਹਾਂ। ਸੋ ਉਹ ਹਾਈਟ ਨੂੰ ਤੁਸੀਂ ਨਾਲ ਗੁਣਾ ਕਰਨਾ, ਯਾਨੀ ਕਿ A ਪਲੱਸ B ਗੁਣਾ H, ਤੇ ਉਸ ਨੂੰ 2 ਨਾਲ ਭਾਗ ਕਰ ਦਿਓ। ਐਵੇਂ ਏਰੀਆ ਨਿਕਲਦਾ ਹੈ ਟ੍ਰੈਪੇਜ਼ੀਅਮ ਦਾ। ਕਲੀਅਰ ਹੈ ਜੀ। ਇਸ ਚੀਜ਼ ਨੂੰ ਸਮਝੋ ਤੇ ਬੜੇ ਧਿਆਨ ਨਾਲ ਸਮਝੋ, ਟ੍ਰੈਪੇਜ਼ੀਅਮ ਦਾ ਏਰੀਆ ਕਿਵੇਂ ਨਿਕਲਦਾ ਹੈ। ਆਮੋ ਸਾਹਮਣੇ ਦੀਆਂ ਜਿਹੜੀਆਂ ਭੁਜਾਵਾਂ ਸੀਗੀਆਂ ਸਮਾਨਾਂਤਰ ਸੀਗੀਆਂ, ਉਹਨਾਂ ਦਾ ਜੋੜ ਕਰੋ, ਹਾਈਟ ਨਾਲ ਗੁਣਾ ਕਰੋ ਤੇ ਉਸ ਨੂੰ ਬਾਅਦ 'ਚ 2 ਨਾਲ ਭਾਗ ਕਰ ਦਿਓ। ਸੋ ਇਹਦੇ ਨਾਲ ਟ੍ਰੈਪੇਜ਼ੀਅਮ ਦਾ ਏਰੀਆ ਜਿਹੜਾ ਉਹ ਨਿਕਲ ਆਉਂਦਾ ਹੈ। ਸੋ ਇਹ ਸੀ ਬੇਸਿਕ ਆਈਡੀਆ। ਅੱਜ ਅਸੀਂ ਜੋ ਖਤਮ ਕੀਤਾ ਉਹ ਸੀਗਾ, ਅਸੀਂ ਕਰਤਾ 2D, ਔਰ 2D ਦੇ ਵਿੱਚ ਅਸੀਂ ਸਾਡਾ ਸਰਕਲ ਰਹਿ ਗਿਆ, ਜਿਹੜਾ ਕਿ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕੀਤਾ ਜਾਏਗਾ। ਕਲੀਅਰ ਹੈ ਜੀ। ਧੰਨਵਾਦ, ਥੈਂਕ ਯੂ ਵੈਰੀ ਮਚ। ਤੁਸੀਂ ਫਸਟ ਲੈਕਚਰ ਜਿਹੜਾ ਹੈ ਉਹ ਦੇਖ ਹੀ ਚੁੱਕੇ ਹੋ, ਤੇ ਇਹਦੇ ਵਿੱਚ ਆਪਾਂ ਕੋਈ ਵੀ MCQ ਜਿਹੜਾ ਹਜੇ ਡਿਸਕਸ ਨਹੀਂ ਕੀਤਾ। ਸੋ MCQ ਜਿਹੜੇ ਹੁਣ ਆਪਣੀ ਕੱਲ੍ਹ ਦੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ।
ਜਿਹੜੇ ਤੁਸੀਂ ਕੁਐਸਚਨਸ ਕਰਦੇ ਹੁੰਦੇ ਹੋ ਟਾਈਪਸ ਦੇ ਕਿ ਕੁਐਸਚਨਸ ਨੂੰ ਕੋਲੈਬ ਕਰਕੇ ਉਸ ਨੂੰ ਪਾਰਕ ਵਾਂਗੂ ਸਮਝ ਕੇ ਜਾਂ ਕਿਸੇ ਵੀ ਹੋਰ ਟਾਈਪ ਦੇ ਕੁਐਸਚਨਸ ਕਿ ਮੰਨ ਲਓ ਕਿਸੇ ਸਕੁਅਰ ਦੀ ਸਾਈਡਸ ਨੂੰ ਵਧਾ ਦਿੱਤਾ ਜਾਂਦਾ ਹੈ ਤਾਂ ਏਰੀਆ ਕਿੰਨਾ ਵਧੇਗਾ ਹੈ ਨਾ, ਜਾਂ ਇੱਕ ਕਮਰੇ 'ਚ ਟਾਈਲਾਂ ਕਿੰਨੀਆਂ ਲੱਗਣਗੀਆਂ, ਸਕੁਅਰ ਟਾਈਲਾਂ ਕਿੰਨੀਆਂ ਲੱਗਣਗੀਆਂ, ਮਿਨੀਮਮ ਟਾਈਲਾਂ ਕਿੰਨੀਆਂ ਲੱਗਣਗੀਆਂ ਹੈ ਨਾ, ਮੈਕਸਿਮਮ ਟਾਈਲਾਂ ਕਿੰਨੀਆਂ ਲੱਗਣਗੀਆਂ। ਇਸ ਤਰੀਕੇ ਦੇ ਸਾਰੇ ਕੁਐਸਚਨਸ ਜਿਹੜੇ ਨੇ ਉਹ ਆਪਾਂ ਕੱਲ੍ਹ ਕਰਨ ਦੇ ਜਿਹੜੇ ਉਹ ਕੈਪੇਬਲ ਹੋ ਜਾਣਗੇ। ਅੱਜ ਦੇ ਫਾਰਮੂਲਾਜ਼ ਨੂੰ ਤੁਸੀਂ ਜ਼ਰੂਰ ਰਿਵਾਈਜ਼ ਕਰੋ ਤਾਂ ਕਿ ਕੱਲ੍ਹ ਦੇ ਲੈਕਚਰ ਦੇ ਵਿੱਚ ਤੁਸੀਂ ਹਰ ਇੱਕ ਫਾਰਮੂਲਾ ਜਿਹੜਾ ਹੈ ਉਹ ਚੰਗੀ ਤਰ੍ਹਾਂ ਅਪਲਾਈ ਕਰ ਪਾਓ, ਇੰਪਲੀਮੈਂਟ ਕਰੋ ਚੀਜ਼ਾਂ ਨੂੰ। ਇਸ ਤਰੀਕੇ ਨਾਲ ਨਾ ਕਰੋ ਕਿ ਅੱਜ ਲੈਕਚਰ ਦੇਖਿਆ ਔਰ ਇਸ ਨੂੰ ਛੱਡਤਾ। ਅਗਰ ਇਸ ਤਰੀਕੇ ਨਾਲ ਛੱਡੋਗੇ ਉਹ ਅੱਗੇ ਛੱਡਿੰਦਾ ਹੀ ਚਲਾ ਜਾਏਗਾ ਔਰ ਬਾਅਦ ਵਿੱਚ ਫਿਰ ਅਸੀਂ ਕੋਚਿੰਗਾਂ ਨੂੰ ਭੱਜਾਂਗੇ, ਅਲੱਗ-ਅਲੱਗ ਅਕੈਡਮੀਜ਼ 'ਤੇ ਪੈਸੇ ਦਿਆਂਗੇ। ਐਟਲੀਸਟ 1500 2-2000 ਰੁਪਇਆ ਮੈਂਜ਼ਰੇਸ਼ਨ ਕਰਵਾਉਣ ਦਾ ਹੀ ਤੁਹਾਡੇ ਕੋਲੋਂ ਲਿਆ ਜਾਏਗਾ। ਸੋ ਇੱਥੇ ਤੁਹਾਨੂੰ ਇੱਕ ਫ੍ਰੀ ਆਫ ਕੋਸਟ ਮੈਂਜ਼ਰੇਸ਼ਨ ਜਿਹੜੀ ਉਹ ਅਵੇਲੇਬਲ ਕਰਵਾਈ ਜਾ ਰਹੀ ਹੈ 10 ਦਿਨਾਂ ਦੇ ਵਿੱਚ, ਹਰ ਇੱਕ ਟੌਪਿਕ ਬਿਲਕੁਲ ਕਲੀਅਰ ਕੱਟ। ਸੋ ਮੈਂ ਉਮੀਦ ਕਰਦਾ ਕਿ ਤੁਸੀਂ ਜ਼ਰੂਰ ਇਸ ਨੂੰ ਇੰਪਲੀਮੈਂਟ ਕਰੋਗੇ, ਤੁਸੀਂ ਜ਼ਰੂਰ ਇਸ ਨੂੰ ਰਿਵਾਈਜ਼ ਕਰੋਗੇ ਤਾਂ ਕਿ ਜਦੋਂ ਆਪਾਂ ਕੱਲ੍ਹ MCQs ਡਿਸਕਸ ਕਰਾਂਗੇ ਸੋ ਤੁਸੀਂ ਉਸ ਫਾਰਮੂਲਾਜ਼ ਨੂੰ ਲਗਾਉਣ ਦੇ ਕਾਬਲ ਹੋ ਜਾਓਗੇ, ਤੁਹਾਨੂੰ ਸਮਝ ਲੱਗੇਗਾ ਬਹੁਤ ਜ਼ਿਆਦਾ। ਜੇਕਰ ਤੁਹਾਨੂੰ ਅੱਜ ਦਾ ਲੈਕਚਰ ਵਧੀਆ ਲੱਗਿਆ ਜ਼ਰੂਰ ਸਬਸਕ੍ਰਾਈਬ ਜ਼ਰੂਰ ਕਰੋ, ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰੋ, ਲਾਈਕ ਜ਼ਰੂਰ ਕਰੋ ਅਤੇ ਆਪਣੇ ਵੈਲਿਊਏਬਲ ਕਮੈਂਟ ਜ਼ਰੂਰ ਦੱਸੋ ਕਿ ਤੁਹਾਨੂੰ ਸਮਝ ਆਇਆ ਕਿ ਨਹੀਂ ਆਇਆ, ਹੋਰ ਤੁਹਾਨੂੰ ਕਿਸ ਤਰੀਕੇ ਨਾਲ ਸਮਝਾਇਆ ਜਾਵੇ। ਉਸੇ ਤਰੀਕੇ ਨਾਲ ਅਸੀਂ ਚੱਲ ਪਾਂਗੇ ਬਿਕੋਜ਼ ਸਾਡਾ ਕੰਮ ਹੈ ਸਮਝਾਉਣਾ। ਸੋ ਜੇ ਵਧੀਆ ਲੱਗਿਆ ਜ਼ਰੂਰ ਕਮੈਂਟ ਕਰੋ, ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਧੰਨਵਾਦ, ਥੈਂਕ ਯੂ ਵੈਰੀ ਮਚ। ਮਿਲਦੇ ਹਾਂ ਕੱਲ੍ਹ ਦੇ ਲੈਕਚਰ 'ਚ ਨਵੇਂ MCQs ਕੁਐਸਚਨਸ ਦੇ ਨਾਲ। ਧੰਨਵਾਦ, ਥੈਂਕ ਯੂ ਵੈਰੀ ਮਚ।